ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੋ ਹਰ ਹਫਤੇ ਬੁੱਧਵਾਰ ਨੂੰ ਸਿੱਖ ਇਤਿਹਾਸ ਦੇ ਸਰੋਤ ਪਿਛਲੇ ਕੁਝ ਸਮੇਂ ਤੋਂ ਸਰਦਾਰ ਪ੍ਰਭ ਕੀਰਤਨ ਸਿੰਘ ਜੀ ਕਰ ਰਹੇ ਨੇ। ਬੜਾ ਅਹਿਮ ਵਿਸ਼ਾ ਜਿਹੜਾ ਕਿ ਸਦੀਆਂ ਤੋਂ ਅਣਗੌਲਿਆ ਹੀ ਰਹਿ ਗਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ, ਚਲੋ ਜੋ ਵੀ ਵਿਚਾਰ ਸਾਹਮਣੇ ਆਉਂਦੀ ਹੈ ਤੋ ਸਰਦਾਰ ਕੀਰਤਨ ਸਿੰਘ ਜੀ ਦੀ ਪੂਰੀ ਰਿਸਰਚ ਕਰਕੇ ਸਾਡੇ ਸਾਹਮਣੇ ਲਿਆ ਰਹੇ ਨੇ ਤੇ ਅੱਜ ਵੀ ਉਸ ਵਿਸ਼ੇ ਨੂੰ ਅੱਗੇ ਜਾਰੀ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਉਹ ਕਿਰਪਾ ਕਰਕੇ ਪ੍ਰੋਗਰਾਮ ਸ਼ੁਰੂ ਕਰੋ ਜੀ। ਸਰਦਾਰ ਕੀਰਤਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਇੱਕ ਵਾਰੀ ਫੇਰ ਇੱਕ ਸਰੋਤ ਐਸਾ ਜਿਹਦੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਮਹਿਮਾ ਪ੍ਰਕਾਸ਼ ਬਾਰੇ ਆਪਾਂ ਅੱਗੇ ਵਿਚਾਰ ਕਰਾਂਗੇ। ਇਹ ਕੁਝ ਸਮਾਂ ਪਹਿਲੇ ਇਹਦੇ ਉੱਤੇ 2 ਸੈਸ਼ਨ ਅਸੀਂ ਲਗਾਏ ਸੀਗੇ। ਮਹਿਮਾ ਪ੍ਰਕਾਸ਼ ਜਿਹੜਾ ਇਹ ਸਰੋਤ ਹੈ, ਇਹ ਪੁਸਤਕ ਹੈ, ਕਾਫੀ ਵੱਡਕਾਰੀ ਪੁਸਤਕ ਹੈ। ਇਹਨੂੰ ਭਾਸ਼ਾ ਵਿਭਾਗ ਨੇ ਛਾਪਿਆ ਹੈ 3 ਜਲਦਾਂ ਦੇ ਵਿੱਚ ਤੇ ਇਹਦੇ 2 ਭਾਗ ਉਹਨਾਂ ਨੇ ਕਹੇ ਹਨ। ਪਹਿਲਾ ਭਾਗ ਜਿਹੜਾ ਸੀ ਉਹਨੂੰ ਗੁਰੂ ਨਾਨਕ ਮਹਿਮਾ ਦੇ ਨਾਮ ਦੇ ਨਾਲ ਉਹਨਾਂ ਨੇ ਪਬਲਿਸ਼ ਕੀਤਾ ਸੀ। ਉਸ ਭਾਗ ਦੀ ਅਸੀਂ ਪਹਿਲਾਂ ਵਿਚਾਰ ਕਰ ਲਈ ਹੈ, ਕਿਉਂਕਿ ਜਦੋਂ ਅਸੀਂ ਜਨਮ ਸਾਖੀਆਂ ਬਾਰੇ ਵਿਚਾਰ ਕਰ ਰਹੇ ਸੀ ਤੇ ਇਹ ਵੀ ਉਸੇ ਯੋਨਰ ਦਾ ਹੀ ਪੋਰਸ਼ਨ ਸੀ। ਪਹਿਲਾ ਭਾਗ ਜਿਹੜਾ ਸੀ ਤਾਂ ਅਸੀਂ ਉਹਨਾਂ ਦੇ ਨਾਲ ਹੀ ਇਹਦੀ ਵਿਚਾਰ ਕਰ ਲਈ ਸੀ। ਵੈਸੇ ਇਹ ਜਿਹੜੀ ਪੁਸਤਕ ਹੈ ਇਹਦੇ ਵਿੱਚ 10 ਗੁਰੂ ਸਾਹਿਬਾਨ ਨਾਲ ਹੀ ਸੰਬੰਧਿਤ ਸਮੱਗਰੀ ਹੈ, ਸਿਰਫ ਗੁਰੂ ਨਾਨਕ ਸਾਹਿਬ ਵਾਲੀ ਨਹੀਂ ਹੈ। ਬਾਕੀ ਜਿਹੜੇ ਇਹਨਾਂ ਨੇ 2 ਜਲਦਾਂ ਦੇ ਵਿੱਚ ਦੂਜਾ ਭਾਗ ਛਾਪਿਆ ਹੈ, ਉਹਦੇ ਵਿੱਚ ਬਾਕੀ ਦੇ 9 ਗੁਰੂ ਸਾਹਿਬਾਨ ਦਾ ਜੀਵਨ ਦਿੱਤਾ ਗਿਆ ਹੈ। ਇਹਦੇ ਜਿਹੜੇ ਕਰਤਾ ਹਨ ਉਹ ਬਾਬਾ ਸਰੂਪ ਦਾਸ ਭੱਲਾ ਜੀ ਹਨ ਤੇ ਜਿਹੜੇ ਕਿ ਗੁਰੂ ਅਮਰਦਾਸ ਸਾਹਿਬ ਜੀ ਦੀ 9ਵੀਂ ਪੀੜ੍ਹੀ ਵਿੱਚੋਂ ਸਨ ਤੇ ਬਾਬਾ ਬਾੜ ਮਲ ਦੇ ਸਪੁੱਤਰ ਸਨ, ਬਾਬਾ ਮੋਹਰੀ ਜੀ ਦੀ ਸੰਤਾਨ ਵਿੱਚੋਂ ਸਨ। ਤੋ ਇਹ ਪਹਿਲਾ ਐਸਾ ਸਰੋਤ ਹੈ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚੋਂ ਜਿਨ੍ਹਾਂ 10 ਪਾਤਸ਼ਾਹੀਆਂ ਦੇ ਸਮੁੱਚੇ ਜੀਵਨ ਨੂੰ ਦੱਸਣ ਦਾ ਯਤਨ ਕੀਤਾ। ਤੋ ਇਹ ਇਹਦਾ ਨਿਵੇਕਲਾ ਸਥਾਨ ਹੈ। ਤੋ 10 ਗੁਰੂ ਸਾਹਿਬਾਨ ਦੇ ਜੀਵਨ ਵਾਲਾ ਇਹ ਪਹਿਲਾ ਸਰੋਤ ਗ੍ਰੰਥ ਹੈ। ਅੱਗੋਂ ਇਹੋ ਜਿਹੇ ਹੋਰ ਵੀ ਗ੍ਰੰਥ ਲਿਖੇ ਗਏ, ਪਰ ਇਹ ਆਪਣਾ ਇਸ ਪੱਖੋਂ ਇਹ ਪਹਿਲਾ ਗ੍ਰੰਥ ਹੈ। ਤੋ ਇਹਦੀ ਲਿਖਣ ਦੀ ਪ੍ਰੇਰਣਾ ਬਿਲਕੁਲ ਉਹੀ ਸੀ ਜੋ ਜਨਮ ਸਾਖੀਆਂ ਦੀ ਹੈ, ਕਿਉਂਕਿ ਇਹਨੇ ਬਿਲਕੁਲ ਉਹੀ ਸਟਾਈਲ ਨੂੰ ਅਪਣਾਇਆ ਹੈ। ਜਨਮ ਸਾਖੀਆਂ ਦੇ ਵਿੱਚ ਜਿਵੇਂ ਸਾਖੀਆਂ ਨੂੰ ਹੀ ਆਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਬਾਰੇ ਦੱਸਿਆ ਗਿਆ ਹੈ, ਇਹਦੇ ਵਿੱਚ ਵੀ ਸਾਖੀਆਂ ਦੇ ਵਿੱਚ ਹੀ ਸਾਰਾ ਜੀਵਨ ਦੱਸਿਆ ਗਿਆ ਹੈ। ਸੋ ਇਹਨੂੰ ਉਸੇ ਪਰੰਪਰਾ ਦਾ ਹੀ ਹਿੱਸਾ ਗਿਣਿਆ ਜਾਂਦਾ ਹੈ ਤੇ ਕਈ ਤਾਂ ਇਹਨੂੰ ਜਨਮ ਸਾਖੀਆਂ ਦਾ ਪਾਠ ਹੀ ਕਹਿੰਦੇ ਹਨ। ਦੂਜਾ ਇਹਦੇ ਚ ਵਿਲੱਖਣਤਾ ਇਹ ਹੈ ਕਿ ਇਹ ਪਹਿਲਾ ਸਰੋਤ ਹੈ ਜਿਹੜਾ ਕਾਵਿ ਰੂਪ ਦੇ ਵਿੱਚ ਸਾਨੂੰ ਮਿਲਦਾ ਹੈ। ਇਸ ਤੋਂ ਪਹਿਲਾਂ ਜਿਹੜੇ ਜਨਮ ਸਾਖੀਆਂ ਸਨ ਉਹ ਸਾਰੀਆਂ ਬਿਲਕੁਲ ਗਦ ਰੂਪ ਵਿੱਚ ਭਾਵ ਪ੍ਰੋਜ਼ ਦੇ ਵਿੱਚ ਸਨ। ਚਾਹੇ ਉਹ ਪੁਰਾਤਨ ਜਨਮ ਸਾਖੀ ਸੀ, ਭਾਈ ਬਾਲੇ ਵਾਲੀ ਜਨਮ ਸਾਖੀ ਸੀ, ਮਿਹਰਬਾਨ ਸੀ ਜਾਂ ਗਿਆਨ ਰਤਨਾਵਲੀ ਸੀ, ਇਹ ਸਾਰੀਆਂ ਹੀ ਜਿਹੜੀਆਂ ਹਨ ਉਹ ਪ੍ਰੋਜ਼ ਦੇ ਵਿੱਚ ਮਿਲਦੀਆਂ ਹਨ, ਪਰ ਇਹ ਪੋਇਟਰੀ ਦੇ ਵਿੱਚ ਪਹਿਲੀ ਜੀਵਨੀ ਲਿਖੀ ਗਈ ਹੈ। ਤੋ ਇਹਦੇ ਵਿੱਚ ਜੀਵਨੀ ਜਦੋਂ ਸਾਖੀ ਦੱਸਣੀ ਹੁੰਦੀ ਹੈ ਤਾਂ ਉਹਦੇ ਵਿੱਚ ਤਾਂ ਸਾਰਾ ਕਵਿਤਾ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ, ਪਰ ਜਦੋਂ ਇਹ ਛੰਦਾਬੰਦੀ ਕਰਕੇ ਪੂਰੀ ਗਾਥਾ ਲਿਖੀ ਜਾਂਦੀ ਹੈ ਤੇ ਜਦੋਂ ਕਿਸੇ ਸ਼ਬਦ ਦੀ ਵਿਆਖਿਆ ਕਰਨੀ ਹੁੰਦੀ ਹੈ ਤਾਂ ਪਹਿਲਾਂ ਉਹ ਸ਼ਬਦ ਦੇ ਦਿੱਤਾ ਜਾਂਦਾ ਹੈ ਤੇ ਸ਼ਬਦ ਦੀ ਵਿਆਖਿਆ ਜਿਹੜੀ ਹੈ ਉਹ ਪ੍ਰੋਜ਼ ਦੇ ਵਿੱਚ ਜਿਵੇਂ ਅਸੀਂ ਆਮ ਵਿਆਖਿਆ ਕਰਦੇ ਹਾਂ ਉਸੇ ਤਰ੍ਹਾਂ ਹੀ ਦਿੱਤੀ ਗਈ ਹੈ। ਤੇ ਇਹਦੇ 'ਚ ਇੱਕ ਹੋਰ ਜਿਹੜੀ ਨੋਟ ਕਰਨ ਵਾਲੀ ਗੱਲ ਹੈ, ਕਿਉਂਕਿ ਹੁਣ ਅਸੀਂ ਦੂਜੇ ਭਾਗ ਤੇ ਆ ਗਏ ਹਾਂ। ਪਹਿਲੇ ਭਾਗ ਦੇ ਵਿੱਚ ਗੁਰਬਾਣੀ ਦੀਆਂ ਪੰਕਤੀਆਂ, ਗੁਰਬਾਣੀ ਦੇ ਸ਼ਬਦ ਤੇ ਕੁਝ ਲੰਮੀਆਂ ਬਾਣੀਆਂ ਵੀ ਦਿੱਤੀਆਂ ਗਈਆਂ ਹਨ। ਉਹਨਾਂ ਦੇ ਉੱਤੇ ਕਾਫੀ ਜ਼ੋਰ ਹੈ ਤੇ ਉਹਨਾਂ ਦੀ ਵਿਆਖਿਆ ਵੀ ਕੀਤੀ ਗਈ ਹੈ।
ਹੁਣ ਜਿਉਂ-ਜਿਉਂ ਲੇਖਕ ਅੱਗੇ ਤੁਰਦਾ ਹੈ, ਦੂਜੇ ਪਾਤਸ਼ਾਹ ਦੇ ਜੀਵਨ ਤੋਂ ਲੈ ਕੇ ਅੱਗੇ ਤੁਰਦਾ ਹੈ, ਤਾਂ ਗੁਰਬਾਣੀ ਦੀਆਂ ਟੁੱਕਾਂ ਦੇਣ ਉੱਤੇ ਔਰ ਵਿਆਖਿਆ ਕਰਨ ਉੱਤੇ ਉਹਦਾ ਜ਼ੋਰ ਖਤਮ ਹੋ ਜਾਂਦਾ ਹੈ। ਟੁੱਕਾਂ ਤਾਂ ਮਿਲਦੀਆਂ ਹਨ, ਪਹਿਲੇ ਨਾਲੋਂ ਬਹੁਤ ਘੱਟ ਹਨ, ਤੇ ਵਿਆਖਿਆ ਲਗਭਗ ਨਾ ਦੇ ਬਰਾਬਰ ਹੈ, ਸ਼ਾਇਦ ਹੀ ਕਿਤੇ ਹੋਵੇ, ਮੇਰੀ ਨਜ਼ਰ ਵਿੱਚ ਨਹੀਂ ਪਈ। ਤੋ ਇਹਦੇ 'ਚ ਇੱਕ ਚੇਂਜ ਆਈ ਹੈ ਕਿ ਹਾਲਾਂਕਿ ਲਿਖਿਆ ਪਹਿਲਾਂ ਵਾਂਗ ਹੀ ਕਵਿਤਾ ਰੂਪ ਦੇ ਵਿੱਚ ਹੀ ਹੈ, ਸਾਖੀਆਂ ਹੀ ਘਟਨਾਵਾਂ ਨੂੰ ਹੀ ਆਧਾਰ ਬਣਾ ਕੇ ਇਹ ਲਿਖਿਆ ਗਿਆ ਹੈ। ਤੋ ਇਸ ਤਰ੍ਹਾਂ ਇਹ ਇੱਕ ਪਾਤਸ਼ਾਹੀਆਂ ਦੇ ਜੀਵਨ ਨੂੰ ਲਿਖਣ ਦੀ ਨਵੀਂ ਪਰੰਪਰਾ ਤੋਰ ਰਿਹਾ ਹੈ, ਤੇ ਜਿਹੜੀ ਇਹ ਦੋ ਪੱਖਾਂ ਤੋਂ ਵਿਲੱਖਣ ਹੈ। ਪਹਿਲਾ ਤਾਂ ਜਿਵੇਂ ਆਪਾਂ ਗੱਲ ਕੀਤੀ ਕਿ ਕਾਵਿ ਰੂਪ ਦੇ ਵਿੱਚ ਹੈ ਜੀਵਨੀ ਦੱਸਣ ਨੂੰ, ਤੇ ਦੂਜਾ ਇਹਦਾ ਪੱਖ ਹੈ ਕਿ ਇਹ ਵਿਆਖਿਆ ਉੱਤੇ ਘੱਟ ਜ਼ੋਰ ਹੈ, ਸਾਖੀਆਂ ਦੱਸਣ ਤੇ ਜ਼ਿਆਦਾ ਜ਼ੋਰ ਹੈ। ਹੁਣ ਮੈਂ ਕਹਿ ਰਿਹਾ ਕਿ ਪਹਿਲਾ ਸਰੋਤ ਹੈ, ਇਹ ਟੈਕਨੀਕਲੀ ਇਹ ਪਹਿਲਾ ਸਰੋਤ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਪਿਛਲੀ ਵਾਰੀ ਵੀ ਜਦੋਂ ਗੱਲ ਕੀਤੀ ਸੀ, ਮੈਂ ਇੱਥੇ ਜ਼ਿਕਰ ਕਰ ਦਿਆਂ ਕਿ ਜਿਹੜੇ ਪਹਿਲਾਂ 2 ਸੈਸ਼ਨ ਅਸੀਂ ਲਗਾਏ ਸੀ, ਉਹਨਾਂ ਦੀਆਂ ਰਿਕਾਰਡਿੰਗ ਸਾਡੇ YouTube ਚੈਨਲ ਉੱਤੇ 1165 ਤੇ 1171 ਨੰਬਰ ਦੇ ਵਿੱਚ ਮੌਜੂਦ ਹਨ। ਆਪ ਚਾਹੋ ਤੇ ਉੱਥੇ ਵੀ ਥੋੜਾ ਸਮਾਂ ਲਗਾ ਕੇ ਉਹਨਾਂ ਨੂੰ ਦੁਬਾਰਾ ਸੁਣ ਸਕਦੇ ਹੋ। ਮੈਂ ਬਹੁਤਾ ਕੁਝ ਪਹਿਲੀ ਰਿਕਾਰਡਿੰਗ ਦੇ ਵਿੱਚੋਂ ਇੰਟਰੋਡਕਸ਼ਨ ਵਾਲਾ ਪਾਰਟ ਰਿਪੀਟ ਕਰ ਰਿਹਾ, ਤਾਂ ਕਿ ਹੁਣ ਅੱਜ ਦਾ ਜਿਹੜਾ ਸਾਡਾ ਸੈਸ਼ਨ ਹੈ ਉਹਨੂੰ ਸਮਝਣ ਵਿੱਚ ਥੋੜੀ ਆਸਾਨੀ ਹੋਵੇ। ਤਾਂ ਮੈਂ ਗੱਲ ਕਰ ਰਿਹਾ ਸੀ ਕਿ ਤਕਨੀਕੀ ਰੂਪ ਵਿੱਚ ਐਸਾ ਨਹੀਂ ਹੈ, ਕਿਉਂਕਿ ਇੱਕ ਰਚਨਾ ਇਸ ਤੋਂ 7-8 ਸਾਲ ਪਹਿਲਾਂ ਲਿਖੀ ਗਈ ਸੀ, ਭਾਈ ਕੇਸਰ ਸਿੰਘ ਛਿੱਬਰ, ਉਹਨਾਂ ਦੀ ਲਿਖੀ ਹੋਈ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਦਾ। ਤਾਂ ਇਹ ਪੁਸਤਕ ਵੀ ਦਸਾਂ ਪਾਤਸ਼ਾਹੀਆਂ ਦੇ ਬਾਰੇ ਹੈ, ਤੇ ਇਹ ਪੁਸਤਕ ਵੀ ਕਾਵਿ ਰੂਪ ਦੇ ਵਿੱਚ ਹੀ ਹੈ, ਪਰ ਇਹਨੂੰ ਅਸੀਂ ਜੀਵਨੀ ਨਹੀਂ ਕਹਿ ਸਕਦੇ, ਕਿਉਂਕਿ ਇਹਦਾ ਫੋਕਸ ਥੋੜਾ ਜਿਹਾ ਡਿਫਰੈਂਟ ਹੈ। ਹਾਲਾਂਕਿ ਜੀਵਨੀ ਦੀਆਂ ਘਟਨਾਵਾਂ ਦੇ ਨਾਲ ਆਉਣੀਆਂ ਕੁਦਰਤੀ ਸਨ, ਪਰ ਇਹਦਾ ਫੋਕਸ ਇੱਕ ਤਾਂ ਜਿਵੇਂ ਇਹਦਾ ਨਾਮ ਹੀ ਦੱਸਦਾ ਹੈ, ਬੰਸਾਵਲੀਆਂ ਉਹਨਾਂ ਨੇ ਪੂਰੀ ਮਿਹਨਤ ਕਰਕੇ ਇਕੱਠੀਆਂ ਕੀਤੀਆਂ, ਕਿੰਨੀਆਂ ਠੀਕ ਨੇ ਕਿੰਨੀਆਂ ਗਲਤ ਨੇ ਇਹਨਾਂ ਬਾਰੇ ਤਾਂ ਅਸੀਂ ਅੱਜ ਕੁਝ ਨਹੀਂ ਕਹਿ ਸਕਦੇ, ਪਰ ਉਹਨਾਂ ਨੇ ਕਾਫੀ ਉਹਨਾਂ ਦੇ ਕਈ ਪੁਸ਼ਤਾਂ ਦੀਆਂ ਬੰਸਾਵਲੀਆਂ ਸਾਰੇ ਗੁਰੂ ਸਾਹਿਬਾਨ ਦੀਆਂ ਇਕੱਠੀਆਂ ਕੀਤੀਆਂ, ਕਿਉਂਕਿ ਇਹ ਕੰਮ ਪਹਿਲੇ 4 ਗੁਰੂ ਸਾਹਿਬਾਨ ਦਾ ਹੀ ਕਰਨਾ ਬਣਦਾ ਸੀ, ਉਸ ਤੋਂ ਅੱਗੇ ਤਾਂ ਸਾਨੂੰ ਪਤਾ ਹੀ ਹੈ। ਤੇ ਦੂਜਾ, ਉਹਨਾਂ ਨੇ ਪੂਰੇ ਜੀਵਨ ਨੂੰ ਉਹ ਉਹਨਾਂ ਦੀਆਂ ਡੇਟਸ ਜਿਹੜੀਆਂ ਨੇ ਉਹ ਇਕੱਠੀਆਂ ਕਰਕੇ ਤਰ੍ਹਾਂ ਤਰ੍ਹਾਂ ਦੇ ਸੋਰਸਿਸ ਤੋਂ ਇਸ ਪੁਸਤਕ ਦੇ ਵਿੱਚ ਲਿਖੀਆਂ ਨੇ। ਵਿਦਵਾਨਾਂ ਦਾ ਵਿਚਾਰ ਹੈ ਕਿ 150-200 ਤਰੀਕਾਂ ਉਹਨਾਂ ਨੇ ਵੱਖੋ ਵੱਖ ਘਟਨਾਵਾਂ ਦੀਆਂ ਉਹਦੇ ਵਿੱਚ ਲਿਖੀਆਂ ਨੇ। ਹਾਲਾਂਕਿ ਬਹੁਤ ਸਾਰੀਆਂ ਮਿਤੀਆਂ ਜਿਹੜੀਆਂ ਉਹਨਾਂ ਨੇ ਲਿਖੀਆਂ ਨੇ ਉਹਨਾਂ ਨਾਲ ਵਿਦਵਾਨ ਸਹਿਮਤ ਨਹੀਂ ਹਨ, ਪਰ ਖੈਰ ਇਹ ਇੱਕ ਅਲੱਗ ਕਿਸਮ ਦੀ ਰਚਨਾ ਹੈ, ਮੈਂ ਇਹੀ ਇੰਨਾ ਹੀ ਕਹਿਣਾ ਚਾਹੁੰਦਾ ਸੀ। ਤੇ ਲੇਕਿਨ ਜੀਵਨੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜੀਵਨ ਦੀਆਂ ਘਟਨਾਵਾਂ, ਜੀਵਨ ਦੇ ਜਿਹੜੇ ਮੁੱਖ ਉਪਦੇਸ਼ ਤੇ ਉਹਨਾਂ ਚੀਜ਼ਾਂ ਦਾ ਜ਼ੋਰ ਹੁੰਦਾ ਹੈ, ਉਹ ਸਾਨੂੰ ਬੰਸਾਵਲੀਨਾਮੇ ਦੇ ਵਿੱਚ ਨਹੀਂ ਮਿਲਦਾ। ਸੋ ਇਸ ਕਰਕੇ ਮੈਂ ਇਹ ਕਿਹਾ ਹੈ ਕਿ ਇਹ ਜੀਵਨੀ ਸਾਹਿਤ ਦੇ ਵਿੱਚੋਂ ਪਹਿਲਾ ਇਹ ਸਰੋਤ ਹੈ ਜਿਹਨੇ ਦਸਾਂ ਪਾਤਸ਼ਾਹੀਆਂ ਦੇ ਜੀਵਨ ਨੂੰ ਲਿਖਿਆ। ਤੋ ਇਹ ਇੱਕ ਨਵੀਂ ਪਰੰਪਰਾ ਇਹਦੇ ਨਾਲ ਸ਼ੁਰੂ ਹੋਈ। ਅੱਗੋਂ ਚੱਲ ਕੇ ਇਸ ਪਰੰਪਰਾ ਦੇ ਵਿੱਚ ਹੋਰ ਬੜਾ ਵਿਕਾਸ ਹੋਇਆ, ਕਈ ਹੋਰ ਲਿਖੇ ਗਏ, ਤੇ ਜਿਹੜਾ ਸਭ ਤੋਂ ਮਸ਼ਹੂਰ ਇਹਦਾ ਅੰਤਲਾ ਗ੍ਰੰਥ ਹੈਗਾ, ਉਹ ਅਸੀਂ ਸਾਰੇ ਜਾਣਦੇ ਹਾਂ, ਜਿਹਦੀ ਅੱਜ ਕੱਲ੍ਹ ਵੀ ਕਥਾ ਹੁੰਦੀ ਹੈ, ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਹੈ, ਉਹਦੀ ਗੁਰਦੁਆਰਿਆਂ 'ਚ ਵਿਚਾਰ ਹੁੰਦੀ ਹੈ। ਹੁਣ ਇਹਦੇ ਬਾਰੇ ਜਿਹੜਾ ਇਹ ਸਰੋਤ ਪੁਸਤਕ ਹੈ ਜਾਂ ਗ੍ਰੰਥ ਹੈ, ਇਹਦੇ ਬਾਰੇ ਇੱਕ ਚੀਜ਼ ਬੜੀ ਸਟ੍ਰੇਂਜ ਹੈ ਸਾਡੇ ਵਾਸਤੇ ਕਿ ਇਹਨੂੰ ਤਕਰੀਬਨ ਹਰ ਇਤਿਹਾਸਕਾਰ ਬਹੁਤ ਵਾਰੀ ਕੋਟ ਕਰਦਾ ਹੈ, ਤੇ ਛੋਟੀਆਂ-ਛੋਟੀਆਂ ਘਟਨਾਵਾਂ ਦੇ ਨਿੱਕੇ-ਨਿੱਕੇ ਵੇਰਵੇ ਇਹਦੇ ਵਿੱਚੋਂ ਕਾਫੀ ਮਿਲ ਜਾਂਦੇ ਹਨ। ਪਰ ਹੈਰਾਨੀ ਇਸ ਚੀਜ਼ ਤੇ ਹੁੰਦੀ ਹੈ ਕਿ ਇਹਦੇ ਉੱਤੇ ਕੋਈ ਅਸੀਂ ਖੋਜ ਅੱਜ ਤੱਕ ਨਹੀਂ ਕੀਤੀ। ਜੇ ਮੈਂ ਕੋਸ਼ਿਸ਼ ਕੀਤੀ ਕਿ ਇਹਦੇ ਉੱਤੇ ਕਿਸੇ ਵਿਦਵਾਨ ਦੀ ਕੋਈ ਰਿਸਰਚ ਕੀਤੀ ਹੋਈ ਮਿਲ ਜਾਵੇ ਜਾਂ ਇਹਦੇ ਬਾਰੇ ਖੋਜ ਕੀਤੀ ਹੋਈ ਮਿਲ ਜਾਵੇ, ਤਾਂ ਮੈਨੂੰ ਉਹੀ ਸੋਰਸਿਸ ਮਿਲੇ ਜਿਹੜੇ ਆਮ ਤੌਰ ਤੇ ਇਹੋ ਜਿਹੇ ਸਾਰੇ ਪੁਸਤਕਾਂ ਦੇ ਮਿਲਦੇ ਹਨ। ਪਹਿਲਾ ਤਾਂ ਜਿਹੜਾ ਸੋਰਸ ਮਿਲਿਆ ਉਹ ਇਸ ਨੂੰ ਪਬਲਿਸ਼ ਕੀਤਾ ਗਿਆ ਸੀਗਾ ਭਾਸ਼ਾ ਵਿਭਾਗ ਪੰਜਾਬ ਵੱਲੋਂ, ਤਾਂ ਉਹਦੀ ਜਿਹੜੀ ਐਡੀਸ਼ਨ ਹੈ ਉਹਦੇ ਸੰਪਾਦਕ ਡਾਕਟਰ ਉੱਤਮ ਸਿੰਘ ਭਾਟੀਆ ਹਨ। ਉਹਨਾਂ ਨੇ ਪਹਿਲਾਂ 40-50 ਪੇਜ ਜਾਂ 70 ਪੇਜ ਦਾ ਇਹਨਾਂ ਨੇ ਭੂਮਿਕਾ ਲਿਖੀ ਹੈ, ਜਿਹਦੇ ਵਿੱਚ ਇਹਦੇ ਬਾਰੇ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਹਨ। ਵੱਖੋ ਵੱਖਰੇ ਐਸਪੈਕਟਸ ਨੂੰ ਜਿਵੇਂ ਐਕੈਡੈਮਿਕਸ ਦੇ ਵਿੱਚ ਦਿੱਤਾ ਜਾਂਦਾ, ਉਸੇ ਤਰੀਕੇ ਨਾਲ ਉਹਨਾਂ ਨੇ ਲਿਖੇ ਹਨ। ਤੋ ਇੱਕ ਤਾਂ ਉਹਦੀ ਹੈਲਪ ਲਈ ਗਈ ਹੈ ਜੀ। ਦੂਜੀ ਇੱਕ ਪੁਸਤਕ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੀ ਗਈ ਹੈ, ਜਿਹਦੇ ਵਿੱਚ ਸਿੱਖ ਇਤਿਹਾਸ ਦੇ ਮੂਲ ਸਰੋਤ ਜਿਹੜੀ ਹੈ ਉਹ ਡਾਕਟਰ ਗੁਰਬਚਨ ਸਿੰਘ ਨਈਅਰ ਦੀ ਹੈ। ਉਹਦੇ ਵਿੱਚ ਇੱਕ ਚੈਪਟਰ ਇਹਦੇ ਬਾਰੇ ਹੈ, ਤੇ ਤੀਜੀ ਜਿਹੜੀ ਪੁਸਤਕ ਸਾਨੂੰ ਮਦਦ ਕਰ ਰਹੀ ਹੈ, ਉਹ ਜਿਵੇਂ ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀ, ਸਿੱਖ ਕੌਮ ਦੇ ਇੱਕ ਮਹਾਨ ਹਸਤੀ ਗਿਆਨੀ ਸੋਹਣ ਸਿੰਘ ਸੀਤਲ, ਉਹਨਾਂ ਨੇ ਜਿਹੜਾ 5 ਭਾਗਾਂ ਦੇ ਵਿੱਚ ਸਿੱਖ ਇਤਿਹਾਸ ਦੇ ਸੋਮੇ ਲਿਖਿਆ,
ਉਹਦੇ ਚੋਂ ਸਾਨੂੰ ਮਦਦ ਮਿਲ ਰਹੀ ਹੈ। ਆਪਣੇ ਆਪ ਵਿੱਚ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਤਿਹਾਸਕਾਰਾਂ ਨੇ ਇਸ ਪੁਸਤਕ ਨੂੰ ਵਰਤਿਆ ਤਾਂ ਖੂਬ ਹੈ, ਪਰ ਇਹਦੇ ਉੱਤੇ ਖੋਜ ਕੋਈ ਨਹੀਂ ਕੀਤੀ। ਤੋ ਅਸੀਂ ਇਹਦੇ ਬਾਰੇ ਹੁਣ ਜੋ ਦੂਜੇ ਭਾਗ ਦੀ ਚਰਚਾ ਸ਼ੁਰੂ ਕਰਨੀ ਹੈ, ਮੈਂ ਥੋੜਾ ਜਿਹਾ ਸੰਖੇਪ ਵਿੱਚ ਰਿਪੀਟ ਕਰ ਰਿਹਾ ਕਿ ਬਾਬਾ ਸਰੂਪ ਦਾਸ ਭੱਲਾ ਦੇ ਬਾਰੇ ਥੋੜੀ ਜਿਹੀ ਚਰਚਾ ਕਰ ਲਈ ਹੈ। ਉਹਨਾਂ ਦਾ ਨਾਮ ਇਹਦੇ ਵਿੱਚ ਸਰੂਪ ਚੰਦ ਵੀ ਆਉਂਦਾ, ਤੋ ਇਹ ਦੋਵੇਂ ਨਾਮ ਉਹਨਾਂ ਦੇ ਵਾਸਤੇ ਹੀ ਵਰਤੇ ਗਏ ਹਨ। ਤੋ ਆਪ ਜੀ ਦਾ ਸੰਬੰਧ, ਜਿਵੇਂ ਮੈਂ ਪਹਿਲਾਂ ਦੱਸਿਆ, ਬਾਬਾ ਮੋਹਰੀ ਜੀ ਦੇ ਖਾਨਦਾਨ ਦੇ ਨਾਲ ਜੁੜਦਾ ਹੈ, ਤੇ ਇਹ 9ਵੀਂ ਪੁਸ਼ਤ ਕਹੀ ਜਾਂਦੀ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ। ਆਪ ਦੇ ਨਿੱਜੀ ਜੀਵਨ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ। ਵਿਦਵਾਨਾਂ ਨੇ ਇਹਨਾਂ ਦੇ ਜਨਮ ਦਾ ਜਿਹੜਾ ਸਾਲ ਨਿਰਧਾਰਿਤ ਕੀਤਾ ਉਹ ਸਨ 1744 ਈਸਵੀ, ਗੋਇੰਦਵਾਲ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ, ਤੇ ਪਿਤਾ ਜੀ ਦਾ ਨਾਮ ਬਾਬਾ ਬਾਹੜ ਮਲ ਦੱਸਿਆ ਜਾਂਦਾ ਹੈ। ਤੋ ਜਿਵੇਂ ਕਿ ਆਪਾਂ ਇਹਨਾਂ ਦੇ ਆਪਣੇ ਨਾਮ ਤੋਂ ਤੇ ਇਹਨਾਂ ਦੇ ਪਿਤਾ ਜੀ ਦੇ ਨਾਮ ਤੋਂ ਬਾਬਾ ਬਾਹੜ ਮਲ, ਇਹ ਜਦੋਂ ਬੰਸਾਵਲੀ ਇਹਨਾਂ ਦੀ ਪੂਰੀ ਦੇਖਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਗੁਰੂ ਅਮਰਦਾਸ ਪਾਤਸ਼ਾਹ ਤੋਂ ਲੈ ਕੇ ਬਾਬਾ ਸਰੂਪ ਦਾਸ ਭੱਲਾ ਤੱਕ, ਹਾਲਾਂਕਿ 1744 ਵਿੱਚ ਇਹਨਾਂ ਦਾ ਜਨਮ ਹੋਇਆ ਹੈ, ਤੇ ਆਪਾਂ ਕਹੀਏ ਕਿ ਸਨ 1800 ਤੱਕ ਜਿਹੜਾ ਹੈ ਇਹਨਾਂ ਦਾ ਜੀਵਨ ਜ਼ਰੂਰ ਰਿਹਾ ਹੋਵੇਗਾ। ਤੋ ਜਦ ਕਿ ਖਾਲਸੇ ਦੀ ਸਥਾਪਨਾ ਜਿਹੜੀ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਵਿੱਚ ਕਰ ਦਿੱਤੀ ਸੀ। ਤੋ ਇਸ ਤਰ੍ਹਾਂ 100 ਸਾਲ ਦਾ ਹੀ ਵਕਫਾ ਲੰਘ ਗਿਆ, ਪਰ ਜਿਹਦੇ ਚ ਇਹਨਾਂ ਦੀਆਂ 3 ਜਾਂ 4 ਪੁਸ਼ਤਾਂ ਨੇ ਉਸ ਟਾਈਮ ਦੇ ਵਿੱਚ ਰਹੀਆਂ ਹੋਣਗੀਆਂ, ਪਰ ਇਹ ਅੰਮ੍ਰਿਤਧਾਰੀ ਨਹੀਂ ਸਨ ਹੋਈਆਂ। ਕੇਵਲ ਬਾਬਾ ਸਰੂਪ ਦਾਸ ਭੱਲਾ ਜੀ ਦੀ ਹੀ ਜਿਹੜੀ ਸੰਤਾਨ ਸੀ ਅੱਗੋਂ, ਉਹ ਜਾਪਦਾ ਹੈ ਕਿ ਉਹਨਾਂ ਨੇ ਸਿੱਖੀ ਰੂਪ ਨੂੰ, ਸਿੱਖੀ ਨਾਵਾਂ ਨੂੰ ਅਖਤਿਆਰ ਕਰ ਲਿਆ, ਸ਼ਾਇਦ ਅੰਮ੍ਰਿਤ ਵੀ ਛਕਿਆ ਹੋਏਗਾ। ਤੋ ਇਸ ਤੋਂ ਹੀ ਸਾਨੂੰ ਥੋੜਾ ਜਿਹਾ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਸ ਖਾਨਦਾਨ ਦਾ, ਬਾਬਾ ਮੋਹਰੀ ਜੀ ਦੇ ਖਾਨਦਾਨ ਦਾ ਅੱਗੋਂ ਸਿੱਖੀ ਦੇ ਪ੍ਰਤੀ ਕੀ ਨਜ਼ਰੀਆ ਸੀ, ਕਿਉਂਕਿ 100 ਸਾਲ ਬੀਤਣ ਦੇ ਬਾਅਦ, ਲਗਭਗ ਜਾਂ 80-90 ਸਾਲ ਬੀਤਣ ਦੇ ਬਾਅਦ ਉਹਨਾਂ ਨੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਸਮਝੀ ਹੋਏਗੀ। ਤੇ ਦੂਜਾ, ਜਿਵੇਂ ਇਹਨਾਂ ਨੇ ਦੱਸਿਆ ਔਰ ਜਿਵੇਂ ਇਸ ਪੁਸਤਕ ਦੇ ਵਿੱਚ ਬਾਰ-ਬਾਰ ਸਾਨੂੰ ਦੇਖਣ ਨੂੰ ਮਿਲਦਾ ਹੈ, ਇਹਦੇ ਵਿੱਚ ਬਾਬਾ ਪ੍ਰਿਥੀ ਚੰਦ ਜੀ, ਮਹਾਦੇਵ ਜੀ, ਧੀਰਮਲ ਜੀ, ਰਾਮ ਰਾਏ, ਇਹਨਾਂ ਸਾਰਿਆਂ ਦੇ ਪਰਿਵਾਰਾਂ ਨਾਲ ਜਾਪਦਾ ਹੈ ਕਿ ਆਪਦੇ ਬਹੁਤ ਚੰਗੇ ਸੰਬੰਧ ਸਨ, ਕਿਉਂਕਿ ਇਹਨਾਂ ਨੇ ਬਾਰ-ਬਾਰ ਉਹਨਾਂ ਨੂੰ ਚੰਗੀ ਰੌਸ਼ਨੀ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਕਈ ਥਾਵਾਂ ਦੇ ਉੱਤੇ ਉਹ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਜਿਹੜਾ ਕਿ ਸਪਸ਼ਟ ਹੀ ਦਿਸਦਾ ਹੈ ਕਿ ਐਸਾ ਹੋ ਨਹੀਂ ਸਕਦਾ, ਪਰ ਫਿਰ ਵੀ ਇਹਨਾਂ ਨੇ ਕੋਸ਼ਿਸ਼ ਸਾਰੇ ਪੁਸਤਕ ਦੇ ਵਿੱਚ ਕੀਤੀ ਹੈ। ਤੋ ਦੂਜੀ ਗੱਲ ਇਹਨਾਂ ਦੀ ਜੋ ਖਾਸ ਸਾਨੂੰ ਲੱਗਦੀ ਹੈ ਕਿ ਇਹ ਪੂਰੇ 3 ਭਾਗਾਂ ਦੇ ਵਿੱਚ ਹੀ ਇਹ ਨਜ਼ਰ ਪੈਂਦੀ ਹੈ ਕਿ ਬਾਰ-ਬਾਰ ਹਰ ਮੁੱਖ ਘਟਨਾ ਜਿਹੜੀ ਇਹਨਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਵਾਲੀ ਦੱਸੀ ਹੈ, ਉਹਦੇ ਵਿੱਚ ਇਹਨਾਂ ਨੇ ਆਪਣੇ ਖਾਨਦਾਨ ਦਾ ਰੋਲ ਬੜੇ ਚੰਗੇ ਸ਼ਬਦਾਂ ਦੇ ਵਿੱਚ ਔਰ ਬੜਾ ਪ੍ਰੋਮੀਨੈਂਟ ਔਰ ਇੰਪੋਰਟੈਂਟ ਬਣਾ ਕੇ ਦੱਸਿਆ। ਤੋ ਖਾਸ ਕਰਕੇ ਜਦੋਂ ਗੁਰਿਆਈ ਇੱਕ ਗੁਰੂ ਸਾਹਿਬਾਨ ਆਪਣੇ ਜਾਨਸ਼ੀਨ ਨੂੰ ਦਿੰਦੇ ਸਨ, ਤਾਂ ਇਹਨਾਂ ਦੇ ਮੁਤਾਬਕ ਇਹ ਤਕਰੀਬਨ ਹਮੇਸ਼ਾ ਹੀ ਗੁਰੂ ਸਾਹਿਬ ਇਸ ਖਾਨਦਾਨ ਦੇ ਜੋ ਪ੍ਰਮੁੱਖ ਸਨ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਸਲਾਹ ਕੀਤੇ ਬਿਨਾਂ ਨਹੀਂ ਸਨ ਦਿੰਦੇ, ਜਿਵੇਂ ਇਹਨਾਂ ਨੇ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਗੱਲ ਬੜੀ ਅਜੀਬ ਜਿਹੀ ਲੱਗਦੀ ਹੈ, ਕਿਉਂਕਿ ਭਾਈ ਗੁਰਦਾਸ ਜੀ ਨੇ ਬਾਬਾ ਮੋਹਰੀ ਜੀ ਦਾ ਜ਼ਿਕਰ ਵੀ ਜਦੋਂ ਕੀਤਾ ਹੈ ਤੇ ਉਹ ਬਹੁਤ ਉਹਨਾਂ ਦੇ ਸ਼ਰਧਾਲੂ ਸਿੱਖਾਂ ਜਾਂ ਸ਼ਰਧਾਵਾਨ ਸਿੱਖਾਂ, ਸਿਦਕਵਾਨ ਸਿੱਖਾਂ ਦੇ ਵਿੱਚ ਨਹੀਂ ਕੀਤਾ, ਸਗੋਂ ਆਕੀਆਂ ਤੇ ਵਿਰੋਧੀਆਂ ਦੇ ਨਾਲ ਹੀ ਇਹਨਾਂ ਦਾ ਜ਼ਿਕਰ ਕੀਤਾ। ਪਰ ਸਰੂਪਦਾਸ ਜੀ ਨੇ ਆਪਣੇ ਸਾਰੇ ਪੁਰਖਿਆਂ ਨੂੰ ਗੁਰੂ ਦਰਬਾਰ ਦੇ ਵਿੱਚ ਬਹੁਤ ਸਤਿਕਾਰਤ ਹਸਤੀਆਂ, ਬੜੀਆਂ ਉੱਚੀਆਂ ਹਸਤੀਆਂ ਦੇ ਤੌਰ ਦੇ ਉੱਤੇ ਉਹ ਪੇਸ਼ ਕੀਤਾ। ਜਦੋਂ ਅਸੀਂ ਇਸ ਪੁਸਤਕ ਸਾਰੀ ਨੂੰ ਪੜ੍ਹਦੇ ਹਾਂ ਤਾਂ ਕੁਝ ਚੀਜ਼ਾਂ ਸਾਨੂੰ ਪਤਾ ਲੱਗ ਜਾਂਦੀਆਂ ਨੇ। ਹਾਲਾਂਕਿ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ ਕਿ ਬਾਬਾ ਸਰੂਪ ਚੰਦ ਦੀ ਸਿੱਖਿਆ ਕਿਸ ਤਰ੍ਹਾਂ ਦੀ, ਕਿਹਨਾਂ ਭਾਸ਼ਾਵਾਂ ਦੀ, ਕਿੱਥੋਂ ਹੋਈ, ਪਰ ਇਹ ਪਤਾ ਲੱਗ ਜਾਂਦਾ ਹੈ ਕਿ ਕਿਉਂਕਿ ਕਵਿਤਾ ਇਹਨਾਂ ਨੇ ਸਾਰੀ ਬ੍ਰਿਜ ਭਾਸ਼ਾ ਵਿੱਚ ਲਿਖੀ ਹੈ, ਪਰ ਇਹ ਬ੍ਰਿਜ ਭਾਸ਼ਾ ਕਾਫੀ ਸਾਦੀ ਬ੍ਰਿਜ ਭਾਸ਼ਾ ਹੈ। ਇਹਨੂੰ ਪੰਜਾਬੀ ਨੁਮਾ ਬ੍ਰਿਜ ਭਾਸ਼ਾ ਅਸੀਂ ਕਹਿ ਸਕਦੇ ਹਾਂ। ਇਹਨੂੰ ਸਮਝਣ ਵਿੱਚ ਇੱਕ ਪੰਜਾਬੀ ਪੜ੍ਹੇ ਲਿਖੇ ਨੂੰ ਕੋਈ ਦਿੱਕਤ ਨਹੀਂ ਆਉਂਦੀ। ਜਿਵੇਂ ਕਿ ਅਸੀਂ ਪਿਛਲੀਆਂ ਪੁਸਤਕਾਂ ਦੀ ਗੱਲ, ਜਦੋਂ ਗੁਰਬਿਲਾਸਾਂ ਦੀ ਗੱਲ ਕੀਤੀ ਹੈ, ਤਾਂ ਉਹਨਾਂ ਦੇ ਵਿੱਚ ਗੂੜ ਬ੍ਰਿਜ ਭਾਸ਼ਾ ਵਰਤੀ ਗਈ ਹੈ, ਇੱਥੇ ਉਹ ਬ੍ਰਿਜ ਭਾਸ਼ਾ ਨਹੀਂ ਵਰਤੀ ਗਈ, ਜਿਸ ਤੋਂ ਇਹ ਜਾਪਦਾ ਹੈ ਕਿ ਇਹਨਾਂ ਦੀ ਸਿੱਖਿਆ ਪੰਜਾਬ ਦੇ ਵਿੱਚ ਹੀ ਹੋਈ, ਪਾਲਣ ਪੋਸ਼ਣ ਵੀ ਪੰਜਾਬ ਦੇ ਵਿੱਚ ਹੀ ਹੋਇਆ, ਸ਼ਾਇਦ ਗੋਇੰਦਵਾਲ ਸਾਹਿਬ ਵਿੱਚ ਹੀ ਹੋਇਆ ਹੋਏਗਾ, ਜਿੱਥੇ ਇਹਨਾਂ ਦਾ ਖਾਨਦਾਨ ਵੱਡੀ ਗਿਣਤੀ ਦੇ ਵਿੱਚ ਸੈਟਲਡ ਅੱਜ ਤੱਕ ਹੈ। ਤੋ
ਨਾਲ ਇਹਨਾਂ ਦੀ ਵਿੱਦਿਆ ਜਿਹੜੀ ਹੈ ਉਹ ਬ੍ਰਿਜ ਭਾਸ਼ਾ ਤੋਂ ਇਲਾਵਾ ਸੰਸਕ੍ਰਿਤ, ਫਾਰਸੀ, ਅਰਬੀ ਇਹਨਾਂ ਨੂੰ ਵੀ ਪੜ੍ਹੇ ਹੋਏ ਸਨ, ਤੇ ਸ਼ਬਦਾਵਲੀ ਇਹਨਾਂ ਦੀ ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਮਿਲਾ ਕੇ ਲੋੜ ਦੇ ਮੁਤਾਬਕ ਜਿਵੇਂ ਲੋੜ ਪੈਂਦੀ ਸੀ ਉਦਾਂ ਇਹਨਾਂ ਨੇ ਵਰਤੀ ਹੈ। ਜਿੱਥੇ ਲੋੜ ਸੀ ਉੱਥੇ ਇਸਲਾਮਿਕ ਸ਼ਬਦਾਵਲੀ ਵਰਤੀ ਹੈ, ਤੇ ਜਿੱਥੇ ਸਨਾਤਨ ਸ਼ਬਦਾਵਲੀ ਦੀ ਲੋੜ ਪੈਂਦੀ ਹੈ ਉੱਥੇ ਸਨਾਤਨ ਸ਼ਬਦਾਵਲੀ ਵਰਤੀ ਹੈ। ਚੰਗੇ ਕਵੀ ਹਨ, ਕਵਿਤਾ ਦਾ ਪੱਧਰ ਚੰਗਾ ਹੈ, ਪਰ ਇੱਥੇ ਇੱਕ ਹੋਰ ਫਰਕ ਸਾਨੂੰ ਨਜ਼ਰ ਆ ਜਾਂਦਾ ਹੈ ਕਿ ਜਿਵੇਂ ਪਹਿਲਾਂ ਅਸੀਂ ਗੁਰਬਿਲਾਸਾਂ ਬਾਰੇ ਗੱਲ ਕੀਤੀ ਹੈ, ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਛੰਦਾਬੰਦੀ ਦੇ ਵਿੱਚ ਬਹੁਤ ਸਾਰੇ ਛੰਦ ਵਰਤੇ ਗਏ ਹਨ। ਇਹਦੇ 'ਚ ਵੀ ਵਰਤੇ ਗਏ ਹਨ ਪਰ ਓਨਾ ਜ਼ੋਰ ਨਹੀਂ ਹੈ। 90-95% ਜਿਹੜੇ ਇਹਦੇ ਵਿੱਚ ਵਰਤੇ ਗਏ ਹਨ ਉਹ ਦੋਹਰੇ ਤੇ ਸਵਈਏ ਜਾਂ ਇਸ ਕਿਸਮ ਦੀਆਂ ਜਿਹੜੀਆਂ ਚੌਪਈਆਂ ਦੇ ਵਿੱਚ ਹੀ ਇਹਨਾਂ ਨੇ 90-95% ਆਪਣੀ ਰਚਨਾ ਕੀਤੀ ਹੈ। ਕਿਤੇ ਕਿਤੇ ਸਾਨੂੰ ਦੂਜੇ ਛੰਦਾਂ ਦਾ ਦਰਸ਼ਨ ਹੋ ਜਾਂਦਾ ਹੈ, ਅਦਰਵਾਈਜ਼ ਸਾਨੂੰ ਕੋਈ ਹੋਰ ਕਿਸੇ ਛੰਦ ਦੇ ਦਰਸ਼ਨ ਨਹੀਂ ਹੁੰਦੇ। ਬਾਕੀ ਆਮ ਤੌਰ ਦੇ ਉੱਤੇ ਸਾਦੇ ਛੰਦ ਜਿਨ੍ਹਾਂ ਨੂੰ ਅਸੀਂ ਦੋਹਰੇ ਚੌਪਾਈਆਂ ਤੇ ਸਵਈਏ ਆਮ ਵਰਤੇ ਜਾਣ ਵਾਲੇ ਜਾਂ ਸੋਰਠੇ, ਇਹ ਜਿਹੜੇ ਆਮ ਸਾਨੂੰ ਪੁਰਾਣੀ ਕਵਿਤਾ ਦੇ ਵਿੱਚ ਮਿਲਦੇ ਹਨ ਉਹਨਾਂ ਛੰਦਾਂ ਦੇ ਵਿੱਚ ਹੀ ਸਾਨੂੰ ਇਹ ਮਿਲਦੀ ਹੈ। ਤੋ ਕਵਿਤਾ ਆਪਣੇ ਆਪ ਵਿੱਚ ਚੰਗੀ ਕਵਿਤਾ ਦੇ ਗੁਣ ਹਨ। ਤੋ ਇਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੇ ਜ਼ਰੂਰ ਚੰਗੀ ਵਿੱਦਿਆ ਹਾਸਲ ਕੀਤੀ ਹੋਵੇਗੀ, ਤੇ ਗਿਆਨ ਦੇ ਵਿੱਚ ਇਹਨਾਂ ਦੇ, ਜਿਵੇਂ ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ ਕਿ ਇਹ ਸਨਾਤਨ ਗ੍ਰੰਥਾਂ, ਇਸਲਾਮੀ ਗ੍ਰੰਥਾਂ ਤੇ ਪੌਰਾਣਿਕ ਸਾਹਿਤ ਦਾ ਇਹਨਾਂ ਨੂੰ ਬਹੁਤ ਚੰਗਾ ਗਿਆਨ ਹੈ, ਕਿਉਂਕਿ ਇਹਨਾਂ ਦੀ ਸ਼ਬਦਾਵਲੀ ਵਿੱਚ, ਇਹਨਾਂ ਦੀਆਂ ਕਹਾਣੀਆਂ ਵਿੱਚ ਉਹਦੀ ਟੱਚ ਸਾਨੂੰ ਜ਼ਰੂਰ ਮਿਲ ਜਾਂਦੀ ਹੈ। ਹਾਲਾਂਕਿ ਇਹਨਾਂ ਨੇ ਪੁਰਾਣਿਕ ਕਹਾਣੀਆਂ ਦਾ ਉਸ ਢੰਗ ਨਾਲ ਜ਼ਿਕਰ ਨਹੀਂ ਕੀਤਾ ਜਿਵੇਂ ਗੁਰਬਿਲਾਸਾਂ ਦੇ ਵਿੱਚ ਹੈ, ਪਰ ਫਿਰ ਵੀ ਦੇਵੀ ਦੇਵਤਿਆਂ ਦੇ ਨਾਲ ਇਹਨਾਂ ਦੀ ਜਿਹੜੀ ਸ਼ਰਧਾ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹਨ ਉਹ ਜਿਵੇਂ ਆਪਾਂ ਅੱਗੇ ਡਿਸਕਸ ਕਰਾਂਗੇ ਤੇ ਸਾਨੂੰ ਬਾਰ-ਬਾਰ ਉਹ ਮਿਲ ਜਾਂਦੀ ਹੈ। ਲਿਖਣ ਦਾ ਕਾਲ ਇਹਨਾਂ ਨੇ ਜੋ ਦੱਸਿਆ ਹੈ ਉਹ ਸਨ 1777 ਦਾ ਹੈ, ਜੋ ਕਿ ਠੀਕ ਹੀ ਜਾਪਦਾ ਹੈ, ਤੇ ਹੋਰ ਕੋਈ ਰਿਸਰਚ ਵੀ ਨਹੀਂ ਹੈ, ਤਾਂ ਅਸੀਂ ਇਹਨੂੰ ਹੀ ਠੀਕ ਮੰਨ ਕੇ ਚੱਲ ਰਹੇ ਹਾਂ। ਤੋ ਇੱਕ ਵਾਰੀ ਅਸੀਂ ਫਿਰ ਸਿੱਖ ਸਾਹਿਤ ਦੀ ਰਚਨਾ ਦੇ ਉਸ ਕਾਲ ਵਿੱਚ ਪਹੁੰਚ ਜਾਂਦੇ ਹਾਂ ਜਿਹੜਾ ਕਿ ਗੁਰਬਿਲਾਸਾਂ ਦਾ ਕਾਲ ਅਸੀਂ ਕਹਿੰਦੇ ਹਾਂ। ਇਹ ਮਿਸਲਾਂ ਦਾ ਕਾਲ ਤੇ ਖਾਲਸਾ ਰਾਜ ਦਾ ਕਾਲ ਹੈ। ਇਹ ਤਾਂ ਬਿਲਕੁਲ ਮਿਸਲਾਂ ਦੇ ਕਾਲ ਵਿੱਚ ਹੀ 1777 ਬਣਦਾ ਹੈ। ਬੰਸਾਵਲੀਨਾਮਾ 1769 ਦੇ ਵਿੱਚ ਲਿਖਿਆ ਗਿਆ ਹੈ। ਸੋ ਇਹ ਸਮਾਂ ਜਿਹੜਾ ਹੈ, ਇੱਕ ਤਕਰੀਬਨ 100 ਸਾਲ ਦੇ ਵਕਫੇ ਪਿੱਛੋਂ ਸਿੱਖ ਇਤਿਹਾਸ ਫਿਰ ਰਚਿਆ ਜਾਣਾ ਸ਼ੁਰੂ ਹੋਇਆ, ਜਿਹੜੀ ਕਿ ਗੱਲ ਬੜੇ ਆਸਾਨੀ ਨਾਲ ਅਸੀਂ ਸਮਝ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਾਅਦ ਬੜੇ ਔਖੇ ਵਿਖੜੇ ਸਮੇਂ ਦੇ ਵਿੱਚ ਅਸੀਂ ਰਹੇ, ਤੇ ਉਸ ਸਮੇਂ ਦੇ ਵਿੱਚ ਰਚਨਾਵਾਂ ਨਹੀਂ ਰਚੀਆਂ ਗਈਆਂ। ਸਨ 1750, 60, 70 ਤੋਂ ਬਾਅਦ ਜਦੋਂ ਹਾਲਾਤ ਥੋੜੇ ਜਿਹੇ ਪੋਲੀਟੀਕਲੀ ਸਿੱਖਾਂ ਦੇ ਹੱਥ ਵਿੱਚ ਆਣੇ ਸ਼ੁਰੂ ਹੋਏ, ਤਾਂ ਉਸ ਵੇਲੇ ਕਵੀਆਂ ਨੂੰ ਤੇ ਹੋਰਾਂ ਨੂੰ ਕੁਝ ਪੈਟਰੋਨੇਜ ਮਿਲਣੀ ਵੀ ਸ਼ੁਰੂ ਹੋਈ ਹੋਵੇਗੀ, ਤੇ ਫਿਰ ਇਹ ਸਾਹਿਤ ਰਚਿਆ ਜਾਣਾ ਸ਼ੁਰੂ ਹੋ ਗਿਆ ਹੋਵੇ। ਹੁਣ ਇਹ ਦੇਖਿਆ ਜਾਏ ਤਾਂ ਇਹ ਆਪਣੇ ਖਾਨਦਾਨ ਦੇ ਵਿੱਚੋਂ ਭਾਈ ਗੁਰਦਾਸ ਜੀ ਤੋਂ ਬਾਅਦ ਸਭ ਤੋਂ ਪ੍ਰਮੁੱਖ ਨਾਮ ਇਹਨਾਂ ਦਾ ਇੱਕ ਲੇਖਕ ਦੇ ਤੌਰ ਤੇ ਆਉਂਦਾ। ਇਸ ਤੋਂ ਬਾਅਦ ਇਹਨਾਂ ਦਾ ਇੱਕ ਭਰਾ ਵੀ ਹੈ, ਭਾਈ ਤੋਲਾ ਸਿੰਘ ਭੱਲਾ। ਫਿਰ ਉਸ ਤੋਂ ਬਾਅਦ ਇਹਨਾਂ ਦੇ ਪੁੱਤਰ ਨੇ ਵੀ, ਕਿਰਪਾ ਦਿਆਲ ਸਿੰਘ ਨੇ ਵੀ ਰਚਨਾ ਲਿਖੀ ਹੈ। ਉਸ ਤੋਂ ਅੱਗੇ ਕਈਆਂ ਨੇ ਇਹ ਪੁਸਤਕਾਂ ਦੀ ਰਚਨਾ ਕੀਤੀ ਆ, ਤੇ ਇੱਕ ਪ੍ਰਮੁੱਖ ਨਾਮ ਇਹਨਾਂ ਦੇ ਖਾਨਦਾਨ ਦੇ ਵਿੱਚੋਂ, ਇਹਨਾਂ ਦੀ ਸੰਤਾਨ ਵਿੱਚੋਂ ਬਾਬਾ ਸੁਮੇਰ ਸਿੰਘ ਦਾ ਆਉਂਦਾ ਹੈ, ਜਿਨ੍ਹਾਂ ਦੇ ਨਾਲ ਹੋਰ ਵੀ ਕੁਝ ਗੱਲਾਂ ਸੰਬੰਧਿਤ ਹਨ, ਜਿਹੜੇ ਕਿ ਪਟਨਾ ਸਾਹਿਬ ਦੇ ਮਹੰਤ ਰਹੇ ਪਿੱਛੋਂ ਜਾ ਕੇ, ਤੇ ਉਹਨਾਂ ਨੇ ਕੁਝ ਪੁਸਤਕਾਂ ਵੀ ਲਿਖੀਆਂ। ਤੋ ਇਸ ਤਰ੍ਹਾਂ ਭੱਲਾ ਖਾਨਦਾਨ ਦੇ ਵਿੱਚ ਕਾਫੀ ਲੇਖਕ ਹੋਏ ਹਨ, ਜਿਨ੍ਹਾਂ ਨੇ ਸਾਨੂੰ ਕਾਫੀ ਵਡਮੁੱਲੀਆਂ ਪੁਸਤਕਾਂ ਦਿੱਤੀਆਂ। ਹਾਲਾਂਕਿ ਅਸੀਂ ਉਹਨਾਂ ਦਾ ਉਸ ਤਰ੍ਹਾਂ ਮੁੱਲ ਨਹੀਂ ਪਾਇਆ, ਤੇ ਨਾ ਹੀ ਅਸੀਂ ਉਹਨਾਂ ਦਾ ਉੱਦਾਂ ਅਧਿਐਨ ਕੀਤਾ, ਕਿਉਂਕਿ ਅਧਿਐਨ ਕਰਨ ਨਾਲ ਹੀ ਕਿਸੇ ਪੁਸਤਕ ਦੇ ਬਾਰੇ ਅਸੀਂ ਕੋਈ ਰਾਏ ਸਹੀ ਅਰਥਾਂ ਵਿੱਚ ਬਣਾ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਸ ਪੁਸਤਕ ਦੇ ਉੱਤੇ ਵੀ ਕੋਈ ਖਾਸ ਰਿਸਰਚਸ ਅਸੀਂ ਨਹੀਂ ਕੀਤੀਆਂ ਹਾਲੇ ਤੱਕ। ਸਿਰਫ ਅਸੀਂ ਕੋਟ ਕਰਨ ਲਈ ਇੱਕ ਪੁਸਤਕ ਰੱਖੀ ਹੋਈ ਹੈ, ਜਿਹਦੇ ਵਿੱਚੋਂ ਜਿਹੜੇ ਇਤਿਹਾਸਕਾਰ ਨੂੰ ਜੋ ਮਨ ਭਾਉਂਦਾ ਹੁੰਦਾ ਉਹਨੂੰ ਕੱਢ ਕੇ ਉਹ ਕੋਟ ਕਰ ਲੈਂਦਾ, ਪਰ ਸਮੁੱਚੇ ਤੌਰ ਤੇ ਇਹਦੀ ਇਵੈਲੂਏਸ਼ਨ, ਐਨਾਲਿਸਿਸ ਅਸੀਂ ਅੱਜ ਤੱਕ ਨਹੀਂ ਕੀਤਾ। ਤੋ ਜੇ ਇਹ ਪੂਰੇ ਪੁਸਤਕਾਂ ਜਿੰਨੀਆਂ ਹੈਗੀਆਂ ਨੇ, ਜਿੰਨਾ ਕੁ ਹੁਣ ਤੱਕ ਮੈਂ ਪੜ੍ਹਿਆ, ਉਹਨੂੰ ਅਗਰ ਆਧਾਰ ਬਣਾਈਏ, ਤਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਇਹਨਾਂ ਦਾ ਹਿੰਦੂ ਗ੍ਰੰਥਾਂ ਦਾ ਤੇ ਇਤਿਹਾਸ ਦਾ ਅਧਿਐਨ ਕਾਫੀ ਚੰਗਾ ਸੀ। ਗੁਰਬਾਣੀ ਦਾ ਗਿਆਨ ਵੀ ਇਹਨਾਂ ਨੂੰ ਸੀ, ਕਿਉਂਕਿ ਗੁਰਬਾਣੀ ਕਾਫੀ ਥਾਵਾਂ ਤੇ ਕੋਟ ਵੀ ਕੀਤੀ, ਖਾਸ ਕਰਕੇ ਪਹਿਲੇ ਭਾਗ ਵਿੱਚ ਤਾਂ ਬਹੁਤ ਜ਼ਿਆਦਾ ਕੋਟ ਕੀਤੀ, ਤੇ ਉਹਦੇ ਅਰਥ ਵੀ ਕੀਤੇ ਹਨ।
ਜਿਸ ਨੂੰ ਇਹ ਪਰਮਾਰਥ ਕਹਿੰਦੇ ਹਨ। ਪਰ ਕਿਉਂਕਿ ਸਾਡੇ ਕੋਲ ਤਾਂ ਸੋਧੇ ਹੋਏ ਰੂਪ ਵਿੱਚ ਹੀ ਛਪਿਆ ਮਿਲਦਾ ਹੈ। ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਹਨ ਕਿ ਜੋ ਇਹਨਾਂ ਦੇ ਖਰੜੇ ਮਿਲਦੇ ਹਨ, ਉਹਨਾਂ ਦੇ ਵਿੱਚ ਅਨੇਕਾਂ ਹੀ ਗਲਤੀਆਂ ਹਨ ਗੁਰਬਾਣੀ ਦੀਆਂ, ਤੇ ਉਹ ਆਪ ਕਹਿ ਰਹੇ ਹਨ ਕਿ ਕਈ ਗਲਤੀਆਂ ਛਾਪਿਆਂ ਦੇ ਵਿੱਚ ਵੀ ਆ ਚੁੱਕੀਆਂ ਹਨ, ਤੇ ਉਹਨਾਂ ਨੇ ਜਿੱਥੇ ਜਿੱਥੇ ਕੋਟ ਕੀਤਾ ਗੁਰਬਾਣੀ ਨੂੰ, ਉਹਨੂੰ ਠੀਕ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਹਨੂੰ ਕੰਪੇਅਰ ਕਰਕੇ ਤੇ ਫਿਰ ਕੋਟ ਕੀਤਾ। ਤੋ ਇਹਨਾਂ ਦੇ ਉੱਤੇ ਸਨਾਤਨੀ ਪ੍ਰਭਾਵ ਬਹੁਤ ਪ੍ਰਬਲ ਸਨ, ਸਿੱਖੀ ਦੇ ਪ੍ਰਭਾਵ ਵੀ ਸਨ, ਹਾਲਾਂਕਿ ਉਨੇ ਪ੍ਰਬਲ ਨਹੀਂ ਸਨ, ਪਰ ਗੁਰਬਾਣੀ ਦੇ ਗਿਆਤਾ ਵੀ ਸਨ। ਤੇ ਅਸੀਂ ਜਿਵੇਂ ਸਿੰਘ ਸਭਾ ਲਹਿਰ ਦੇ ਆਰੰਭ ਤੱਕ ਅਸੀਂ ਇੱਕ ਟਰਮ ਸੁਣਦੇ ਹਾਂ ਕਿ ਇਹ ਸਨਾਤਨੀ ਸਿੱਖ ਸਨ, ਅਸੀਂ ਇਹਨਾਂ ਨੂੰ ਉਸ ਕੈਟਾਗਰੀ ਦੇ ਵਿੱਚ ਹੀ ਰੱਖ ਸਕਦੇ ਹਾਂ। ਤੋ ਸਨਾਤਨੀ ਸਿੱਖਾਂ ਦਾ ਸਾਡੇ ਉੱਤੇ ਕਾਫੀ ਪ੍ਰਭਾਵ ਰਿਹਾ ਹੈ, ਤੇ ਸਨਾਤਨੀ ਸਿੱਖਾਂ ਦੇ ਰਚੇ ਹੋਏ ਲਿਟਰੇਚਰ ਦਾ ਸਾਡੇ ਉੱਤੇ ਕਾਫੀ ਅੱਜ ਤੱਕ ਪ੍ਰਭਾਵ ਚੱਲ ਰਿਹਾ ਹੈ। ਸੋ ਇਸੇ ਪਰੰਪਰਾ ਦੇ ਵਿੱਚ ਅਸੀਂ ਮਹਿਮਾ ਪ੍ਰਕਾਸ਼ ਨੂੰ, ਗਿਆਨ ਰਤਨਾਵਲੀ ਤੇ ਹੋਰ ਵੀ ਕਈ ਜਿਹੜੇ ਇਤਿਹਾਸਕ ਪੁਸਤਕਾਂ ਹਨ, ਉਹਨਾਂ ਨੂੰ ਰੱਖ ਸਕਦੇ ਹਾਂ। ਤੇ ਅੱਜ 20ਵੀਂ ਛੱਡ ਕੇ 21ਵੀਂ ਸਦੀ ਤੱਕ ਇਹ ਜਿਹੜੀ ਹੈਗੀ ਆ, ਇਹ ਪਰੰਪਰਾ ਪੂਰੀ ਤਰ੍ਹਾਂ ਚੱਲ ਰਹੀ ਹੈ। ਤੋ ਇਹ ਸਨਾਤਨੀ ਸਿੱਖ ਪਰੰਪਰਾ ਦੀ ਜਿਹੜੀ ਸਾਹਿਤ ਹੈ, ਉਹਦੇ ਅਸੀਂ ਇਹਨਾਂ ਨੂੰ ਮੁੱਢਲੇ ਲੇਖਕਾਂ ਦੇ ਵਿੱਚ ਰੱਖ ਸਕਦੇ ਹਾਂ, ਜਿਨ੍ਹਾਂ ਨੇ ਇਸ ਪਰੰਪਰਾ ਨੂੰ ਸ਼ੁਰੂ ਕੀਤਾ ਔਰ ਜੋ ਅੱਜ ਤੱਕ ਚੱਲ ਰਹੀ ਹੈ। ਤੋ ਹੁਣ ਆਪਾਂ ਜਿਹੜਾ ਮੂਲ ਖਰੜਾ ਹੈ ਜਿਹਦੀ ਅਸੀਂ ਗੱਲ ਕਰਨੀ ਹੈ, ਮਹਿਮਾ ਪ੍ਰਕਾਸ਼ ਦਾ ਦੂਜਾ ਭਾਗ ਤੇ ਉਹਦਾ ਪਹਿਲਾ ਹਿੱਸਾ, ਜਿਹਦੇ ਵਿੱਚ ਇਹ ਸਾਖੀਆਂ ਸ਼ੁਰੂ ਹੁੰਦੀਆਂ ਹਨ। ਗੁਰੂ ਅੰਗਦ ਦੇਵ ਪਾਤਸ਼ਾਹ ਦੀ ਪਾਤਸ਼ਾਹੀ ਦੂਜੀ ਦੀਆਂ ਸਾਖੀਆਂ ਇਹਨਾਂ ਨੇ ਦਿੱਤੀਆਂ ਹਨ। ਤੋ ਉਹਦੇ ਵਿੱਚ ਦੂਜੇ ਪਾਤਸ਼ਾਹ ਦੇ ਨਾਲ ਇਹਨਾਂ ਦੀਆਂ ਸਾਖੀਆਂ ਜੋ ਇਹਨਾਂ ਨੇ ਗਿਣਤੀ ਦਿੱਤੀ ਹੈ 16 ਸਾਖੀਆਂ। ਤੋ ਇਹਦੇ ਵਿੱਚ ਜੋ ਜਿੱਥੋਂ ਤੱਕ ਬਾਬਾ ਲਹਿਣਾ ਜੀ ਦਾ ਜਾਂ ਗੁਰੂ ਅੰਗਦ ਦੇਵ ਸਾਹਿਬ ਦਾ ਗੁਰਿਆਈ ਤੋਂ ਪਹਿਲਾਂ ਦਾ ਸਮਾਂ ਹੈ, ਉਹ ਪਹਿਲੀ ਜਿਲਦ ਦੇ ਵਿੱਚ ਦੱਸ ਦਿੱਤਾ ਗਿਆ, ਕਿਉਂਕਿ ਉਹਨਾਂ ਦੀ ਗੁਰਿਆਈ ਦਾ ਵੀ ਜਿਹੜਾ ਸਾਰਾ ਬਿਰਤਾਂਤ ਹੈ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦੇ ਉੱਤੇ ਦਿੱਤਾ ਗਿਆ ਹੈ। ਇੱਥੇ ਸਾਖੀ ਸ਼ੁਰੂ ਹੁੰਦੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਜਾਂਦੇ ਹਨ, ਤੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਉਹਨਾਂ ਦੇ ਹੁਕਮ ਨਾਲ ਖਡੂਰ ਦੇ ਵਿੱਚ ਜਾ ਕੇ ਵਸ ਜਾਂਦੇ। ਤਾਂ ਅਸੀਂ ਆਮ ਇੱਕ ਸਾਖੀ ਸੁਣਦੇ ਹਾਂ ਕਿ ਜਦੋਂ ਸਤਿਗੁਰੂ ਜੀ ਖਡੂਰ ਸਾਹਿਬ ਗਏ ਤੇ ਉਹਨਾਂ ਦਾ ਮਨ ਸਤਿਗੁਰੂ ਜੀ ਦੇ ਵਿਛੋੜੇ ਦੇ ਵਿੱਚ, ਬਿਰਹਾ ਦੇ ਵਿੱਚ ਕਾਫੀ ਵਿਆਕੁਲ ਸੀ। ਤੇ ਇੱਕ ਸ਼ਲੋਕ ਉਹਨਾਂ ਨੇ ਉੱਥੇ ਉਹਨਾਂ ਦੇ ਜਿਨ੍ਹਾਂ ਨਾਲ ਕਾਫੀ ਪਿਆਰ ਸੀ, ਮਾਤਾ ਭਰਾਈ ਜੀ ਦਾ ਨਾਲ, ਉਹਨਾਂ ਕੋਲ ਗਏ ਤਾਂ ਉੱਥੇ ਉਹਨਾਂ ਨੇ ਉਹਨਾਂ ਦੇ ਘਰ ਦੇ ਵਿੱਚ ਨਿਵਾਸ ਕੀਤਾ, ਆਪਣੇ ਘਰ ਵਿੱਚ ਨਹੀਂ ਗਏ। ਤੇ ਉੱਥੇ ਜਾ ਕੇ ਉਹ ਸ਼ਲੋਕ ਅਸੀਂ ਅਕਸਰ ਸੁਣਦੇ ਹਾਂ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਦੇ ਨਾਲ ਆਪਣੇ ਮਨ ਦੀ ਵਿਥਿਆ ਬਿਆਨ ਕੀਤੀ ਕਿ ਜਿਸ ਪਿਆਰੇ ਸੇ ਉਹਨੇ ਤਿਸ ਆਗਿਆ ਮਰ ਚੱਲੀ ਹੈ। ਤੇ ਉਹ ਸੁਣਾ ਕੇ ਆਪਣੇ ਮਨ ਦੀ ਬਿਰਥਾ ਉਹਨਾਂ ਨੂੰ ਦੱਸੀ, ਤੇ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਘਰ ਦਾ ਬੂਹਾ ਬੰਦ ਕਰ ਦਿਓ, ਇਸ ਕਮਰੇ ਦਾ ਬੂਹਾ ਬੰਦ ਕਰ ਦਿਓ, ਤੇ ਮੈਂ ਅੰਦਰ ਰਵਾਂਗਾ ਕੁਝ ਸਮਾਂ। ਤੇ ਅੰਦਰ ਉਹ ਜਦੋਂ ਰਹਿਣ ਲੱਗੇ ਤੇ ਉਹਨਾਂ ਨੇ ਕਿਹਾ ਕਿ ਦਰਵਾਜ਼ੇ ਨੂੰ ਇਸ ਢੰਗ ਨਾਲ ਬੰਦ ਕਰ ਦਿਓ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇੱਥੇ ਦਰਵਾਜ਼ਾ ਹੈ। ਤਾਂ ਇਹ ਲਿਖਦੇ ਹਨ ਕਿ ਦਰਵਾਜ਼ਾ ਬੰਦ ਕਰਕੇ ਮਾਤਾ ਜੀ ਨੇ ਉਹਦੇ ਉੱਤੇ ਲੇਪ ਕਰ ਦਿੱਤਾ ਤਾਂ ਕਿ ਪਤਾ ਨਾ ਲੱਗੇ। ਹੁਣ ਇੱਥੇ ਇੱਕ ਗੱਲ ਜਿਹੜੀ ਲਿਖਦੇ ਹਨ, ਉਹ ਅਕਸਰ ਬਹੁਤ ਸਾਰੇ ਸਾਨੂੰ ਇਤਿਹਾਸਕਾਰਾਂ ਨੇ ਵੀ ਲਿਖੀ ਹੈ, ਜਿਹੜੀ ਕਿ ਪਤਾ ਨਹੀਂ ਕਿੰਨੀ ਕੁ ਠੀਕ ਹੈ ਕਿੰਨੀ ਕੁ ਗਲਤ ਹੈ। ਕਹਿੰਦੇ ਹਨ ਕਿ 6 ਮਹੀਨੇ ਸਤਿਗੁਰੂ ਜੀ ਕਮਰੇ ਵਿੱਚੋਂ ਨਹੀਂ ਨਿਕਲੇ, ਤੇ ਜਦੋਂ ਨਹੀਂ ਨਿਕਲੇ ਤਾਂ ਫਿਰ ਉਸ ਤੋਂ ਬਾਅਦ ਸੰਗਤਾਂ ਬੜੀਆਂ ਵਿਆਕੁਲ ਸਨ, ਤੇ ਉਹਨਾਂ ਨੇ ਮੁਖੀ ਸਿੱਖਾਂ ਨੂੰ, ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਜਿਹੜੇ ਸਨ ਉਹ ਬਾਬਾ ਬੁੱਢਾ ਜੀ ਸਨ, ਤਾਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਖਡੂਰ ਸਾਹਿਬ ਆਏ। ਤੇ ਆ ਕੇ ਉਹਨਾਂ ਨੇ ਪਤਾ ਲੱਗਿਆ ਕਿ ਮਾਤਾ ਭਰਾਈ ਦੇ ਘਰ ਉਹ ਗਏ ਸਨ, ਤੇ ਪੁੱਛਿਆ ਤਾਂ ਮਾਤਾ ਭਰਾਈ ਕੁਝ ਦੱਸੇ ਕੋਈ ਨਾ, ਪਰ ਉਹਨਾਂ ਨੇ ਅੰਦਾਜ਼ਾ ਲਗਾ ਕੇ ਤੇ ਉਸ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਸਤਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਸੰਗਤਾਂ ਵਿਆਕੁਲ ਹਨ ਤੇ ਤੁਸੀਂ ਬਾਹਰ ਆ ਕੇ ਦਰਸ਼ਨ ਦਿਓ। ਤੇ ਫਿਰ ਸਤਿਗੁਰੂ ਜੀ ਬਾਹਰ ਆਏ ਤੇ ਸੰਗਤਾਂ ਵਿੱਚ ਉਹਨਾਂ ਨੇ ਵਿਚਰਨਾ ਸ਼ੁਰੂ ਕੀਤਾ। ਹਾਲਾਂਕਿ ਇਹ ਗੱਲ ਜੇ ਅਸੀਂ ਸੋਚੀਏ ਕਿ ਸਤਿਗੁਰੂ ਜੀ ਐਡੀ ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ 6 ਮਹੀਨੇ ਗੁਪਤਵਾਸ ਵਿੱਚ ਰਹੇ ਹੋਣਗੇ, ਤਾਂ ਇਹ ਗੱਲ ਸਾਡੀ ਸਮਝ ਦੇ ਵਿੱਚ ਤਾਂ ਨਹੀਂ ਆਉਂਦੀ। ਪਰ ਚਲੋ ਇਤਿਹਾਸ ਦੇ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਤੇ ਸਾਡੇ ਕਥਾਕਾਰ ਸਾਨੂੰ ਅੱਜ ਤੱਕ ਇਹੀ ਸੁਣਾ ਰਹੇ ਨੇ। ਉਸ ਤੋਂ ਅਗਲੀ ਸਾਖੀ ਵਿੱਚ ਗੁਰੂ ਅੰਗਦ ਪਾਤਸ਼ਾਹ ਦੀ ਜਿਹੜੀ ਉਸਤਤ ਲਿਖੀ ਹੈ, ਉਹਨਾਂ ਦੇ ਗੁਣਾਂ ਨੂੰ ਬਖਾਨ ਕੀਤਾ।
ਤੇ ਫਿਰ ਉਸ ਤੋਂ ਬਾਅਦ ਇੱਕ ਸਾਖੀ ਲਿਖੀ ਹੈ ਜਿਹੜੀ ਅਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਟਾਈਮ ਦੇ ਉੱਤੇ ਅਸੀਂ ਬਿਆਨ ਕੀਤੀ ਸੀ ਕਿ ਭਾਈ ਬਾਲਾ ਜਿਹੜਾ ਹੈ ਉਹ ਗੁਰੂ ਅੰਗਦ ਸਾਹਿਬ ਨੂੰ ਆ ਕੇ ਮਿਲਿਆ ਤੇ ਫਿਰ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਤੇ ਫਿਰ ਭਾਈ ਬਾਲੇ ਵਾਲੀ ਐਜ਼ ਪਰ देयर ਕਲੇਮ ਜਿਹੜੀ ਜਨਮ ਸਾਖੀ ਉੱਥੇ ਲਿਖੀ ਗਈ। ਹੁਣ ਇੱਥੇ ਥੋੜਾ ਜਿਹਾ ਡਿਫਰੈਂਟ ਤਰੀਕੇ ਦੇ ਨਾਲ ਇਹਨਾਂ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨਾਲ ਸਲਾਹ ਕੀਤੀ ਕਿ ਬਾਣੀ ਤਾਂ ਸਾਡੇ ਕੋਲ ਹੈ ਪਰ ਅਸੀਂ ਗੁਰੂ ਨਾਨਕ ਸਾਹਿਬ ਦੀ ਜੀਵਨੀ ਵੀ ਲਿਖਵਾਉਣ ਦਾ ਉਦਮ ਕਰੀਏ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਨਾਲ ਰਹੇ ਹਨ ਸਿੱਖ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੈ ਤੇ ਉਸ ਵੇਲੇ ਭਾਈ ਬਾਲਾ ਸੰਧੂ ਦਰਸ਼ਨਾਂ ਨੂੰ ਆ ਜਾਂਦਾ ਹੈ ਤੇ ਉਹ ਇੱਥੇ ਆਉਣ ਤੋਂ ਪਹਿਲਾਂ ਤਲਵੰਡੀ ਜਾ ਕੇ ਪਹਿਲੇ ਪਾਤਸ਼ਾਹ ਦੇ ਚਾਚਾ ਲਾਲੂ ਜੀ ਨੂੰ ਮਿਲ ਕੇ ਉਹਨਾਂ ਪਾਸੋਂ ਜਨਮ ਪੱਤਰੀ ਆਦਿਕ ਲੈ ਕੇ ਆਇਆ ਹੈ ਤੇ ਫਿਰ ਗੁਰੂ ਸਾਹਿਬ ਦੇ ਹੁਕਮ ਨਾਲ ਉਸਨੇ ਆਪਣਾ ਸਾਖੀਆਂ ਗੁਰੂ ਸਾਹਿਬ ਦੇ ਜੀਵਨ ਦੀਆਂ ਲਿਖਵਾਉਣੀਆਂ ਸ਼ੁਰੂ ਕੀਤੀਆਂ। ਭਾਈ ਬਾਲੇ ਵਾਲੀ ਜਨਮ ਸਾਖੀ ਕਹਿੰਦੀ ਹੈ ਕਿ ਪੈੜੇ ਮੁਖੇ ਨੇ ਲਿਖੀ ਪਰ ਇੱਥੇ ਭਾਈ ਸਾਹਿਬ ਕਹਿ ਰਹੇ ਹਨ ਬਾਬਾ ਸਰੂਪਦਾਸ ਜੀ ਕਹਿ ਰਹੇ ਹਨ ਕਿ ਭਾਈ ਬਾਲੇ ਨੇ ਲਿਖਾਈ ਤੇ ਭਾਈ ਲਾਲੋ ਨੇ ਲਿਖੀ ਤੇ ਉਹ ਪੈੜਾ ਮੁਖਾ ਨਹੀਂ ਕਹਿੰਦੇ ਤੇ ਨਾ ਹੀ ਇਹਦੇ ਚੋਂ ਬਿਰਤਾਂਤ ਦਿੱਤਾ ਗਿਆ ਹੈ ਕਿ ਜਨਮ ਸਾਖੀ ਲਿਖਾ ਕੇ ਤੇ ਭਾਈ ਬਾਲਾ ਉਹ ਆਪਣਾ ਉਹਦੇ ਜੀਵਨ ਦਾ ਅੰਤ ਹੋ ਗਿਆ ਤੇ ਗੁਰੂ ਸਾਹਿਬ ਨੇ ਉਹਦਾ ਹੱਥੀਂ ਸੰਸਕਾਰ ਕੀਤਾ। ਇਹੋ ਜਿਹਾ ਕੁਝ ਨਹੀਂ ਲਿਖਿਆ ਤੋ ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਨਾਲ ਲੇਖਕ ਖੁਦ ਵੀ ਕਨਵਿੰਸਡ ਨਹੀਂ ਸੀ ਤਾਂ ਉਹਨੇ ਇਹ ਚੀਜ਼ਾਂ ਸਾਰੀਆਂ ਛੱਡ ਦਿੱਤੀਆਂ। ਪਰ ਇੱਥੇ ਸਿਗਨੀਫੀਕੈਂਟਲੀ ਕੋਈ ਸਾਨੂੰ ਲੇਖਕ ਨੇ ਥਹੁ ਪਤਾ ਨਹੀਂ ਦਿੱਤਾ ਕਿ ਕਿਹੜੀ ਜਨਮ ਸਾਖੀ ਲਿਖੀ ਗਈ, ਉਹ ਕਿਸ ਨਾਮ ਥੱਲੇ ਮਸ਼ਹੂਰ ਹੈ, ਉਹ ਕਿੱਥੇ ਅਵੇਲੇਬਲ ਹੈ ਜਾਂ ਇਹਦੇ ਬਾਰੇ ਉਹਨੇ ਕੁਝ ਵੀ ਨਹੀਂ ਦੱਸਿਆ ਕਿਉਂਕਿ ਭਾਈ ਬਾਲੇ ਨੇ ਤਾਂ ਕਲੇਮ ਕੀਤਾ ਸੀ ਕਿ ਜਿਹੜੀ ਜਨਮ ਸਾਖੀ ਉਹਦੇ ਨਾਮ ਨਾਲ ਮਸ਼ਹੂਰ ਆ ਉਹੀ ਲਿਖੀ ਗਈ ਸੀ ਉੱਥੇ। ਪਰ ਇੱਥੇ ਉਹਨਾਂ ਨੇ ਕੋਈ ਨਾਮ ਪਤਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ, ਸ਼ਾਇਦ ਉਹ ਇਸ ਦੇ ਬਾਰੇ ਪੂਰੀ ਤਰ੍ਹਾਂ ਕਨਵਿੰਸਡ ਨਹੀਂ ਹੋਣਗੇ। ਫਿਰ ਉਹ ਗੁਰੂ ਸਾਹਿਬ ਦੇ ਜੋ ਜੀਵਨ ਬਾਰੇ ਸਾਨੂੰ ਇੱਕ ਬੜੀ ਵੈਲਿਊਏਬਲ ਗੱਲ ਦੱਸਦੇ ਹਨ ਕਿ ਉਹਨਾਂ ਦੇ ਦਿਨ ਦਾ ਰੁਟੀਨ ਕੀ ਸੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੇ ਸ਼ਾਮ ਨੂੰ ਉਹ ਜਦੋਂ ਵਿਸਰਾਮ ਕਰਦੇ ਸਨ ਉਦੋਂ ਤੱਕ ਉਹਨਾਂ ਦਾ ਕੀ ਰੁਟੀਨ ਸੀ ਕਿ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਦੇ, ਨਾਮ ਬਾਣੀ ਨਾਲ ਜੁੜਦੇ, ਇਕੱਲੇ ਬਹਿ ਕੇ ਉਹ ਇਕਾਂਤ ਦੇ ਵਿੱਚ ਪ੍ਰਭੂ ਦਾ ਭਜਨ ਕਰਦੇ ਹਨ। ਹੁਣ ਇੱਥੇ ਜਦੋਂ ਡਿਸਕ੍ਰਾਈਬ ਕਰਦੇ ਹਨ ਕਿ ਸਤਿਗੁਰੂ ਜੀ ਭਜਨ ਕਰਦੇ ਹਨ ਤਾਂ ਉਹ ਉਹਨਾਂ ਦੇ ਸੋਚ ਉੱਤੇ, ਲੇਖਕ ਦੀ ਸੋਚ ਉੱਤੇ ਯੋਗ ਮਤ ਦਾ ਪ੍ਰਭਾਵ ਜਿਹੜਾ ਹੈ ਉਹ ਸਾਨੂੰ ਸਪਸ਼ਟ ਦਿਸ ਜਾਂਦਾ ਹੈ ਕਿ ਕਿਉਂਕਿ ਟਰਮੀਨੋਲੋਜੀ ਯੋਗ ਮਤ ਦੀ ਇੱਥੇ ਵਰਤ ਰਹੇ ਹਨ। ਕਹਿੰਦੇ ਹਨ ਕਿ ਹੋਰ ਨਿਰਵਿਕਲਪ ਸੁਖ ਸਹਿਜ ਸਮਾਏ। ਉਹ ਨਿਰਵਿਕਲਪ ਸਮਾਧੀ ਜਿਹੜੀ ਹੈ ਇਹ ਯੋਗ ਮਤ ਦੀ ਜਿਹੜੀ ਸਭ ਤੋਂ ਉੱਚੇ ਦਰਜੇ ਦੀ ਸਮਾਧੀ ਗਿਣੀ ਜਾਂਦੀ ਹੈ, ਉਹਦਾ ਜ਼ਿਕਰ ਇੱਥੇ ਉਹਨਾਂ ਨੇ ਕੀਤਾ। ਫਿਰ ਇਹ ਗੱਲ ਅੱਗੇ ਜਾ ਕੇ ਹੋਰ ਵੀ ਉਜਾਗਰ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਅਸੀਂ ਸੁਣਿਆ ਹੈ ਕੁਝ ਜਨਮ ਸਾਖੀਆਂ ਜਿਹੜੀਆਂ ਪ੍ਰਚਲਿਤ ਹਨ ਉਹਨਾਂ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਨੇ ਬਾਬਾ ਗੋਰਖਨਾਥ ਉਹਨਾਂ ਨੂੰ ਮਿਲਣ ਲਈ ਆਏ, ਕਰਤਾਰਪੁਰ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਆਏ ਤੇ ਉਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਗੋਰਖਨਾਥ ਜੀ ਹੁਣ ਮੇਰੇ ਜਾਣ ਦਾ ਸਮਾਂ ਆ ਰਿਹਾ ਤੇ ਮੈਂ ਆਪਣੇ ਪਿੱਛੋਂ ਕਿਹਨੂੰ ਗੱਦੀ ਦੇ ਕੇ ਜਾਵਾਂ, ਤਾਂ ਉਹਨਾਂ ਨੇ ਭਾਈ ਲਹਿਣਾ ਜੀ ਦਾ ਨਾਮ ਰਿਕਮੈਂਡ ਕੀਤਾ ਤੇ ਉਸੇ ਹੀ ਸ਼ਾਇਦ ਪ੍ਰਭਾਵ ਨੂੰ ਅੱਗੇ ਤੋਰਦੇ ਹੋਏ ਇੱਥੇ ਸਾਖੀ ਲਿਖਦੇ ਹਨ ਕਿ ਹੁਣ ਗੁਰੂ ਅੰਗਦ ਸਾਹਿਬ ਦੀ ਪ੍ਰਤੀਖਿਆ ਲੈਣ ਲਈ, ਪ੍ਰਤਿਗਿਆ ਇਹਨਾਂ ਨੇ ਲਫ਼ਜ਼ ਵਰਤਿਆ ਵੀ ਉਹਨਾਂ ਦੀ ਪ੍ਰੀਖਿਆ ਲੈਣ ਲਈ ਕਿ ਕੈਸੇ ਹਨ ਇਹ ਗੁਰੂ ਨਾਨਕ ਦੇ ਇੱਕ ਵਰਦੀ ਸਕਸੈਸਰ ਹਨ ਜਾਂ ਨਹੀਂ ਹਨ, ਤਾਂ ਉਹ ਇੱਥੇ ਆਏ ਤੇ ਫਿਰ ਕਹਿੰਦੇ ਹਨ ਕਿ ਵੀ ਇਹਦੇ ਵਿੱਚ ਉਹਨਾਂ ਨੇ ਜਾ ਕੇ ਗੱਲਬਾਤ ਕੀਤੀ ਸਤਿਗੁਰੂ ਜੀ ਦੇ ਨਾਲ। ਤਾਂ ਇਹਦੇ ਵਿੱਚ ਉਹਨਾਂ ਨੇ ਜੋ ਗੱਲਾਂ ਕੀਤੀਆਂ ਉਹਦੇ ਵਿੱਚ ਸਾਨੂੰ ਫਿਰ ਉਹ ਚੀਜ਼ ਜਿਹੜੀ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਲੇਖਕ ਦਾ ਯੋਗ ਮਤ ਵੱਲ ਜਿਹੜਾ ਝੁਕਾਅ ਹੈ ਨਾ ਉਹ ਸਾਨੂੰ ਸਪਸ਼ਟ ਦਿਸਣਾ ਸ਼ੁਰੂ ਹੋ ਜਾਂਦਾ ਕਿ ਬਈ ਇਹਦੇ ਵਿੱਚ ਉਹ ਕੀ ਕਰ ਰਹੇ ਹਨ ਤੇ ਉਹ ਕਿਸ ਢੰਗ ਦੇ ਨਾਲ ਇਸ ਮੀਟਿੰਗ ਨੂੰ ਉਹ ਡਿਸਕ੍ਰਾਈਬ ਕਰ ਰਹੇ ਹਨ। ਕਿਉਂਕਿ ਜਦੋਂ ਉਹ ਡਿਸਕ੍ਰਾਈਬ ਕਰਦੇ ਹਨ ਤੇ ਉਹਦੇ ਵਿੱਚ ਉਹ ਕਾਫੀ ਚੀਜ਼ਾਂ ਜਿਹੜੀਆਂ ਟਰਮੀਨੋਲੋਜੀ ਵਰਤਦੇ ਹਨ ਉਹ ਯੋਗ ਮਤ ਦੀ ਵਰਤਦੇ ਨੇ। ਤਾਂ ਉਹ ਕਹਿੰਦੇ ਹਨ ਕਿ ਵੀ ਜਿਵੇਂ ਉਹਨਾਂ ਨੇ ਗੋਰਖ ਜੀ ਨੇ ਕਿਹਾ ਕਿ ਤੁਸੀਂ ਅਸ਼ਟਾਂਗ ਯੋਗ ਦੇ ਵਿੱਚ ਆਓ ਕਿਉਂਕਿ ਮੁਕਤੀ ਤਾਂ ਇਹਦੇ ਵਿੱਚ ਹੈ। ਅਸੀਂ ਇੱਥੇ ਆਏ ਹਾਂ ਤੁਹਾਡੇ ਡੇਰੇ ਤੇ ਕੋਈ ਜੋਗ ਜੁਗਤ ਤੁਮਰੇ ਨਹੀਂ ਦੇਖੇ, ਬਿਨਾਂ ਜੋਗ ਸਿੱਧ ਨਹੀਂ ਲੇਖੈ, ਬਿਨਾਂ ਜੋਗ ਨਹੀਂ ਪ੍ਰਗਟੇ ਗਿਆਨ, ਸੁਰਤ ਸੰਤਨ ਕੀਓ ਜੋਗ ਪ੍ਰਮਾਨ।
ਤੋ ਉਹ ਜਦੋਂ ਉਹਨਾਂ ਨੂੰ ਸਵਾਲ ਪੁੱਛਦੇ ਹਨ ਤੇ ਅੱਗੋਂ ਜਿਵੇਂ ਗੁਰੂ ਜੀ ਡਿਸਕ੍ਰਾਈਬ ਕਰਦੇ ਹਨ, ਹਾਲਾਂਕਿ ਡਿਸਕ੍ਰਾਈਬ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਕੀਤਾ। ਜਿਵੇਂ ਜੋਗ ਤੇ ਗੁਰਮਤਿ ਦੇ ਵਿੱਚ ਫਰਕ ਜਿਹੜਾ ਇਹਨਾਂ ਨੇ ਕੱਢ ਕੇ ਦੱਸਿਆ, ਉਹ ਬੜੇ ਵਧੀਆ ਤਰੀਕੇ ਨਾਲ ਦੱਸਿਆ, ਪਰ ਸ਼ਬਦਾਵਲੀ ਸਾਰੀ ਯੋਗ ਵਾਲੀ ਹੈ। ਇਹਦੇ ਚ ਆਪਨੇ ਲਿਖਿਆ ਕਿ ਸੁਨੋ ਨਾਥ ਇੱਕ ਆਤਮ ਜੋਗ, ਜੋਗ ਅਨਾਤਮ ਪਰਮ ਵਿਯੋਗ, ਆਤਮ ਜੋਗੀ ਬ੍ਰਹਮ ਸੰਜੋਗੀ, ਅਨ ਆਤਮ ਕਿਰਿਆ ਦੇ ਅਧੀਨ, ਆਤਮ ਕ੍ਰਿਤ ਗਿਆਨ ਰਸੀਨ। ਮੋٹے ਤੌਰ ਤੇ ਇਹ ਕਹਿ ਰਹੇ ਹਨ ਕਿ ਜਿਹੜੀ ਯੋਗ ਦੀ ਸਾਧਨਾ ਹੈ, ਇਹਦਾ ਆਤਮਾ ਨਾਲ ਲੰਬਾ ਸੰਬੰਧ ਨਹੀਂ ਹੈ। ਇਹਦਾ ਅਨਾਤਮਾ ਭਾਵ ਇਹ ਜੋ ਮੈਟਰ ਵਾਲਾ ਪਾਰਟ ਹੈ, ਪ੍ਰਕਿਰਤੀ ਜਿਹਨੂੰ ਯੋਗੀ ਕਹਿੰਦੇ ਹਨ, ਉਹਦੇ ਨਾਲ ਇਹਦਾ ਸੰਬੰਧ ਹੈ। ਪੂਰੀ ਯੋਗ ਦੀ ਪ੍ਰਕਿਰਿਆ ਜਿਹੜੀ ਹੈ, ਜੁਗਤ ਹੈ, ਉਹਦਾ ਇਹਦੇ ਨਾਲ ਸੰਬੰਧ ਹੈ। ਪਰ ਜਦੋਂ ਅਸੀਂ ਆਤਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚੋਂ ਕਹਿੰਦੇ ਹਨ ਆਤਮ ਕ੍ਰਿਤ ਗਿਆਨ ਰਸੀਨ, ਪਰਮਾਤਮ ਸਿੱਧ ਹੈ ਆਤਮ ਜੋਗ। ਜੇ ਪ੍ਰਭੂ ਨੂੰ ਮਿਲਣਾ ਹੈ ਤਾਂ ਫਿਰ ਆਤਮਾ ਦੇ ਯੋਗ ਦੀ ਲੋੜ ਹੈ, ਸਾਨੂੰ ਅਨਾਤਮ ਦੇ ਯੋਗ ਦੀ ਲੋੜ ਨਹੀਂ ਹੈ। ਅਸ਼ਟਾਂਗ ਅਨਾਤਮ ਮਾਇਆ ਭੋਗ, ਜਿਹੜਾ ਅਸ਼ਟਾਂਗ ਯੋਗ ਤੁਸੀਂ ਕਹਿ ਰਹੇ ਹੋ ਨਾ, ਇਹ ਮਾਇਆ ਭਾਵ ਇਸ ਪ੍ਰਕਿਰਤੀ ਜੋ ਫਿਜ਼ੀਕਲ ਵਰਲਡ ਹੈ, ਇਹਦਾ ਹੀ ਭੋਗ ਹੈ। ਤਾਂ ਤੇ ਆਤਮ ਜੋਗ ਮਤ ਸੰਤਨ ਕੀਆ ਪ੍ਰਮਾਨ, ਅਸ਼ਟਾਂਗ ਅਨਾਤਮ ਦੇਹ ਕ੍ਰਿਤ, ਜਾਨੋ ਨਾਥ ਸੁਜਾਨ। ਤੋ ਇਹ ਮੈਂ ਕੋਟ ਕੀਤੀਆਂ ਨੇ ਇਸ ਕਰਕੇ ਕਿ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਉਂ ਜਾਪਦਾ ਹੈ ਕਿ ਇਹਨਾਂ ਦੀ ਯੋਗ ਦੀ ਵਿੱਦਿਆ ਕਾਫੀ ਐਡਵਾਂਸਡ ਸੀ, ਇਹਨਾਂ ਨੂੰ ਬੜੀ ਸਮਝ ਸੀ ਇਹਦੇ ਬਾਰੇ। ਫਿਰ ਇਸੇ ਤਰ੍ਹਾਂ ਹੀ ਇਹ ਅੱਗੇ ਚੱਲਦੇ ਹਨ ਤਾਂ ਹੁਮਾਯੂੰ ਵਾਲੀ ਸਾਖੀ ਅਸੀਂ ਸਾਰਿਆਂ ਨੇ ਸੁਣੀ ਹੋਈ ਹੈ ਕਿ ਜਦੋਂ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਾਰ ਕੇ ਤੇ ਭੱਜਾ ਆ ਰਿਹਾ ਸੀ, ਤੇ ਉਹ ਭੱਜਾ ਭੱਜਾ ਉਹਨੇ ਪਹੁੰਚਣਾ ਸੀ ਥੱਲੇ ਸਿੰਧ ਵਾਲੇ ਪਾਸੇ। ਤਾਂ ਹੁਮਾਯੂੰ ਵਾਲੀ ਸਾਖੀ ਦਾ ਜਿਹੜਾ ਸੋਰਸ ਹੈ ਸਾਨੂੰ ਜਿਹੜੀ ਵੀ ਮਿਲਦੀ ਹੈ, ਕਿਉਂਕਿ ਸਭ ਤੋਂ ਪਹਿਲਾ ਸੋਰਸ ਹੈ, ਇਹਦੇ ਵਿੱਚੋਂ ਹੀ ਸਾਰੇ ਇਤਿਹਾਸਕਾਰਾਂ ਨੇ ਲਈ ਹੈ ਕਿ ਜਦੋਂ ਆਉਂਦਾ ਹੈ ਤੇ ਗੁਰੂ ਸਾਹਿਬ ਬੱਚਿਆਂ ਦੀਆਂ ਖੇਡਾਂ ਦੇ ਵਿੱਚ ਮਗਨ ਸਨ ਤੇ ਉਹਨੇ ਤਲਵਾਰ ਨੂੰ ਹੱਥ ਪਾ ਲਿਆ। ਤਾਂ ਫਿਰ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਇਹ ਤਲਵਾਰ ਉਦੋਂ ਕਿੱਥੇ ਸੀ ਜਦੋਂ ਸ਼ੇਰ ਸ਼ਾਹ ਸੂਰੀ ਦਾ ਸਾਹਮਣਾ ਕਰਨਾ ਸੀ। ਇੱਥੇ ਤੱਕ ਤਾਂ ਅਸੀਂ ਸਾਰਿਆਂ ਨੇ ਸੁਣੀ ਹੋਈ ਹੈ, ਪਰ ਇਹ ਸਰੂਪ ਚੰਦ ਜੀ ਇਹਨੂੰ ਥੋੜਾ ਜਿਹਾ ਹੋਰ ਰੰਗਤ ਦੇ ਕੇ ਵੀ ਨਾਲ ਲਿਖਦੇ ਹਨ ਕਿ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਕਿਹਾ ਕਿ ਜੇ ਤੂੰ ਤਲਵਾਰ ਦੀ ਮੁੱਠ ਨੂੰ ਹੱਥ ਨਾ ਪਾਉਂਦਾ ਤਾਂ ਤੈਨੂੰ ਰਾਜ ਭਾਗ ਹੁਣੇ ਹੀ ਮਿਲ ਜਾਣਾ ਸੀ, ਪਰ ਹੁਣ ਤੂੰ ਤਲਵਾਰ ਦੀ ਮੁੱਠ ਨੂੰ ਹੱਥ ਪਾ ਲਿਆ ਤਾਂ ਫਿਰ ਜਿਹੜਾ ਹੈ ਇਹਨੂੰ ਮਤਲਬ ਹੁਣ ਤੈਨੂੰ ਵਿਲਾਇਤ ਜਾਣਾ ਪਏਗਾ, ਭਾਵ ਦੇਸ਼ ਛੱਡ ਕੇ ਜਾਣਾ ਪਏਗਾ, ਤੇ ਫਿਰ ਦੁਬਾਰਾ ਆਏਗਾ ਤੇ ਫਿਰ ਤੈਨੂੰ ਰਾਜ ਮਿਲੇਗਾ, ਮਿਲ ਜਾਏਗਾ ਤੈਨੂੰ। ਇਹ ਅਸੀਸ ਗੁਰੂ ਜੀ ਨੇ ਇਹ ਕਹਿੰਦਾ ਹੈ ਕਿ ਹੁਮਾਯੂੰ ਨੂੰ ਦਿੱਤੀ। ਅੱਗੇ ਵੀ ਅਸੀਂ ਦੇਖ ਆਏ ਹਾਂ ਕਿ ਬਾਬਰ ਨੂੰ ਵੀ 7 ਪੁਸ਼ਤਾਂ ਦੀ ਅਸੀਸ ਗੁਰੂ ਨਾਨਕ ਸਾਹਿਬ ਤੋਂ ਮਿਲ ਦਵਾਈ ਹੈ, ਤੇ ਹੁਣ ਹੁਮਾਯੂੰ ਨੂੰ ਵੀ ਰਾਜ ਦੀ ਅਸੀਸ ਜਿਹੜੀ ਆ ਉਹ ਸਤਿਗੁਰੂ ਜੀ ਕੋਲੋਂ ਦਵਾ ਰਿਹਾ। ਤੋ ਬਾਬਾ ਸਰੂਪ ਦਾਸ ਜੀ ਨੇ ਇੱਕ ਬਾਕੀ ਇਤਿਹਾਸਕਾਰਾਂ ਨਾਲੋਂ ਜਿਹੜਾ ਥੋੜਾ ਜਿਹਾ ਅਲੱਗ ਤਰੀਕੇ ਨਾਲ ਗੱਲ ਲਿਖੀ ਹੈ, ਉਹ ਇਹ ਹੈ ਕਿ ਜਿਹੜਾ ਭਾਈ ਬਲਵੰਡ ਰਬਾਬੀ ਜਿਹੜਾ ਸੀ, ਉਹ ਅਸੀਂ ਸੁਣਦੇ ਹਾਂ ਕਿ ਉਹ ਬਾਅਦ ਦੇ ਵਿੱਚ ਜਾ ਕੇ ਗੁਰੂ ਦਰਬਾਰ ਦੇ ਵਿੱਚ ਆਇਆ। ਪਰ ਇੱਥੇ ਇਸ ਸਰੋਤ ਦੇ ਮੁਤਾਬਕ, ਇਸ ਪੁਸਤਕ ਦੇ ਮੁਤਾਬਕ, ਬਲਵੰਡ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਨਿਵਾਸ ਦੇ ਸਮੇਂ ਦੇ ਉੱਤੇ ਸ਼ਰਨ ਦੇ ਵਿੱਚ ਆ ਗਿਆ ਸੀ। ਤਾਂ ਫਿਰ ਇਸੇ ਤਰ੍ਹਾਂ ਹੀ ਬਲਵੰਡ ਦੇ ਨਾਲ ਸੰਬੰਧਿਤ ਕੁਝ ਸਾਖੀਆਂ ਹਨ। ਪਹਿਲੀ ਤਾਂ ਇਹੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸੀ, ਤੇ ਇੱਕ ਜਿਹੜੀ ਹੋਰ ਅਸੀਂ ਸੁਣਦੇ ਰਹਿੰਦੇ ਹਾਂ ਕਿ ਬਲਵੰਡ ਜੀ ਨਾਰਾਜ਼ ਹੋ ਗਏ ਸਤਿਗੁਰੂ ਜੀ ਨਾਲ ਤੇ ਨਾਰਾਜ਼ ਹੋ ਕੇ ਚਲੇ ਗਏ। ਉਹ ਇੱਥੇ ਗੁਰੂ ਅੰਗਦ ਪਾਤਸ਼ਾਹ ਨਾਲ ਨਾਰਾਜ਼ ਹੋਏ ਦੱਸੇ ਹਨ, ਤੇ ਨਾਰਾਜ਼ ਹੋਏ ਦਾ ਕਾਰਨ ਵੀ ਇਹਨਾਂ ਨੇ ਬਿਲਕੁਲ ਅਲੱਗ ਲਿਖਿਆ ਹੈ ਕਿ ਬਾਬਾ ਬੁੱਢਾ ਜੀ ਨੇ ਬਲਵੰਡ ਰਬਾਬੀ ਨੂੰ ਕਿਹਾ ਕਿ ਤੁਸੀਂ ਮੈਨੂੰ ਸ਼ਬਦ ਸੁਣਾਓ। ਤਾਂ ਆਪਣੇ ਹੰਕਾਰ ਦੇ ਵਿੱਚ ਬਲਵੰਡ ਜੀ ਨੇ ਉਹਨਾਂ ਦੇ ਜਾਤ ਬਰਾਦਰੀ ਨੂੰ ਆਧਾਰ ਬਣਾ ਕੇ ਬਾਬਾ ਬੁੱਢਾ ਜੀ ਦੇ ਕੁਝ ਕਬੋਲ ਬੋਲੇ ਉਹਨੇ ਕਿ ਮੈਂ ਤੈਨੂੰ ਨਹੀਂ ਸੁਣਾਉਣਾ। ਤੇ ਜਦੋਂ ਗੁਰੂ ਅੰਗਦ ਪਾਤਸ਼ਾਹ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਬਲਵੰਡ ਦਾ ਕੀਰਤਨ ਸੁਣਨ ਤੋਂ ਨਾ ਕੀਤੀ, ਤੇ ਜਦੋਂ ਆਏ ਤਾਂ ਪਿੱਠ ਫੇਰ ਲਈ। ਤਾਂ ਜਦੋਂ ਇਹ ਹੋਇਆ ਤੇ ਬਲਵੰਡ ਜੀ ਤਾਂ ਪਹਿਲਾਂ ਹੀ ਹੰਕਾਰ ਵਿੱਚ ਸੀ ਤੇ ਉਹ ਦਰਬਾਰ ਛੱਡ ਕੇ ਚਲੇ ਗਏ। ਪਰ ਜਦੋਂ ਉਹਨਾਂ ਨੂੰ ਕਿਸੇ ਨੇ ਨਾ ਪੁੱਛਿਆ ਤਾਂ ਕਹਾਣੀ ਉਸੇ ਤਰ੍ਹਾਂ ਹੀ ਲਿਖੀ ਆ ਜਿਵੇਂ ਅਸੀਂ ਸੁਣਦੇ ਹਾਂ। ਤਾਂ ਕਿਹਾ ਕਿ ਕਿਸੇ ਇੱਕ ਸਿੱਖ ਨੇ ਫਿਰ ਉਹਦੀ ਭੁੱਲ ਬਖਸ਼ਵਾਈ, ਤੇ ਜਦੋਂ ਭੁੱਲ ਬਖਸ਼ਵਾਈ ਤੇ ਆ ਕੇ ਫਿਰ ਉਹਨਾਂ ਨੂੰ ਗੁਰੂ ਸਾਹਿਬ ਨੇ ਅਸੀਸ ਦਿੱਤੀ, ਗੁਰੂ ਸਾਹਿਬ ਹੱਸ ਪਏ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਜਾ ਕੇ ਤੂੰ ਉਸਤਤ ਕਰ ਅਕਾਲ ਪੁਰਖ ਦੀ ਤੇ ਆਪਣੀਆਂ ਰਚਨਾਵਾਂ ਲਿਖ ਤੇ ਸਾਨੂੰ ਦੇ। ਤੇ ਫਿਰ ਇਹਨਾਂ ਨੇ ਉਹ ਸੱਤੇ ਬਲਵੰਡ ਦੀ ਵਾਰ, ਜਿਹਨੂੰ ਟਿੱਕੇ ਦੀ ਵਾਰ ਵੀ ਕਿਹਾ ਜਾਂਦਾ ਹੈ,
ਉਹ ਲਿਖ ਕੇ ਉਹਨਾਂ ਨੇ ਗੁਰੂ ਜੀ ਦੇ ਅਰਪਣ ਕੀਤੀ ਦੂਜੇ ਪਾਤਸ਼ਾਹ ਦੇ। ਤੋ ਇਹ ਸਾਖੀ ਇਸਨੇ ਬਿਲਕੁਲ ਅਲੱਗ ਤਰੀਕੇ ਨਾਲ ਲਿਖੀ ਹੈ। ਹੁਣ ਇਹ ਖੋਜ ਦਾ ਵਿਸ਼ਾ ਹੈ ਕਿ ਇਹ ਠੀਕ ਹੈ ਜਾਂ ਦੂਜਾ ਠੀਕ ਹੈ, ਕਿਉਂਕਿ ਅਸੀਂ ਤਾਂ ਜਿਹੜੀ ਗੱਲ ਬਹੁਤਿਆਂ ਨੇ ਕਹਿ ਦਿੱਤੀ ਹੁੰਦੀ ਹੈ ਉਹਨੂੰ ਹੀ ਠੀਕ ਮੰਨ ਕੇ ਅਸੀਂ ਚੱਲਦੇ ਜਾਂਦੇ ਹਾਂ। ਫਿਰ ਉਸ ਤੋਂ ਬਾਅਦ ਇਹਨੇ ਅੱਗੋਂ ਜਿਹੜਾ ਕਾਫੀ ਸਮਾਂ ਗੁਰੂ ਜੀਵਨੀ ਤਾਂ ਗੁਰੂ ਅੰਗਦ ਪਾਤਸ਼ਾਹ ਦੀ ਲਿਖੀ ਹੈ, ਪਰ ਉਹਦੇ ਵਿੱਚ ਵੀ ਕਾਫੀ ਇਹਨੇ ਸਮਾਂ ਦਿੱਤਾ ਹੈ ਰਾਈਟਰ ਨੇ ਗੁਰੂ ਅਮਰਦਾਸ ਜੀ ਦੇ ਜੀਵਨ ਨਾਲ ਸੰਬੰਧਿਤ, ਕਿਉਂਕਿ ਹੁਣ ਅੱਗੇ ਕਥਾ ਸ਼ੁਰੂ ਹੋ ਜਾਂਦੀ ਗੁਰੂ ਅਮਰਦਾਸ ਜੀ ਨਾਲ ਮਿਲਾਪ ਦੀ। ਉਹੀ ਜੋ ਅਸੀਂ ਸੁਣਦੇ ਆਏ ਹਾਂ, ਬਿਲਕੁਲ ਉਹਦਾ ਸੋਰਸ ਇਹੀ ਹੈ ਕਿ ਸਤਿਗੁਰੂ ਜੀ 20 ਵਾਰੀ ਗੰਗਾ ਇਸ਼ਨਾਨ ਨੂੰ ਗਏ, ਤੇ ਜਦੋਂ 20ਵੀਂ ਵਾਰੀ ਗਏ ਤਾਂ ਰਸਤੇ 'ਚ ਇੱਕ ਬ੍ਰਾਹਮਣ ਜਿਹਦਾ ਨਾਮ ਦੁਰਗਾ ਸੀ, ਉਹਦੇ ਨਾਲ ਸਫ਼ਰ ਕਰ ਰਹੇ ਸਨ, ਤੇ ਆਰਾਮ ਕਰਦਿਆਂ ਉਹਨੇ ਸਤਿਗੁਰੂ ਜੀ ਦੇ ਪੈਰਾਂ ਦੇ ਥੱਲੇ ਪਦਮ ਦੇਖਿਆ, ਤੇ ਉਹਨੂੰ ਪਤਾ ਲੱਗ ਗਿਆ ਕਿ ਇਹ ਕੋਈ ਬੜਾ ਪ੍ਰਤਾਪੀ ਪੁਰਖ ਹੈ, ਜਾਂ ਪੈਗੰਬਰ ਹੋਵੇਗਾ ਜਾਂ ਰਾਜਾ ਹੋਵੇਗਾ ਉਹਦੇ ਕਹਿਣ ਦੇ ਮੁਤਾਬਕ। ਤੇ ਫਿਰ ਜਦੋਂ ਉਹ ਜਾਣ ਲੱਗਾ ਤੇ ਬਾਬਾ ਅਮਰਦਾਸ ਜੀ ਨੇ ਕਿਹਾ ਕਿ ਦੱਸੋ, ਕੋਈ ਸੇਵਾ ਦੱਸੋ, ਕੁਝ ਭੇਟਾ ਲੈ ਜਾਓ। ਤਾਂ ਉਹਨੇ ਕਿਹਾ ਕਿ ਨਹੀਂ, ਮੈਂ ਉਦੋਂ ਲਵਾਂਗਾ ਜਦੋਂ ਤੁਸੀਂ ਪ੍ਰਤਾਪੀ ਹੋ ਜਾਓਗੇ। ਤੇ ਇਹ ਅਸੀਂ ਸਾਰਿਆਂ ਨੇ ਸੁਣਿਆ ਹੋਇਆ। ਫਿਰ ਇੱਕ ਬ੍ਰਹਮਚਾਰੀ ਵਾਲੀ ਕਥਾ ਵੀ ਅਸੀਂ ਸਾਰਿਆਂ ਨੇ ਸੁਣੀ ਹੈ, ਜਿਹਦੇ 'ਚ ਉਹ ਪਾਣੀ ਪੀ ਲੈਂਦਾ ਤੇ ਫਿਰ ਸਵਾਲ ਪੁੱਛਣ ਤੇ ਉਹਨੂੰ ਪਤਾ ਲੱਗਦਾ ਹੈ ਕਿ ਬਾਬਾ ਅਮਰਦਾਸ ਜੀ ਨੇ ਤਾਂ ਹਾਲੇ ਗੁਰੂ ਨਹੀਂ ਧਾਰਨ ਕੀਤਾ, ਤਾਂ ਉਹ ਕਹਿੰਦਾ ਤੂੰ ਮੇਰਾ ਜਨਮ ਭ੍ਰਿਸ਼ਟ ਦਿੱਤਾ। ਤੇ ਸਤਿਗੁਰੂ ਜੀ ਉੱਥੇ ਘਰ ਹੀ ਸਨ ਆਪਣੇ ਜਦੋਂ ਇਹ ਘਟਨਾ ਵਾਪਰੀ, ਤਾਂ ਬੜੇ ਪਰੇਸ਼ਾਨ ਹੋਏ। ਤਾਂ ਪਰੇਸ਼ਾਨੀ ਦੇ ਵਿੱਚ ਉਹ ਜਦੋਂ ਅੰਮ੍ਰਿਤ ਵੇਲੇ ਉੱਠੇ, ਸ਼ਾਇਦ ਨੀਂਦ ਨਹੀਂ ਆਈ ਜਾਂ ਜੋ ਇਹਨੇ ਕਲੀਅਰ ਨਹੀਂ ਲਿਖਿਆ, ਪਰ ਅੰਮ੍ਰਿਤ ਵੇਲੇ ਉਹਨੇ ਬੀਬੀ ਅਮਰੋ, ਜੋ ਕਿ ਇਹਨਾਂ ਦੇ ਭਰਾ ਦੀ ਨੂੰਹ ਸੀ, ਉਹਦੇ ਕੋਲੋਂ ਬਾਣੀ ਸੁਣੀ। ਉਹ ਸ਼ਬਦ ਪੜ੍ਹ ਰਹੀ ਸੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਤੋ ਇਹ ਪੂਰਾ ਸ਼ਬਦ ਜਦੋਂ ਸੁਣਿਆ ਬਾਬਾ ਅਮਰਦਾਸ ਜੀ ਨੇ, ਤੇ ਉਹਨਾਂ ਦੇ ਮਨ ਦੇ ਉੱਤੇ ਬੜਾ ਅਸਰ ਹੋਇਆ, ਤੇ ਉਹ ਫਟਾਫਟ ਜਾ ਕੇ ਉਹਨਾਂ ਨੇ ਬੀਬੀ ਅਮਰੋ ਜੀ ਨੂੰ ਕਿਹਾ ਕਿ ਕਿਹਦੀ ਬਾਣੀ ਹੈ। ਖੈਰ ਆਪ ਸਾਰਿਆਂ ਨੇ ਸੁਣੀ ਹੋਈ ਹੈ, ਤਾਂ ਮੈਂ ਡਿਟੇਲ ਵਿੱਚ ਨਹੀਂ ਜਾਂਦਾ। ਤਾਂ ਬੇਨਤੀ ਕੀਤੀ ਉਹਨਾਂ ਨੇ ਕਿ ਮੈਨੂੰ ਲੈ ਕੇ ਚੱਲ ਆਪਣੇ ਪਿਤਾ ਜੀ ਕੋਲ। ਤਾਂ ਫਿਰ ਗੁਰੂ ਅੰਗਦ ਸਾਹਿਬ ਦੇ ਦਰਬਾਰ ਗਏ। ਉਸੇ ਤਰ੍ਹਾਂ ਹੀ ਬਿਲਕੁਲ ਡਿਟੋ ਇਹਨਾਂ ਨੇ ਕਹਾਣੀ ਲਿਖੀ ਹੈ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਪੁੱਛਿਆ ਵੀ ਬਿਨਾਂ ਬੁਲਾਏ ਕਿਵੇਂ ਆ ਗਏ ਹੋ। ਤੇ ਫਿਰ ਇਹਨਾਂ ਨੂੰ ਬੁਲਾ ਕੇ ਜਿਹੜਾ ਉੱਥੇ ਇਹਨਾਂ ਨੇ ਸਤਿਕਾਰ ਕੀਤਾ, ਬਿਠਾਇਆ ਆਪਣੇ ਨਾਲ। ਤੇ ਉਹ ਤਾਂ ਅੱਗੋਂ ਗੁਰੂ ਧਾਰਨ ਲਈ ਆਏ ਸਨ, ਤਾਂ ਉਹਨਾਂ ਨੇ ਕਿਹਾ ਵੀ ਮੈਂ ਨਾਲ ਨਹੀਂ, ਮੈਂ ਤੇ ਚਰਨਾਂ 'ਚ ਬੈਠਣਾ। ਪਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਪਣੇ ਨਾਲ ਬਿਠਾਇਆ ਇਹਨਾਂ ਨੂੰ। ਉਸ ਤੋਂ ਬਾਅਦ ਜਦੋਂ ਦਰਬਾਰ ਖਤਮ ਹੋਇਆ, ਤਾਂ ਲੇਖਕ ਜੀ ਕਹਿੰਦੇ ਹਨ ਕਿ ਲੰਗਰ ਦੇ ਵਿੱਚ ਗੁਰੂ ਸਾਹਿਬ ਗਏ। ਉੱਥੇ ਗਏ ਤਾਂ ਲੰਗਰ ਦੇ ਵਿੱਚ ਇਹਨੇ ਜਿਹੜੀ ਕਥਾ ਲਿਖੀ ਹੈ, ਉਹ ਸਾਨੂੰ ਕਈ ਜਿਹੜੇ ਕਥਾਕਾਰ ਨੇ ਸਾਨੂੰ ਸੁਣਾਉਂਦੇ ਨੇ, ਉਹਦਾ ਸੋਰਸ ਵੀ ਇਹੀ ਪੁਸਤਕ ਹੈ ਕਿ ਉੱਥੇ ਗਏ ਤਾਂ ਉਸ ਦਿਨ ਲੰਗਰ ਦੇ ਵਿੱਚ ਮਾਸ ਬਣਿਆ ਹੋਇਆ ਸੀ। ਇੱਥੇ ਮਾਸ ਦੀ ਗੱਲ ਕਰਨ ਲੱਗਿਆ ਇਹ ਗੱਲ ਬਾਰ-ਬਾਰ ਆਉਂਦੀ ਹੈ ਕਿ ਇਹ ਗੁਰੂ ਸਾਹਿਬ ਨੂੰ ਮਾਸ ਦੇ ਬੜੇ ਸ਼ੌਕੀਨ ਦੱਸਦਾ, ਬਾਰ-ਬਾਰ ਇਹਦੇ ਵਿੱਚ ਪੁਸਤਕ ਦੇ ਵਿੱਚ ਜ਼ਿਕਰ ਕਰਦਾ ਹੈ। ਤੇ ਉਹ ਫਿਰ ਜਿਹੜੀ ਸਾਰੀ ਕਹਾਣੀ ਸਾਨੂੰ ਕਥਾਕਾਰ ਸੁਣਾਉਂਦੇ ਆ ਕਿ ਮਾਸ ਬਣਿਆ ਸੀ, ਤੇ ਹੁਣ ਬਾਬਾ ਅਮਰਦਾਸ ਜੀ ਤਾਂ ਮਾਸ ਖਾਂਦੇ ਨਹੀਂ ਸਨ। ਤੋ ਉਹਨਾਂ ਦੇ ਮਨ ਵਿੱਚ ਸੀਗਾ ਵੀ ਹੁਣ ਇਹ ਕੀ ਬਣੇਗਾ, ਤੇ ਮੈਂ ਤਾਂ ਖਾਂਦਾ ਨਹੀਂ। ਤਾਂ ਗੁਰੂ ਅੰਗਦ ਪਾਤਸ਼ਾਹ ਨੇ ਸੇਵਕ ਨੂੰ ਕਿਹਾ ਕਿ ਇਹਨਾਂ ਨੂੰ ਮਾਸ ਨਹੀਂ ਦੇਣਾ, ਇਹਨਾਂ ਨੂੰ ਵੈਜੀਟੇਰੀਅਨ ਫੂਡ ਦੇਣਾ। ਤੇ ਜਦੋਂ ਉਹ ਥਾਲੀ ਇਹਨਾਂ ਦੇ ਅੱਗੇ ਆ ਗਈ, ਤਾਂ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਕਿ ਮੈਂ ਤੇ ਸਿੱਖ ਬਣਨ ਆਇਆ, ਤੇ ਮੈਂ ਵੱਖਰਾ ਭੋਜਨ ਕਿਉਂ ਖਾਵਾਂ? ਜਿਹੜਾ ਗੁਰੂ ਖਾ ਰਿਹਾ ਮੈਨੂੰ ਤਾਂ ਉਹ ਖਾਣਾ ਚਾਹੀਦਾ, ਤੇ ਮੈਨੂੰ ਖਾਣਾ ਵੀ ਇਹਨਾਂ ਦਾ ਸੀਤ ਪ੍ਰਸਾਦ ਚਾਹੀਦਾ। ਤੇ ਬਾਬਾ ਸਰੂਪ ਦਾਸ ਭੱਲਾ ਕਹਿੰਦੇ ਨੇ ਕਿ ਉਹਨਾਂ ਨੇ ਆਪਣੀ ਥਾਲੀ ਵਿੱਚੋਂ ਥੋੜਾ ਜਿਹਾ ਖਾ ਕੇ ਬਾਕੀ ਥਾਲੀ ਬਾਬਾ ਅਮਰਦਾਸ ਜੀ ਨੂੰ ਦੇ ਦਿੱਤੀ। ਤੇ ਫਿਰ ਉਹ ਲਿਖਦਾ ਹੈ ਕਿ ਜਦੋਂ ਮਤਲਬ ਉਹਨਾਂ ਨੇ ਇਹਨੂੰ ਮਹਾਂਪ੍ਰਸਾਦ ਲਿਖਦਾ ਉਹ, ਜਬ ਮਹਾਂਪ੍ਰਸਾਦ ਸਤਿਗੁਰ ਕਾ ਖਾਇਆ, ਮਹਾ ਆਨੰਦ ਪ੍ਰਕਾਸ਼ ਹੋਏ ਆਇਆ। ਕਿ ਭਾਵ ਗਿਆਨ ਦਾ ਪ੍ਰਕਾਸ਼ ਮੀਟ ਖਾ ਕੇ ਹੀ ਬਾਬਾ ਅਮਰਦਾਸ ਜੀ ਨੂੰ ਹੋ ਗਿਆ, ਇਹ ਲੇਖਕ ਦਾ ਕਹਿਣਾ ਹੈ। ਤਾਂ ਫਿਰ ਉਸ ਤੋਂ ਬਾਅਦ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਬਾਬਾ ਅਮਰਦਾਸ ਜੀ ਲੱਗ ਗਏ। ਪਾਣੀ ਭਰ ਕੇ ਇਸ਼ਨਾਨ ਕਰਵਾਉਣ ਦੀ ਇਹਨਾਂ ਨੇ ਸਾਖੀ ਲਿਖੀ ਹੈ, ਪਰ ਇੱਥੇ ਬਿਆਸ ਦੀ ਗੱਲ ਨਹੀਂ ਹੈ। ਐਸਾ ਕੁਝ ਨਹੀਂ ਲਿਖਿਆ ਕਿ ਕਿੱਥੋਂ ਲਿਆਂਦੇ ਸਨ, ਇਹ ਗੱਲ ਉਹ ਵਿੱਚੋਂ ਬਿਲਕੁਲ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਤੇ ਇਹ ਜ਼ਰੂਰ ਲਿਖਿਆ ਕਿ 12 ਸਾਲ ਜਿਹੜਾ ਹੈਗਾ ਉਹਨਾਂ ਨੇ ਉਹ ਇਹਨੂੰ ਮਤਲਬ ਇਹ ਸੇਵਾ ਕੀਤੀ। ਤੇ ਇਹ ਸੇਵਾ ਕਰਨ ਦੇ ਵਿੱਚ ਜਿਹੜੀਆਂ ਗੱਲਾਂ ਉਹ ਲਿਖਦੇ ਨੇ, ਉਹਦੇ ਮੁਤਾਬਕ ਇਹ ਹੈ ਕਿ ਸਤਿਗੁਰੂ ਜੀ ਭਾਵ ਬਾਬਾ ਅਮਰਦਾਸ ਜੀ, ਉਹਨਾਂ ਨੇ ਮਤਲਬ ਇਉਂ ਸਮਝੋ ਕਿ ਉਹਨਾਂ ਨੂੰ ਆਪਣੇ
ਤਨ ਮਨ ਦੀ ਤਨ ਧਨ ਦੀ ਸੁੱਧ ਹੀ ਨਹੀਂ ਰਹੀ। ਉਹ ਕਹਿੰਦੇ ਹਨ ਕਿ ਸਤਿਗੁਰ ਮੂਰਤ ਹਿਰਦੈ ਧਰੇ, ਖਾਨ ਪਾਨ ਕਛ ਸ਼ੁੱਧ ਨਹੀਂ ਕਰੇ, ਸਹਿਜ ਸੁਭਾਏ ਹੋਏ ਸੋ ਹੋਏ, ਸਰੀਰ ਕਿਰਿਆ ਪੁਨ ਰਹਿਓ ਨ ਕੋਏ। ਸਤਿਗੁਰ ਬਹੁਤ ਨ ਪੁੱਛੀ ਬਾਤ, ਅਚਰਜ ਗਤ ਕਛ ਲਖੀ ਨ ਜਾਤ। ਇਤ ਬਿਦ ਦੁਆਦਸ, ਦੁਆਦਸ ਭਾਵ 12, ਇਤ ਬਿਦ ਦੁਆਦਸ ਬਰਖ ਬਿਤਾਏ, ਤਨ ਵਹੀ ਬਸਤਰ ਜੋ ਪਹਿਰੇ ਆਏ। ਦੇ ਵਿਵਹਾਰ ਕੀ ਸੁਧ ਨਹੀਂ ਰਹੀ, ਗੁਰਮੂਰਤ ਹਿਰਦੇ ਦ੍ਰਿੜ ਪਈ। ਹੁਣ ਇਹ ਜਿਹੜੀਆਂ ਅਸੀਂ ਕਹਾਣੀਆਂ ਕਥਾਕਾਰਾਂ ਕੋਲੋਂ ਅਕਸਰ ਸੁਣਦੇ ਹਾਂ, ਤੇ ਅੱਗੋਂ ਆਉਣ ਵਾਲੇ ਜਿਹੜੇ ਸਾਡੇ ਇਤਿਹਾਸਕ ਗ੍ਰੰਥ ਨੇ ਉਹਨਾਂ ਵਿੱਚ ਵੀ ਲਿਖੀਆਂ ਹੋਈਆਂ ਹਨ ਕਿ ਸਤਿਗੁਰੂ ਜੀ ਸਰੀਰ ਦੀ ਸੰਭਾਲ ਤੋਂ ਬਿਲਕੁਲ ਬੇਖਬਰ ਹੋ ਗਏ, ਤੇ ਮੈਲੇ ਕੱਪੜੇ ਤੇ ਸਰੀਰ ਵੀ ਮੈਲਾ, ਤੇ ਇਸ ਤਰ੍ਹਾਂ ਦਾ ਜੀਵਨ ਉਹਨਾਂ ਦਾ ਸਾਡੇ ਸਾਹਮਣੇ ਪਿਕਚਰ ਸਾਡੇ ਕਥਾਕਾਰ ਪੇਸ਼ ਕਰ ਦਿੰਦੇ ਨੇ। ਤਾਂ ਇਹ ਜਿਹੜੀ ਪਿਕਚਰ ਹੈ ਉਹ ਸਾਨੂੰ ਇਸੇ ਪੁਸਤਕ ਦੇ ਵਿੱਚੋਂ ਹੀ ਸ਼ੁਰੂਆਤ ਇਹਦੀ ਹੁੰਦੀ ਹੈ, ਜਿਹੜੀ ਅੱਗੇ ਹੋਰ ਪੁਸਤਕਾਂ ਦੇ ਵਿੱਚ ਚੱਲਦੀ ਹੈ। ਤੋ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਜਦੋਂ ਜਿਹੜੀ ਕਥਾ ਹੈ ਕਿ ਉਹ ਜਾ ਰਹੇ ਸਨ ਤੇ ਡਿੱਗ ਪਏ ਮੀਂਹ ਹਨੇਰੀ ਦੇ ਵਿੱਚ ਜੁਲਾਈ ਦੀ ਖੱਡੀ ਦੇ ਕੋਲ, ਤੇ ਫਿਰ ਜੋ ਗੱਲਬਾਤ ਜੁਲਾਈ ਤੇ ਜੁਲਾਈ ਦੀ ਹੋਈ, ਤੋ ਇਸ ਤਰ੍ਹਾਂ ਜਿਹੜੀ ਗੱਲ ਹੋਈ, ਤਾਂ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਬਾਬਾ ਭੱਲਾ ਜੀ ਕਹਿੰਦੇ ਹਨ ਕਿ ਜਦੋਂ ਆਏ ਤਾਂ ਫਿਰ ਸਤਿਗੁਰੂ ਜੀ ਨੂੰ ਤਾਂ ਪਤਾ ਸੀ ਜਾਣੀ ਜਾਣ ਹੁੰਦਿਆਂ ਬਈ ਕੀ ਹੈ, ਤੇ ਉਹਨਾਂ ਨੇ ਪੁੱਛਿਆ ਵੀ ਕੀ ਹੋਇਆ। ਤਾਂ ਫਿਰ ਉਹਨਾਂ ਨੇ ਕਿਹਾ ਕਿ ਆਪ ਜੀ ਨੂੰ ਤੇ ਸਭ ਪਤਾ ਹੈ। ਤਾਂ ਫਿਰ ਉਹਨਾਂ ਨੇ ਗੱਲ ਸੁਣਾਈ ਤੇ ਵੀ ਕੀ ਹੋਇਆ, ਕਿਸ ਤਰ੍ਹਾਂ ਇਹ ਜੁਲਾਈ ਦੇ ਨਾਲ ਗੱਲਬਾਤ ਹੋਈ ਤੇ ਕਮਲੀ ਹੋ ਗਈ ਉਹ, ਤੇ ਫਿਰ ਬੌਰੀ ਹੋ ਗਈ, ਤੇ ਫਿਰ ਜਦੋਂ ਉਹਨੇ ਗੁਰੂ ਅੰਗਦ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਤਾਂ ਫਿਰ ਉਹਨੂੰ ਸੁੱਧ ਆਈ। ਹੁਣ ਜਦੋਂ ਇਹ ਸਾਰੀ ਵਾਰਤਾ ਸੁਣੀ ਤੇ ਲੇਖਕ ਲਿਖਦਾ ਹੈ ਕਿ ਇਹ ਇੱਕ ਕਿਸਮ ਨਾਲ ਉਹਦੀ ਨਜ਼ਰ ਦੇ ਵਿੱਚ ਸ਼ਾਇਦ ਇਹ ਹੈ ਕਿ ਬਾਬਾ ਅਮਰਦਾਸ ਜੀ ਦੇ ਬਚਨਾਂ ਦੇ ਵਿੱਚ ਜੋ ਕਰਾਮਾਤ ਹੈ, ਉਹਦੇ ਕਰਕੇ ਗੁਰੂ ਅੰਗਦ ਦੇਵ ਪਾਤਸ਼ਾਹ ਬੜੇ ਪ੍ਰਸੰਨ ਹੋਏ। ਵੀ ਜਿਵੇਂ ਕਰਾਮਾਤ ਜਿਹੜੀ ਹੈ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਮਨ ਭਾਉਂਦੀ ਚੀਜ਼ ਸੀ ਜਾਂ ਸਾਡੇ ਸਿਧਾਂਤਾਂ ਦੇ ਅਨੁਕੂਲ ਸੀ। ਉਹ ਲਿਖਦੇ ਹਨ ਕਿ ਇਹ ਬਚਨ ਸੁਨਤ ਸਤਿਗੁਰ ਦਰਵੇ, ਕਹੀ ਹਿਰਦੇ ਹੋਏ ਅਨੁਕੂਲ, ਸਤ ਪੁਰਖ ਤੁਮ ਧਨ ਹੋ ਰਾਤੇ ਰੰਗ ਚਲੂ। ਤੇ ਫਿਰ ਅੱਗੋਂ 8 ਜਿਹੜੇ ਵਰ ਉਹਨਾਂ ਨੇ ਕਿਹਾ ਉਹ ਲਿਖੇ ਹਨ, ਕਵਿਤਾ ਦੇ ਵਿੱਚ ਲਿਖੇ ਹਨ ਕਿ ਤੁਮ ਹੋ ਨਿਥਾਵੇਂ ਥਾਂ, ਦਿਓ ਨਿਮਾਨੇ ਮਾਨ, ਨੇ ਓਟ ਓਟ ਤੁਮਾਰ, ਨੇ ਧਰਿਆ ਧਿਰ ਸੁਖ ਸਾਰ, ਤੁਮ ਦਿਆਲ ਗਈ ਬਹੋੜ, ਸਭ ਜਗਤ ਬੰਦੀ ਛੋੜ, ਭੰਨਨ ਘੜਨ ਸਮਰੱਥ, ਜਗ ਰਿਜਕ ਤੁਮਰੇ ਹੱਥ। ਤੋ ਇਹ ਜੋ 8 ਜਿਹੜੇ ਵਰ ਹਨ, ਵਰ ਅਸ਼ਟ ਦੀਏ ਦਿਆਲੇ, 8 ਵਰ ਉਹ ਦਿਆਲ ਪ੍ਰਭੂ ਗੁਰੂ ਨੇ ਦਿੱਤੇ। ਤੇ ਇਹ ਸਾਰਾ ਕੁਝ ਦੇਖ ਕੇ ਤੇ ਉਹਨਾਂ ਦੇ ਸਤਿਗੁਰੂ ਜੀ ਨੇ ਫਿਰ ਉਹ ਮੈਲੇ ਕੱਪੜੇ ਤੇ ਸਾਰੀਆਂ ਚੀਜ਼ਾਂ ਚੇਂਜ ਕਰਵਾਈਆਂ। ਲਿਆਓ ਬਸਤਰ ਨਵੀਨ, ਕੇਸੀ ਇਸ਼ਨਾਨ ਪੁਨ ਕੀਨ। ਉਹਨਾਂ ਦਾ ਇਸ਼ਨਾਨ ਕਰਕੇ ਅੰਮ੍ਰਿਤ ਇਸ਼ਨਾਨ ਕਰ ਏਕ ਹੈ, ਪਹਿਰਾਏ ਬਸਤਰ ਨਵੀਨ, ਗੁਰਿਆਈ ਜਗ ਕੀ ਦਈ ਸਤਿਗੁਰ ਪੁਰਖ ਪ੍ਰਵੀਨ। ਹੁਣ ਇਹ ਜੋ ਘਟਨਾ ਹੋਈ ਕਿ ਜੁਲਾਈ ਕਮਲੀ ਹੋ ਗਈ, ਤੇ ਇਸ ਤੋਂ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਹਨਾਂ ਨੂੰ ਇਹ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਹੁਣ ਇੱਥੇ ਇੱਕ ਬੜੀ ਅਜੀਬ ਗੱਲ ਜਿਹੜੀ ਇਹ ਸੀਕੁਐਂਸ ਆਫ ਇਵੈਂਟਸ ਜਿਹੜਾ ਦਿੰਦਾ ਹੈ, ਉਹ ਕਮਾਲ ਹੈ ਕਿ ਗੁਰਿਆਈ ਬਖਸ਼ ਦਿੱਤੀ। ਹੁਣ ਗੁਰਿਆਈ ਬਖਸ਼ਣ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਬਾਸਰ ਕੇ ਭੇਜ ਦਿੰਦੇ ਹਨ, ਤੇ ਨਾਲ ਉਹਨਾਂ ਨੂੰ ਪੁੱਛਦੇ ਹਨ ਕਿ ਤੁਹਾਡਾ ਪਰਿਵਾਰ ਵਿੱਚ ਕੌਣ ਕੌਣ ਹੈ। ਹੁਣ ਬੜੀ ਅਜੀਬ ਗੱਲ ਹੈ, ਇੰਨੀ ਨੇੜੇ ਦੀ ਰਿਸ਼ਤੇਦਾਰੀ ਹੋਵੇ ਤੇ 12 ਸਾਲ ਤੋਂ ਉਹਨਾਂ ਦੇ ਕੋਲ ਰਹਿ ਰਹੇ ਹੋਣ, ਉਹਨਾਂ ਦੀ ਸੇਵਾ ਦੇ ਵਿੱਚ ਹੋਣ, ਤੇ ਉਹਨਾਂ ਨੂੰ ਬਾਬਾ ਅਮਰਦਾਸ ਜੀ ਦੇ ਪਰਿਵਾਰ ਦਾ ਹੀ ਨਾ ਪਤਾ ਹੋਵੇ। ਤੇ ਫਿਰ ਗੁਰੂ ਬਾਬਾ ਅਮਰਦਾਸ ਜੀ ਕਹਿੰਦੇ ਹਨ ਕਿ ਮੇਰੇ ਇਸ ਤਰ੍ਹਾਂ ਹੈ, 2 ਧੀਆਂ ਹਨ ਜਿਹੜੀਆਂ ਵਿਆਹੀਆਂ ਹੋਈਆਂ। ਹੁਣ ਇਹ ਵੀ ਬੜੀ ਸਿਗਨੀਫੀਕੈਂਟ ਜਿਹੀ ਗੱਲ ਇਹਨਾਂ ਨੇ ਲਿਖ ਦਿੱਤੀ ਹੈ ਕਿ ਇਹਨਾਂ ਦੇ ਮੁਤਾਬਕ ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਦੇ ਨਾਲ ਉਹਨਾਂ ਦੇ ਗੁਰਿਆਈ ਦਾ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋ ਚੁੱਕਾ ਸੀ। ਤਾਂ ਫਿਰ ਇਹ ਗੱਲ ਹੁੰਦੀ ਹੈ ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਹਨ ਕਿ ਮੇਰੇ ਵੀ 2 ਪੁੱਤਰ ਹਨ, ਤੇ ਫਿਰ ਉਹ ਵਰ ਦਿੰਦੇ ਹਨ ਕਿ ਤੁਹਾਡੇ ਵੀ 2 ਪੁੱਤਰ ਹੋ। ਹੁਣ ਉਹਨਾਂ ਦੀਆਂ ਧੀਆਂ ਤਾਂ ਦੋਨੋਂ ਵਿਆਹੀਆਂ ਹੋਈਆਂ ਹਨ ਪਹਿਲੇ। ਤਾਂ ਫਿਰ ਜਦੋਂ ਇਹਨਾਂ ਨੂੰ ਹੁਕਮ ਕਰਦੇ ਹਨ ਕਿ ਤੁਸੀਂ ਬਾਸਰ ਕੇ ਰਹੋ, ਫਿਰ ਉਸ ਤੋਂ ਕੁਝ ਦੇਰ ਬਾਅਦ ਇਹਨਾਂ ਨੂੰ ਗੋਇੰਦਵਾਲ ਭੇਜ ਦਿੰਦੇ ਹਨ ਕਿ ਤੁਸੀਂ ਉੱਥੇ ਰਹੋ। ਇੱਥੇ ਗੋਇੰਦਵਾਲ ਨੂੰ ਵਸਾਉਣ ਦੀ ਕੋਈ ਜ਼ਿਕਰ ਨਹੀਂ ਕੀਤਾ ਇਹਨਾਂ ਨੇ। ਤੇ ਗੋਇੰਦਵਾਲ ਦੇ ਵਿੱਚ ਵੀ ਆਪ ਲਿਖਦੇ ਹਨ ਕਿ ਉੱਥੇ ਜਦੋਂ ਰਹਿਣ ਲਈ ਗਏ ਤਾਂ ਸਿੱਖਾਂ ਨੇ ਇੱਕ ਸੁੰਦਰ ਘਰ ਬਣਾਇਆ,
ਜਦੋਂ ਗਏ ਬਾਬਾ ਅਮਰਦਾਸ ਜੀ ਨੇ ਦੇਖਿਆ, ਹੁਣ ਗੁਰਿਆਈ ਇਹਨਾਂ ਦੇ ਮੁਤਾਬਕ ਦੇ ਦਿੱਤੀ ਤੇ ਗੁਰੂ ਅਮਰਦਾਸ ਹੀ ਕਹਿਣਾ ਪਏਗਾ, ਕਿਉਂਕਿ ਆਪ ਹੁਣੇ ਉਹਨਾਂ ਨੂੰ ਗੁਰੂ ਅਮਰਦਾਸ ਕਹਿਣਾ ਸ਼ੁਰੂ ਕਰ ਦਿੰਦੇ ਹਨ ਇਸ ਤੋਂ ਬਾਅਦ। ਤੇ ਉਹ ਕਹਿੰਦੇ ਹਨ ਕਿ ਉਹਨਾਂ ਨੇ ਹੁਕਮ ਕੀਤਾ ਕਿ ਇਸ ਘਰ ਨੂੰ ਅੱਗ ਲਾ ਦਿਓ। ਤੇ ਜਦੋਂ ਅੱਗ ਲੱਗ ਗਈ ਤਾਂ ਫਿਰ ਉਸ ਤੋਂ ਬਾਅਦ ਕਿਹਾ ਹੁਣ ਇਹ ਘਰ ਦੁਬਾਰਾ ਬਣਾਓ, ਤੇ ਜਦੋਂ ਦੁਬਾਰਾ ਬਣ ਗਿਆ ਉਹਦੇ ਵਿੱਚ ਗੁਰੂ ਅਮਰਦਾਸ ਜੀ ਫਿਰ ਰਹੇ। ਉਹ ਚੁਬਾਰੇ ਵਾਲਾ ਘਰ ਬਣਾਇਆ ਗਿਆ। ਤੋ ਇਹਦੇ 'ਚ ਇਹ ਇੱਕ ਅਲੱਗ ਚੀਜ਼ ਹੈ ਕਿ ਫਿਰ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਮਿਲਣ ਲਈ ਵੀ ਉੱਥੇ ਆਏ। ਫਿਰ ਕੁਝ ਸਮੇਂ ਦੇ ਪਿੱਛੋਂ ਜਦੋਂ ਮਿਲਣ ਲਈ ਆਏ ਤਾਂ ਉਦੋਂ ਕੀ ਹੋਇਆ ਕਿ ਨਾਲ ਦਰਿਆ ਵਗਦਾ ਸੀ, ਤੇ ਦਰਿਆ ਦੇ ਵਿੱਚੋਂ ਕਵੀ ਜੀ ਲਿਖਦੇ ਹਨ ਕਿ ਵਰੁਣ ਦੇਵਤਾ, ਜਿਹੜਾ ਪਾਣੀ ਦਾ ਦੇਵਤਾ ਹੁੰਦਾ, ਉਹ ਜਲ ਦੇ ਵਿੱਚੋਂ ਨਿਕਲ ਕੇ ਇਹਨਾਂ ਨੂੰ ਦਰਸ਼ਨ ਕਰਨ ਲਈ ਆਇਆ, ਤੇ ਨਾਲ ਭੇਟਾ ਦੇ ਤੌਰ ਤੇ ਇੱਕ ਵੱਡੀ ਮੱਛਲੀ ਲਿਆਇਆ। ਤੇ ਜਦੋਂ ਦਰਸ਼ਨ ਕਰਕੇ ਚਲਾ ਗਿਆ ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਹ ਮੱਛਲੀ ਨੂੰ ਤਲਵਾ ਕੇ ਰਿੰਨ ਕੇ ਖਾਧਾ, ਤੇ ਬੜੇ ਸਵਾਦ ਦੇ ਨਾਲ ਖਾਧਾ ਇਹ ਕਹਿੰਦਾ ਹੈ। ਤੇ ਫਿਰ ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਦੋ ਪੁੱਤਰਾਂ ਦਾ ਵਰ ਦਿੱਤਾ ਤਾਂ ਫਿਰ ਇਸ ਤੋਂ ਕੁਝ ਸਮਾਂ ਬਾਅਦ ਤੀਜੇ ਪਾਤਸ਼ਾਹ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਇੱਕੋ ਹੀ ਦਿਨ, ਪਹਿਲੇ ਮੋਹਰੀ ਜੀ ਤੇ ਫਿਰ ਬਾਬਾ ਮੋਹਨ ਜੀ। ਤੋ ਇਹ ਬਿਲਕੁਲ ਅਜੀਬ ਤਰੀਕੇ ਦੇ ਨਾਲ ਇਹਨਾਂ ਨੇ ਸਾਰੀ ਕਥਾ ਬਿਆਨ ਕੀਤੀ ਹੈ, ਕਿਉਂਕਿ ਗੁਰੂ ਸਾਹਿਬ ਦੇ ਸਾਰੇ ਜੀਵਨ ਦੇ ਇਤਿਹਾਸ ਨੂੰ ਅਸੀਂ ਜਦੋਂ ਪੜ੍ਹਦੇ ਹਾਂ ਤੇ ਇਹ ਗੱਲਾਂ ਕਿਤੇ ਸਾਡੀ ਸਮਝ ਦੇ ਵਿੱਚ ਫਿੱਟ ਨਹੀਂ ਬੈਠਦੀਆਂ। ਫਿਰ ਉਸ ਤੋਂ ਅੱਗੇ ਇਹਨਾਂ ਨੇ ਤਪੇ ਵਾਲੀ ਸਾਖੀ ਲਿਖੀ ਹੈ, ਬਈ ਉਹ ਤਪੇ ਨੂੰ ਫੜ ਕੇ ਘੜੀਸਿਆ ਗੁਰੂ ਅਮਰਦਾਸ ਜੀ ਦੇ ਹੁਕਮ ਥੱਲੇ, ਤੇ ਮੀਂਹ ਪਿਆ। ਤੇ ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਆਏ, ਉਹ ਥੋੜੇ ਜਿਹੇ ਨਾਰਾਜ਼ ਹੋਏ। ਫਿਰ ਉਸ ਤੋਂ ਬਾਅਦ ਇੱਕ ਹੋਰ ਵੀ ਕਰਾਮਾਤ ਇਹਨੇ ਡਿਸਕ੍ਰਾਈਬ ਕੀਤੀ ਹੈ ਕਿ ਗੁਰੂ ਅਮਰਦਾਸ ਜੀ ਰਸਤੇ 'ਚ ਜਾ ਰਹੇ ਸਨ, ਇੱਕ ਮਰੇ ਹੋਏ ਬੰਦੇ ਦੀ ਹੱਡੀ ਵਹੀ ਸੀ, ਉਹ ਸਤਿਗੁਰੂ ਜੀ ਦੇ ਪੈਰ ਨਾਲ ਛੂਈ ਤੇ ਉਹ ਬੰਦਾ ਹੀ ਉੱਠ ਕੇ ਬੈਠ ਗਿਆ। ਫਿਰ ਸ਼ੀਹੇ ਉੱਪਲ ਨੇ ਉਹਦੀ ਕਹਾਣੀ ਇਹਨਾਂ ਨੇ ਲਿਖੀ ਹੈ, ਜਿਹੜੀ ਅਸੀਂ ਹੁਣ ਤੱਕ ਪੜ੍ਹਦੇ ਸੁਣਦੇ ਆਏ ਹਾਂ ਉਸ ਤੋਂ ਬਿਲਕੁਲ ਫਰਕ ਢੰਗ ਨਾਲ ਇਹਨਾਂ ਨੇ ਲਿਖੀ ਹੈ। ਕਿ ਸ਼ੀਹੇ ਉੱਪਲ ਦੇ ਬਾਰੇ ਅਸੀਂ ਪੜ੍ਹਦੇ ਆਏ ਹਾਂ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਕੋਈ ਫੰਕਸ਼ਨ ਕਰਨਾ ਚਾਹੁੰਦਾ ਸੀ, ਤੇ ਉਹਦੇ ਲਈ ਉਹਨੇ ਬੱਕਰੇ ਵੱਢਣੇ ਸਨ। ਤੇ ਗੁਰੂ ਅੰਗਦ ਪਾਤਸ਼ਾਹ ਨੇ ਉਹਨੂੰ ਹਟਕਿਆ ਕਿ ਭਾਈ ਇਹ ਕੰਮ ਨਹੀਂ ਕਰੀਦੇ, ਸਾਦਾ ਭੋਜਨ ਕਰੀਦਾ ਹੁੰਦਾ ਹੈ। ਪਰ ਇੱਥੇ ਬਿਲਕੁਲ ਉਲਟ ਹੈ ਕਿ ਔਰ ਜਿਹੜੀ ਘਟਨਾ ਵੀ ਹੈ ਜਿਹਦੇ ਵਾਸਤੇ ਸਾਰਾ ਕੁਝ ਕਰਨਾ ਸੀ, ਉਹ ਸ਼ੀਹੇ ਉੱਪਲ ਨੇ ਆਪਣੇ ਪੁੱਤਰ ਦਾ ਮੁੰਡਨ ਕਰਨਾ ਸੀ। ਹੁਣ ਚੂੰਕਿ ਗੁਰੂ ਅੰਗਦ ਦੇਵ ਪਾਤਸ਼ਾਹ ਉਹਨੂੰ ਬੜਾ ਪਸੰਦ ਕਰਦੇ ਸਨ ਭਾਈ ਸ਼ੀਹੇ ਉੱਪਲ ਨੂੰ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਪੁੱਤਰ ਨੂੰ ਲੈ ਕੇ ਖਡੂਰ ਸਾਹਿਬ ਹੀ ਆ ਜਾਓ। ਤੇ ਇੱਥੇ ਹੀ ਉਹਨਾਂ ਨੇ ਮੁੰਡਨ ਕਰਵਾਇਆ ਉਹਦਾ, ਤੇ 100 ਬੱਕਰੇ ਵੱਢੇ ਗਏ। ਤੇ ਜਿਹੜੇ ਸ਼ੀਹੇ ਉੱਪਲ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਜਿਹੜੇ ਜਠੇਰੇ ਹਨ ਉਹ ਬੜੇ ਬੜੇ ਕਰੜੇ ਹਨ, ਉਹਨਾਂ ਨੂੰ ਖੁਸ਼ ਕਰਨ ਲਈ 100 ਬੱਕਰੇ ਵੱਢੇ ਜਾਣੇ ਆ। ਤੋ ਇਸ ਤਰ੍ਹਾਂ ਉੱਥੇ ਲੰਗਰ ਲੱਗਾ ਬੜਾ ਵੱਡਾ, ਜਿਹਦੇ 100 ਬੱਕਰੇ ਵੱਢ ਕੇ ਉਹਨਾਂ ਦਾ ਮੀਟ ਬਣਾ ਕੇ ਸਾਰੀ ਸੰਗਤ ਨੂੰ ਖਵਾਇਆ ਗਿਆ। ਤੋ ਇਹ ਸਾਰੀਆਂ ਘਟਨਾਵਾਂ ਆਪ ਜੀ ਬਿਆਨ ਕਰ ਰਹੇ ਹਨ। ਉਹ ਜੁਲਾਈ ਵਾਲੀ ਸਾਖੀ ਤੋਂ ਬਾਅਦ ਜਦੋਂ ਉਹਨਾਂ ਨੂੰ ਗੁਰਿਆਈ ਬਖਸ਼ ਦਿੱਤੀ, ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦਾ ਜਨਮ ਹੁੰਦਾ ਹੈ। ਕਈ ਘਟਨਾਵਾਂ ਵੱਡੀਆਂ ਉਹਨੇ ਲਿਖੀਆਂ ਹਨ, ਤਪੇ ਵਾਲੀ ਸਾਖੀ ਹੈ, ਸ਼ੀਹੇ ਉੱਪਲ ਵਾਲੀ ਸਾਖੀ ਹੈ। ਤੇ ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦੀ ਸਾਖੀ ਉਹ ਅਖੀਰ ਦੇ ਉੱਤੇ ਲਿਖਦਾ ਹੈ, 16ਵੀਂ ਸਾਖੀ ਇਹਨਾਂ ਦੇ ਜੀਵਨ ਦੀ। ਪਰ ਉੱਥੇ ਵੀ ਇਹਦਾ ਜਿਹੜਾ ਬਿਰਤਾਂਤ ਹੈ ਉਹ ਥੋੜਾ ਜਿਹਾ ਫਰਕ ਇਹ ਹੋ ਜਾਂਦਾ ਹੈ, ਕਿਉਂਕਿ ਅਸੀਂ ਤਾਂ ਪੜ੍ਹਦੇ ਆਏ ਹਾਂ ਕਿ ਦਾਸੂ ਤੇ ਦਾਤੂ ਜੀ ਦੋਵਾਂ ਦੇ ਮਨ ਦੇ ਵਿੱਚ ਥੋੜੀ ਜਿਹੀ ਰਿਲਕਟੈਂਸ ਸੀ, ਪਰ ਇਹ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਲਿਖਦੇ ਹਨ ਕਿ ਦਾਤੂ ਤੇ ਦਾਸੂ ਦੋਵਾਂ ਨੇ ਆਪਣੇ ਪਿਤਾ ਜੀ ਦਾ ਹੁਕਮ ਮੰਨ ਕੇ ਦੋਵੇਂ ਉਹਨਾਂ ਦੇ ਚਰਨੀ ਲੱਗੇ ਔਰ ਉਹਨਾਂ ਦੇ ਤਾਬਿਆਂ ਦੇ ਵਿੱਚ ਰਹੇ। ਤੋ ਇਹ ਜੋ ਅਸੀਂ ਪਹਿਲਾ ਜੀਵਨ ਡਿਸਕਸ ਕੀਤਾ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਦਾ, ਇਸ ਪੁਸਤਕ ਦੇ ਮੁਤਾਬਕ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਪੁਸਤਕ ਨੂੰ ਲਿਖਣ ਵਾਲੇ ਦੀ ਸੋਚ ਕੀ ਸੀ, ਕਿੰਨਾ ਕੁ ਉਹਨਾਂ ਦਾ ਗੁਰਮਤਿ ਦੇ ਵਿੱਚ ਜਾਂ ਸਨਾਤਨ ਦੇ ਵਿੱਚ ਜਾਂ ਗੁਰਮਤਿ ਸਿਧਾਂਤਾਂ ਦੇ ਬਾਰੇ ਉਹਨਾਂ ਦਾ ਕੀ ਅਪਰੋਚ ਸੀ, ਕੀ ਸੋਚ ਸੀ। ਤੋ ਇਹ ਸਾਰੀਆਂ ਗੱਲਾਂ ਅਸੀਂ ਇਹਦੇ ਤੋਂ ਅੰਦਾਜ਼ਾ ਲਗਾ ਸਕਦੇ। ਅੱਜ ਇਹ ਪਹਿਲੀ ਜੀਵਨੀ ਅੱਗੋਂ ਆਪਾਂ ਡਿਸਕਸ ਕਰਨੀ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜੀਵਨ ਜਿਹੜਾ ਅਸੀਂ ਅੱਗੇ ਡਿਸਕਸ ਕੀਤਾ ਸੀ ਇਹਨਾਂ ਦਾ ਦਿੱਤਾ ਹੋਇਆ, ਉਹ ਮੁੱਖ ਤੌਰ ਦੇ ਉੱਤੇ ਉਸ ਤੋਂ ਪਹਿਲਾਂ ਲਿਖੀਆਂ ਜਾ ਚੁੱਕੀਆਂ ਜਨਮ ਸਾਖੀਆਂ ਦੇ ਉੱਤੇ ਹੀ ਆਧਾਰਿਤ ਸੀ। ਤੋ ਇਹ ਇੱਕ ਕਿਸਮ ਨਾਲ ਇਹਨਾਂ ਦੀ ਮੌਲਿਕ ਰਚਨਾ ਹੈ ਇਤਿਹਾਸ ਦੀ, ਜਿਹੜੀ ਇਹਨਾਂ ਨੇ ਆਪ ਲਿਖੀ ਹੈ। ਤੋ ਉਹਦੇ ਵਿੱਚੋਂ ਸਾਨੂੰ ਇਹਨਾਂ ਦੇ ਬਾਰੇ, ਇਹਨਾਂ ਦੀ ਸੋਚ ਬਾਰੇ ਅੰਦਾਜ਼ਾ ਲੱਗ ਜਾਏ। ਇਹ ਮੈਂ ਥੋੜਾ ਜਿਹਾ ਅੱਜ ਡਿਟੇਲ ਦੇ ਵਿੱਚ ਡਿਸਕ੍ਰਾਈਬ ਕੀਤਾ। ਅਗਲੇ ਸੈਸ਼ਨਸ ਦੇ ਵਿੱਚ ਅਸੀਂ ਬਾਕੀ ਗੁਰੂਆਂ ਦਾ ਜੀਵਨ ਜਿਵੇਂ ਇਹਨਾਂ ਨੇ ਲਿਖਿਆ ਉਹਦੀਆਂ ਕੇਵਲ ਮੁੱਖ ਘਟਨਾਵਾਂ ਦਾ ਅਸੀਂ ਵਰਣਨ ਕਰਕੇ ਇਹਨੂੰ ਥੋੜਾ ਜਿਹਾ ਸੰਖੇਪ ਰੱਖਣ ਦਾ ਯਤਨ ਕਰਾਂਗੇ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹਨ ਜੀ, ਆਪ ਜੀ ਕਿਰਪਾ ਕਰਕੇ ਖਿਮਾ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।
बहुत बहुत धन्यवाद है वीर प्रभकीर्तन सिंह जी। वाकई बहुत ज्यादा ਮਿਹਨਤ ਮੰਗਦੇ ਕੰਮ ਜਿਹੜਾ ਤੁਸੀਂ ਛੋਇਆ। तो संगत जी जिस तरह आप ਹੁਣ ਸਰਵਣ ਵੀਰ ਜੀ ਕੋਲੋਂ ਸੁਣਿਆ ਕਿ ਤੁਸੀਂ ਦੇਖ ਲਓ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਪ੍ਰਚਲਿਤ ਗੱਲਾਂ ਜੋ ਅੱਜ ਤੱਕ ਸੰਗਤਾਂ ਸੁਣਦੇ ਸੁਣਦੇ ਨੇ ਉਹ ਤੋਂ ਬਿਲਕੁਲ ਵੱਖਰੀਆਂ। ਤੇ ਜਿਸ ਕੌਮ ਦੇ ਇਤਿਹਾਸ ਵਿੱਚ ਇੰਨਾ ਕੁ ਰਲਗੱਡ ਹੋਵੇ ਤੇ ਇਹਦੇ ਕਾਰਨ ਜਿਹੜੇ ਨੇ ਉਹ ਜ਼ਰੂਰ ਲੱਭਣੇ ਚਾਹੀਦੇ ਨੇ। ਕੁਝ ਗੱਲਾਂ ਤੇ ਸਪਸ਼ਟ ਹੀ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਨਿਰਮਲ ਪੰਥ ਚਲਾਇਆ ਉਹਦੀ ਵਿਰੋਧਤਾ ਜਿਹੜੀ ਚੱਲ ਰਹੀ ਹੈ। ਔਰ ਬੜੇ ਆਪਾਂ ਜਿਵੇਂ ਪਹਿਲੇ ਵੀ ਵੀਰ ਜੀ ਕੋਲੋਂ ਬਾਕੀ ਲਿਖਾਰੀਆਂ ਦੀਆਂ ਗੱਲਾਂ ਵੀ ਸੁਣੀਆਂ ਨੇ, ਇਹ ਬੜੇ ਮਿੱਠੇ ਤਰੀਕੇ ਦੇ ਨਾਲ ਇਹ ਚੀਜ਼ਾਂ ਘੋਲੀਆਂ ਜਾ ਰਹੀਆਂ ਨੇ। ਅੱਜ ਤੇ ਬਹੁਤ ਕਮਾਲ ਦੀਆਂ ਗੱਲਾਂ ਜਿਹੜੀਆਂ ਨੇ, ਵਾਰ ਸ਼ਰਾਬ ਦੀ ਗੱਲ ਵੀ ਆ ਗਈ, ਕਰਾਮਾਤਾਂ ਦੀ ਵੀ ਗੱਲ ਆ ਗਈ, ਮੀਟ ਖਾਣ ਦੀ ਗੱਲ ਵੀ ਆ ਗਈ, ਬੱਕਰੇ ਵੱਢਣ ਦੀ ਗੱਲ ਵੀ ਆ ਗਈ। ਤੇ ਇਹ ਗੱਲਾਂ ਜਿਹੜੀਆਂ ਨੇ ਕੋਈ ਹਜ਼ਮ ਹੋਣ ਵਾਲੀਆਂ ਨਹੀਂ। ਤੇ ਇਹਦਾ ਮਤਲਬ ਇਹ ਹੈ ਕਿ ਬਹੁਤ ਸਾਰਾ ਸਾਡੇ ਸਾਹਮਣੇ ਸਾਡੇ ਇਤਿਹਾਸ ਵਿੱਚ ਚੀਜ਼ਾਂ ਪਰੋਸੀਆਂ ਗਈਆਂ ਨੇ। ਔਰ ਤਕਰੀਬਨ ਦੇਖ ਲਓ 4-4 ਸਦੀਆਂ ਦਾ ਸਮਾਂ ਵੀ ਲੰਘ ਗਿਆ, ਕਿਸੇ ਨੂੰ 3 ਸਦੀ, ਕਿਸੇ ਨੂੰ 4 ਸਦੀ ਇਹ ਚੀਜ਼ਾਂ ਲਿਖਣ ਤੋਂ ਬਾਅਦ। ਤੇ ਅਜੇ ਤੱਕ ਇਹਦਾ ਕੋਈ ਕਿਸੇ ਨੇ ਐਕਸ਼ਨ ਨਹੀਂ ਲਿਆ। ਜਿਹੜੀਆਂ ਕਿ ਸਾਡੀਆਂ ਸਿਰਮੌਰ ਜਥੇਬੰਦੀਆਂ ਨੇ ਉਹਨਾਂ ਨੂੰ ਸਭ ਤੋਂ ਪ੍ਰਾਇੋਰਟੀ ਤੇ ਕੰਮ ਹੀ ਇਹ ਕਰਨਾ ਚਾਹੀਦਾ ਹੈ ਕਿ ਆਪਣੇ ਇਤਿਹਾਸ 'ਚ ਫਿਲਟਰ ਲਾਈਏ। ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਆਪਾਂ ਦੇਖੀਆਂ ਨੇ, ਜਿਵੇਂ ਭਾਈ ਬਲਵੰਡ ਜੀ ਦੀ ਸਾਖੀ ਹੈ, ਪੰਚਮ ਪਾਤਸ਼ਾਹ ਨਾਲ ਇੱਥੇ ਦੂਜੇ ਪਾਤਸ਼ਾਹ ਨਾਲ ਰਿਲੇਟਡ ਹੈ। ਫਿਰ ਜ਼ਿਆਦਾ ਔਖਿਆਈ ਤਾਂ ਸੁਣ ਕੇ ਹੋਈ ਜਿਸ ਵੇਲੇ ਗੋਰਖਨਾਥ ਕੋਲੋਂ ਰਿਕਮੈਂਡੇਸ਼ਨ ਲਈ ਗਈ ਵੀ ਅੱਗੋਂ ਉੱਤਰਾਧਿਕਾਰੀ ਕੌਣ ਬਣਨਾ ਚਾਹੀਦਾ। ਇਸ ਤੋਂ ਬਾਅਦ ਕੀ ਮਤਲਬ ਹੈ ਵੀ ਹੋ ਸਕਦਾ ਕਿ ਅਸੀਂ ਆਪਣੇ ਇਤਿਹਾਸ ਨੂੰ ਕਿਸ ਤਰ੍ਹਾਂ ਰੱਖਿਆ ਇਹਨਾਂ ਨੇ ਸਾਡੇ ਇਤਿਹਾਸ ਦੇ ਵਿੱਚ, ਤੇ ਅਸੀਂ ਚੁੱਪ ਕਰਕੇ ਬੈਠੇ। तो मैं तो यही बेनती करांगा वीर प्रभकीर्तन सिंह जी, आप जी ये मेहनत कर रहे हो, सतगुरु कृपा करन ते ਇਹੋ जी मेहनत बाकी भी ਜਿਹੜੇ ਵਿਦਵਾਨ ਨੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਕਿਉਂਕਿ ਇਤਿਹਾਸ ਬੜਾ ਵੱਡਾ ਹੈ ਔਰ ਪਤਾ ਨਹੀਂ ਕਿੰਨੀਆਂ ਕਿ ਇਹੋ ਜਿਹੀਆਂ ਲੇਖਣੀਆਂ ਹੋਣੀਆਂ ਨੇ। ਹਾਲਾਂਕਿ ਕਾਫੀ ਵੀਰ ਜੀ ਸਾਡੇ ਨਾਲ ਡਿਸਕਸ ਕਰ ਰਹੇ ਨੇ, ਪਰ ਹੋਰ ਵੀ ਬੜੀਆਂ ਕੁਝ ਹੋਣਗੀਆਂ। ਤਾਂ ਲੋੜ ਹੈ ਇਹਨਾਂ ਸਾਰਿਆਂ ਨੂੰ ਪੁਣ ਛਾਣ ਕਰਨ ਦੀ। ਨਹੀਂ ਤੇ ਆਉਣ ਵਾਲਾ ਜਿਹੜਾ ਸਮਾਂ, ਜਿਵੇਂ ਹੁਣ 3 ਸਦੀਆਂ ਲੰਘ ਗਈਆਂ ਨੇ, ਅਸੀਂ ਸੁੱਤੇ ਪਏ ਹਾਂ। ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬਹੁਤ ਤੇਜ਼ ਤਰਾਰ ਸਮਾਂ। ਹੁਣ ਅਸੀਂ 21ਵੀਂ ਸਦੀ ਜਾ ਰਹੇ ਹਾਂ। ਨਾ ਹੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹਨਾਂ ਕੋਲ ਇੰਨਾ ਸਮਾਂ ਹੈ ਵੀ ਉਹ ਘੋਖਣਗੇ। ਤੇ ਪਰ ਜਿਹੜੀਆਂ ਚੀਜ਼ਾਂ ਵਿੱਚ ਲਿਖੀਆਂ ਨੇ, ਕਿਉਂਕਿ ਪ੍ਰਚਾਰਕਾਂ ਨੇ ਤਕਰੀਬਨ ਇਹੋ ਜਿਹੀਆਂ ਗੱਲਾਂ ਵਧਾ ਘਟਾ ਕੇ ਸਟੇਜਾਂ ਤੇ ਸੁਣਾਈਆਂ ਜਾਂਦੀਆਂ ਨੇ, ਅਸੀਂ ਸੁਣ ਵੀ ਲੈਂਦੇ ਹਾਂ। ਤੇ ਉਹਨਾਂ ਨੇ ਉਹ ਕੁਝ ਸੁਣਨਾ, ਜੋ ਸੁਣਨਾ ਉਹ ਸਮਝਣਾ ਵੀ ਇਹੀ। ਅਗਰ ਇਹ ਹੈ ਤੇ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਫਿਰ ਮੰਨਣ ਨੂੰ ਤਿਆਰ ਨਹੀਂ ਹੋਏਗੀ ਕਿ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜਾਂ ਇਹ ਚੀਜ਼ਾਂ ਨੇ ਉਹ ਕਿਸੇ ਇੱਕ ਚੋਂ ਜ਼ਰੂਰ ਮੁਨਕਰ ਹੋ ਜਾਣਗੇ। तो मैं तो समझना है जिससे बर्निंग टॉपिक कि ਅਸੀਂ ਆਪਣੇ ਇਤਿਹਾਸ ਨੂੰ ਸਾਫ਼ ਕਰ ਸਕੀਏ। तो ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਲੱਗੇ ਰਹੋ ਤੇ ਇਹ ਸਾਰਾ ਕੁਝ ਜਿਹੜਾ ਇਹ ਸਾਹਮਣੇ ਆਵੇ। ਤੇ ਜਿਵੇਂ ਆਲਰੇਡੀ ਇੱਥੇ ਗੱਲਬਾਤ ਹੁੰਦੀ ਰਹਿੰਦੀ ਪਲੇਟਫਾਰਮ ਤੇ ਕਿ ਵੀਰ ਜੀ ਸਭ ਕੁਝ ਜੋ ਬਣਾ ਰਹੇ ਨੇ ਇਹਨੂੰ ਪੁਸਤਕ ਰੂਪ ਵਿੱਚ ਲਿਆਂਦਾ ਜਾਏ ਸਾਹਮਣੇ, ਤੇ ਸ਼ਾਇਦ ਆਉਣ ਵਾਲੇ ਸਮੇਂ 'ਚ ਉਹਦੀ शायद नहीं बिल्कुल जरूरी ਉਹਦੀ ਮਦਦ ਮਿਲੇਗੀ। तो हो सकता है ਜੇ ਇਧਰੋਂ ਮਿਸ਼ਨਰੀ ਕਾਲਜ ਪ੍ਰੋਜੈਕਟ ਸ਼ੁਰੂ ਕਰੇਗਾ ਤੇ ਸ਼ਾਇਦ ਬਾਕੀਆਂ ਨੂੰ ਵੀ ਕੁਝ ਥੋੜਾ ਬਹੁਤਾ ਹਲੂਣਾ ਮਿਲੇ। ਲੋੜ ਤੇ ਹੈ, ਮੈਂ ਤਾਂ ਕਹਿੰਦਾ ਆਲ ਰਾਊਂਡ ਇਹ ਤੇ ਇਸ ਵੇਲੇ ਐਫਰਟਸ ਹੋਣੀਆਂ ਚਾਹੀਦੀਆਂ ਨੇ। ਜਿਸ ਤਰ੍ਹਾਂ ਅਸੀਂ ਗੁਰਬਾਣੀ ਨੂੰ ਸਮਝਾਉਂਦੇ ਹਾਂ, ਉਸੇ ਤਰ੍ਹਾਂ ਇਤਿਹਾਸ ਜਿਹੜਾ ਹੈ ਇਹ ਵੀ ਜਿਹੜਾ ਹੈਗਾ ਇਹਨੂੰ ਠੀਕ ਕਰੀਏ ਤੇ ਤਾਂ ਹੀ ਆਉਣ ਵਾਲਾ ਸਮਾਂ ਜਿਹੜਾ ਸਾਡਾ ਕੁਝ ਸ਼ਾਇਦ ਬਚ ਜਾਏ। ਨਹੀਂ ਤੇ ਇਸ ਵੇਲੇ ਅਸੀਂ ਜਿੱਥੇ ਕ੍ਰਾਸ ਡੋਰ ਤੇ ਖੜੇ ਆਪ ਸਭ ਨੂੰ ਪਤਾ ਹੈ ਕਿ ਜਿਹੜੇ ਹੁਣ ਦੀ ਪੀੜ੍ਹੀ ਹੈ ਉਹਨਾਂ 'ਚ ਕਿੰਨੀ ਮਤਲਬ ਵੀ ਆਪਾਂ ਇਸ ਸਟੇਜ ਤੇ ਵੀ ਗੱਲ ਕਰ ਲਈ ਜਿਵੇਂ ਆਪਾਂ ਬੈਠੇ ਹਾਂ, ਸਾਡੀ ਉਮਰ ਦੇ ਬਹੁਤੇ ਨੇ ਨੌਜਵਾਨ ਨਹੀਂ ਆਉਂਦੇ। ਇਸੇ ਤਰ੍ਹਾਂ ਗੁਰਦੁਆਰਾ 'ਚ ਇਹੀ ਹਾਲ ਹੈ ਵੀ ਨੌਜਵਾਨ ਨਹੀਂ ਆਉਂਦੇ। ਤੇ ਜੇ ਨੌਜਵਾਨਾਂ ਦਾ ਮੁੱਖ ਨਹੀਂ ਇੱਧਰ ਹੈਗਾ ਤੇ ਇਹਨਾਂ ਕਾਰਨਾਂ ਕਰਕੇ ਵੀ ਹੋ ਸਕਦਾ ਕਿ ਸਾਡੀਆਂ ਅਸੀਂ ਆਪਣੇ ਆਪ 'ਚ ਸਾਨੂੰ ਸਪਸ਼ਟ ਨਹੀਂ ਹੈ ਕਿ ਸਾਡਾ ਇਤਿਹਾਸ ਕੀ ਹੈ। तो बड़ा अच्छा उद्यम है जी, सतगुरु कृपा करन, इसी तरह जारी रखो जी। बहुत बहुत धन्यवाद है। तो वीर MP सिंह जी आप जी कोई सवाल ਜਿਹੜੇ ਨੇ ਉਹ ਲੈ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਸਾਹਿਬ ਫੂਲਾ ਸਿੰਘ ਜੀ ਨੂੰ ਬੇਨਤੀ ਕਰਾਂ, ਇੱਕ ਥੋੜੀ ਜਿਹੀ ਮੈਂ ਗੱਲ ਸਪਸ਼ਟ ਸਮਝ ਨਹੀਂ ਚਾਹ ਰਿਹਾ ਸੀਗਾ
ਕਿ ਆਪ ਜੀ ਨੇ ਬਿਆਨ ਕੀਤਾ ਕਿ ਭਈ ਗੁਰੂ ਅਮਰਦਾਸ ਜੀ ਨੂੰ ਵਰ ਦਿੱਤਾ ਗਿਆ ਤੇ ਤਾਂ ਉਹਨਾਂ ਦੇ ਘਰ ਦੋ ਪੁੱਤਰ ਪੈਦਾ ਹੋਏ। ਇਹ ਵਰ ਉਦੋਂ ਦਿੱਤਾ ਗਿਆ ਜਦੋਂ ਉਹਨਾਂ ਨੂੰ ਗੁਰਗੱਦੀ ਦੀ ਡਿਊਟੀ ਵੀ ਬਖਸ਼ ਦਿੱਤੀ ਗਈ ਸੀ। ਇਹ ਇਹੀ ਲਿਖਿਆ ਇਹਨਾਂ ਨੇ ਕਿਤਾਬ ਵਿੱਚ। ਹਾਂਜੀ, ਇਹੀ ਲਿਖਿਆ ਜੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਭਈ 62 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਦੇਵ ਦੀ ਸ਼ਰਨ ਵਿੱਚ ਆਉਂਦੇ ਨੇ। 11-12 ਸਾਲ ਉਹਨਾਂ ਨੇ ਸੇਵਾ ਕੀਤੀ, ਜਿਸ ਤੋਂ ਮਗਰੋਂ ਉਹਨਾਂ ਨੂੰ ਗੁਰਿਆਈ ਮਿਲੀ। तो मतलब 75 73 74 साल की उम्र तो जाके उन्होंने घर बेटे पैदा होए। ਬਿਲਕੁਲ ਇਸੇ ਤਰ੍ਹਾਂ ਹੀ ਲਿਖਿਆ ਜੀ। ਇਹਦੇ ਪਿੱਛੇ ਜੋ ਭਾਵਨਾ ਮੈਂ ਸਮਝਦਾ ਬਾਬਾ ਸਰੂਪ ਦਾਸ ਭੱਲਾ ਦੀ, ਜੋ ਮੈਨੂੰ ਸਮਝ ਆ ਰਹੀ ਹੈ, ਉਹ ਇਹੀ ਹੈ ਕਿ ਉਹ ਆਪਣੇ ਖਾਨਦਾਨ ਨੂੰ ਬਹੁਤ ਉੱਚਾ ਦੱਸਣ ਦੇ ਵਾਸਤੇ, ਕਿਉਂਕਿ ਉਹ ਬਾਬਾ ਮੋਹਰੀ ਜੀ ਦੀ ਸੰਤਾਨ ਨੇ, ਤੇ ਇੱਕ ਤਾਂ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਪਾਤਸ਼ਾਹ ਦੇ ਸਪੁੱਤਰ ਹੋਏ, ਤੇ ਦੂਜੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਅਸੀਸ ਨਾਲ ਪੈਦਾ ਹੋਏ, ਉਹਨਾਂ ਦੇ ਵਰ ਨਾਲ ਪੈਦਾ ਹੋਏ। ਤੋ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਬਹੁਤ ਉੱਚਾ ਚੁੱਕਣਾ ਚਾਹੁੰਦੇ ਹੋਣਗੇ। ਇਸ ਤਰੀਕੇ ਦੇ ਨਾਲ ਉਹ ਮਤਲਬ ਜਿਹਨੂੰ ਕਹਿੰਦੇ ਨੇ ਨਾ, ਅੱਜ ਕੱਲ੍ਹ ਜਿਹੜਾ ਲਫ਼ਜ਼ ਬੜਾ ਮਸ਼ਹੂਰ ਹੈ ਵੀ ਉਹ ਡਬਲ ਵਾਲੀ ਗੱਲ ਹੋ ਗਈ ਇਹਦੇ ਵਿੱਚ, ਵੀ ਦੋਨੋਂ ਤਰੀਕੇ ਦੇ ਨਾਲ ਹੀ ਉੱਚਤਾ ਉਹਨਾਂ ਦੀ ਸਾਬਤ ਹੋ ਜਾਏ। ਮੈਨੂੰ ਇਹ ਲੱਗਦਾ ਹੈ ਜੀ। ਹਾਲਾਂਕਿ पर उन्होंने ਲੌਜੀਕਲੀ ਤੁਸੀਂ जो ਜੋ जो ਕਹਿ ਰਹੇ ਹੋ उन्होंने ਬਿਲकुल किताब ठीक ਵਿੱਚ ਹੈ। ਲਿਖਿਆ ਹੈ, ਉਹਨਾਂ ਨੇ ਫਿਰ ਸਾਲਾਂ ਦਾ ਸਮੇਂ ਦਾ ਕੋਈ ਹਿਸਾਬ ਕਿਤਾਬ ਮੈਂਸ਼ਨ ਕਰਨ ਦੀ ਖੇਚਲ ਹੀ ਨਹੀਂ ਕੀਤੀ ਮੇਰੇ ਖਿਆਲ। ਤੁਸੀਂ ਦੇਖੋ ਨਾ ਜੀ, ਮੈਂ ਜਿਹੜਾ ਥੋੜੀ ਜਿਹੀ ਡਿਟੇਲ ਵਿੱਚ ਸੁਣਾਇਆ ਹੈ ਆਪ ਜੀ ਨੂੰ, ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਿਆਈ ਦਿੱਤੀ। ਉਸ ਤੋਂ ਬਾਅਦ ਇਹਨਾਂ ਨੇ ਜ਼ਿਕਰ ਨਹੀਂ ਕੀਤਾ, ਲੇਕਿਨ ਉਸ ਤੋਂ ਪਹਿਲੇ ਵੀ ਕਿਸੇ ਥਾਂ ਦੇ ਉੱਤੇ ਗੋਇੰਦਵਾਲ ਦਾ ਜ਼ਿਕਰ ਨਹੀਂ ਆਇਆ, ਤੇ ਫਿਰ ਤੀਜੇ ਪਾਤਸ਼ਾਹ ਦਾ ਗੋਇੰਦਵਾਲ ਜਾ ਕੇ ਰਹਿਣ ਦਾ ਜ਼ਿਕਰ ਆਉਂਦਾ ਹੈ। ਤਾਂ ਅਸੀਂ ਪ੍ਰਜ਼ਿਊਮ ਕਰ ਸਕਦੇ ਹਾਂ ਕਿ ਉਹਨਾਂ ਨੇ ਲਿਖਣਾ ਮੈਂਸ਼ਨ ਨਹੀਂ ਕੀਤਾ। ਗੋਇੰਦਵਾਲ ਉਸ ਤੋਂ ਬਾਅਦ ਵਸਾਇਆ ਗਿਆ ਹੋਣਾ, ਉਹਦੇ ਵਿੱਚ ਵੀ 2-4 ਸਾਲ ਲੱਗੇ ਹੋਣਗੇ। ਫਿਰ ਪੁੱਤਰਾਂ ਦਾ ਜਨਮ ਵੀ ਹੋਇਆ, ਤੇ ਫਿਰ ਉਸ ਤੋਂ ਬਾਅਦ ਹੋਰ ਵੀ ਘਟਨਾਵਾਂ ਉੱਥੇ ਵਾਪਰੀਆਂ। ਤਪੇ ਵਾਲੀ ਘਟਨਾ ਵਾਪਰੀ ਖਡੂਰ ਸਾਹਿਬ ਦੇ ਵਿੱਚ, ਤੇ ਇਸ ਤਰੀਕੇ ਨਾਲ ਕਈ ਘਟਨਾਵਾਂ ਵਾਪਰੀਆਂ। ਤਾਂ ਇਹ ਇੱਕ ਬੜੀ ਅਜੀਬੋ-ਗਰੀਬ ਜਿਹੀ ਸਿਚੁਏਸ਼ਨ ਉਹਨਾਂ ਨੇ ਸਾਡੇ ਸਾਹਮਣੇ ਰੱਖ ਦਿੱਤੀ ਹੈ। ਜੇ ਇਹ ਸਾਰੇ ਵਰਤਾਰੇ ਦਾ ਸਮਾਂ 2-3 ਸਾਲ 4 ਸਾਲ ਵੀ ਅਸੀਂ ਮੰਨ ਲਈਏ, ਤਾਂ ਕੀ 4 ਸਾਲ ਦੂਜੇ ਤੇ ਤੀਜੇ ਪਾਤਸ਼ਾਹ ਪੈਰਲਲ ਗੁਰਿਆਈ ਗੁਰਗੱਦੀ ਤੇ ਬੈਠੇ ਰਹੇ? मतलब ਬੜੀ बहुत ही ਅਜੀਬ ਗੱਲ अनहोनी की ਉਹਨਾਂ गल ਨੇ है। ਲਿਖੀ, ਬੜੀ ਅਣਹੋਣੀ ਜੀ ਗੱਲ ਲਿਖੀ ਹੈ ਜੀ ਉਹਨਾਂ ਨੇ। ਤੋ ਇੱਥੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਨ੍ਹਾਂ ਲੇਖਕਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੂੰ ਆਪਣੇ ਅਸੀਂ ਪ੍ਰਮੁੱਖ ਇਤਿਹਾਸਕ ਸਰੋਤ ਮੰਨਦੇ ਹਾਂ, ਉਹਨਾਂ ਦੀ ਇਤਿਹਾਸਕ ਸੂਝ-ਬੂਝ ਕਿੰਨੀ ਸੀ, ਹਿਸਟੋਰੀਕਲ ਸੈਂਸ ਕਿੰਨੀ ਸੀ ਉਹਨਾਂ ਦੀ। ਇੱਥੋਂ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰੋ। ਮੈਂ ਸਿਰਫ ਇਸੇ ਚੀਜ਼ ਨੂੰ ਹੀ ਅੰਡਰਲਾਈਨ ਕਰਨ ਲਈ ਇਹ ਥੋੜੀ ਜਿਹੀ ਡਿਟੇਲ ਸੁਣਾਈ ਹੈ ਅੱਜ। ਬਈ ਕਮਾਲ ਦੀ ਇਤਿਹਾਸਕ ਸੂਝ ਹੈ ਵੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਪੂਰਾ ਮਤਲਬ ਜਿਹੜੀ ਸਾਡੀ ਹਿਸਟਰੀ ਇਹੀ ਦੱਸਦੀ ਹੈ ਕਿ ਜਦੋਂ ਉਹ ਆਪਣਾ ਅੰਤ ਸਮਾਂ ਜਾਣਦੇ ਸਨ ਕਿ ਆ ਗਿਆ, ਉਦੋਂ ਗੁਰਿਆਈ ਆਪਣੇ ਅੱਗੋਂ ਜਾਨਸ਼ੀਨ ਨੂੰ ਦੇ ਕੇ, ਜਿਹੜੇ ਜਿਹਨਾਂ ਨੂੰ ਗੁਰਗੱਦੀ ਦੀ ਦਾਤ ਬਖਸ਼ ਕੇ, ਤੇ ਫਿਰ ਉਹ ਜਾਂਦੇ ਸਨ। ਤੇ ਇੱਥੇ ਬਿਲਕੁਲ ਅਜੀਬ ਭਾਣਾ ਵਾਪਰ ਰਿਹਾ ਵੀ ਕਈ ਸਾਲ ਹੀ ਆਪਾਂ ਕਹਿ ਸਕਦੇ ਹਾਂ ਇਹਦੇ ਮੁਤਾਬਕ ਲੱਗੇ ਹੋਣਗੇ। ਇਹਨਾਂ ਨੇ ਡੇਟਾਂ ਵਿੱਚ ਲਿਖਿਆ ਹੀ ਨਹੀਂ, ਸਿਰਫ ਇਹਨਾਂ ਨੇ ਡੇਟਸ ਲਿਖੀਆਂ ਜਦੋਂ ਗੁਰੂ ਸਾਹਿਬ ਸਮਾਉਂਦੇ ਹਨ, ਤੇ ਉਹਦੇ ਵਿੱਚ ਵੀ ਇਹ ਕਹਿੰਦੇ ਹਨ ਕਿ ਇੰਨਾ ਸਮਾਂ ਜਿਹੜਾ ਗੁਰੂ ਸਾਹਿਬ ਰਹੇ। ਫਿਰ ਇਹਦੇ 'ਚ ਇੱਕ ਹੋਰ ਗੱਲ ਹੈ, ਅਸੀਂ ਸਾਰੇ 12-12 ਸਾਲ ਦੀ ਗੱਲ ਕਰੀ ਜਾਂਦੇ ਹਾਂ ਸੇਵਾ ਦੀ। 1539 ਤੋਂ 1552 ਦਾ ਕਾਲ ਜਿਹੜਾ ਹੈ ਉਹ ਦੂਜੇ ਪਾਤਸ਼ਾਹ ਦੀ ਗੁਰਿਆਈ ਦਾ ਹੈ, ਜਿਹੜਾ ਕਿ 13 ਜਾਂ ਵੱਧ ਤੋਂ ਵੱਧ ਅਸੀਂ 14 ਸਾਲ ਕਹਿ ਸਕਦੇ ਹਾਂ। ਜੇ ਡੇਟਾਂ ਦੇ ਹਿਸਾਬ ਨਾਲ ਅਗਰ ਲਗਾਈਏ ਤਾਂ ਸ਼ਾਇਦ 14 ਬਣ ਜਾਵੇ। ਤਾਂ 14 ਸਾਲ ਦੇ ਵਿੱਚੋਂ 12 ਸਾਲ ਉਹ ਉੱਥੇ ਸੇਵਾ ਦੇ ਵਿੱਚ ਰਹੇ ਨੇ। ਤੇ ਫਿਰ ਉਸ ਤੋਂ ਬਾਅਦ ਕਿਹੜਾ ਸਮਾਂ ਸੀ ਜਦੋਂ ਇਹ ਪੈਰਲਲ ਗੁਰਿਆਈ ਵੀ ਰਹੀ? ਮਤਲਬ ਤੁਸੀਂ ਹਿਸਟੋਰੀਕਲ ਸੂਝ-ਬੂਝ ਦੀ ਗੱਲ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਤੇ ਅਸੀਂ ਇਹਨਾਂ ਲੇਖਕਾਂ ਦੇ ਸਹਾਰੇ ਉੱਤੇ ਆਪਣਾ ਸਾਰਾ ਇਤਿਹਾਸ ਰਚ ਰਹੇ ਹਾਂ। ਇਹ ਜ਼ਰਾ ਸਮਝਣ ਦੀ ਗੱਲ ਹੈ ਸਾਡੇ ਲਈ ਵੀ ਸਾਡੀ ਹਾਲਤ ਕੀ ਹੈ। मतलब ये चीज तो ऐसी है कि जिन्हों आज तो कई सौ साल पहले ही रिजेक्ट कर देना चाहिए ਸੀ। खैर, ਪਰ ਪ੍ਰੋਬਲਮ सर ਉਹੀ ਹੈ फूला ਨਾ ਜੀ सिंह जी। ਕਿ ਅਸੀਂ ਆਪ ਤਾਂ ਪੜ੍ਹੀਆਂ ਨਹੀਂ। ਅਸੀਂ ਆਪਣੇ ਇੱਕ ਤਬਕਾ ਬਣਾ ਲਿਆ, ਪੁਜਾਰੀ ਤਬਕਾ, ਗ੍ਰੰਥੀ ਤਬਕਾ, ਗਿਆਨੀ ਤਬਕਾ, ਜਿਨ੍ਹਾਂ ਨੇ ਇਹਨਾਂ ਨੂੰ ਪੜ੍ਹਿਆ ਤੇ ਸਾਨੂੰ ਸੁਣਾਈ ਗਏ ਨੇ। ਤੇ ਅਸੀਂ ਆਪਣੇ ਦਿਮਾਗ ਦੀਆਂ ਖਿੜਕੀਆਂ ਬੰਦ ਕਰਕੇ ਜੋ ਸੁਣਾਉਂਦੇ ਨੇ ਘੋਲ ਕੇ ਆਪਣੇ ਦਿਮਾਗ 'ਚ ਪਾਈ ਜਾ ਰਹੇ ਨੇ। ਤਾਂ ਇਹ ਸਾਰੀ ਸਿਚੁਏਸ਼ਨ ਸਾਡੇ ਨਾਲ ਅੱਜ ਵੀ ਵਾਪਰ ਰਹੀ ਹੈ। ਮੇਰਾ ਖਿਆਲ ਹੈ ਕਿ 99% ਸਿੱਖ ਅੱਜ ਵੀ ਇਸੇ ਸਿਚੁਏਸ਼ਨ ਦੇ ਵਿੱਚ ਨੇ। ਬਿਲਕੁਲ ਠੀਕ ਗੱਲ ਹੈ। ਔਰ ਇਹੋ ਜਿਹੀ ਕਿਤਾਬਾਂ ਜਿਹੜੀਆਂ ਮੁੜ ਕੇ ਲਿਖੀਆਂ ਜਾਂਦੀਆਂ ਨੇ ਅੱਖਾਂ ਬੰਦ ਕਰਕੇ, ਉਹਨਾਂ ਦੇ ਮੁਖਬੰਦ ਸਾਡੇ ਜਥੇਦਾਰ ਲਿਖਦੇ ਨੇ। ਬਿਲਕੁਲ ਜੀ, ਤੁਸੀਂ ਮਤਲਬ ਕਿਤਾਬਾਂ, ਹੁਣ ਮੈਂ ਨਾਮ ਨਹੀਂ ਲਵਾਂਗਾ, ਜਿਹੜੇ ਸਾਡੇ ਵੱਡੇ ਇਤਿਹਾਸਕਾਰ ਗਿਣੇ ਜਾਂਦੇ ਨੇ,
ਇਹਨਾਂ ਦੇ ਵਿੱਚੋਂ ਵਰਬੇਟਿਮ ਕੋਟ ਕਰ ਕਰਕੇ ਆਪਣੀਆਂ ਕਿਤਾਬਾਂ ਲਿਖ ਰਹੇ ਹਨ ਜੀ, ਅੱਜ ਵੀ ਲਿਖੀ ਜਾ ਰਹੇ ਹਨ, ਬਿਲਕੁਲ ਅੱਜ ਵੀ ਅਸੀਂ ਉਹੀ ਠੀਕ ਪੜ੍ਹੀ ਗੱਲ ਜਾ ਹੈ। ਰਹੇ ਹਾਂ। ਹਾਂਜੀ ਸਰ ਫੁੱਲਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਕੋਈ ਨਹੀਂ ਜੀ, ਸਿਰਫ ਧੰਨਵਾਦ ਹੀ ਹੈ ਕਿ ਕੁਝ ਮਿੰਟਾਂ 'ਚ ਹੀ 16 ਸਾਖੀਆਂ ਦਾ ਨਿਚੋੜ ਸਾਨੂੰ ਸੁਣਾ ਦਿੱਤਾ। ਬਹੁਤ ਬਹੁਤ ਧੰਨਵਾਦ, ਬਹੁਤ ਮਿਹਨਤ ਆ ਤੁਹਾਡੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ। ਹਾਂਜੀ ਸੰਗਤ ਵਿੱਚੋਂ ਹੋਰ ਕਿਸੇ ਸੱਜਣ ਦਾ ਕੋਈ ਸਵਾਲ ਕੋਈ ਕਮੈਂਟ ਹੋਵੇ ਤਾਂ ਪਲੀਜ਼ ਹੈਂਡ ਰੇਜ਼ ਕਰ ਲਓ। ਹਾਂਜੀ ਗੁਰਮੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ। ਫਸਟ ਆਫ ਆਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਖੋਜ ਦੇ ਨਾਲ ਸਾਰਾ ਕੁਝ ਸਾਨੂੰ ਸਮਝਾ ਰਹੇ ਹੋ ਤੇ ਸਾਡੇ ਸਾਹਮਣੇ ਲਿਆ ਰਹੇ ਹੋ ਕਿ ਕਿੰਨਾ ਰਲਗੱਡ ਸਾਡੇ ਇਤਿਹਾਸ ਵਿੱਚ ਹੋ ਚੁੱਕਾ ਹੈ। ਤੇ ਇਹਦੇ ਵਿੱਚ ਜਿਹੜੇ ਵੀ ਲਿਖਾਰੀ ਹਨ ਉਹਨਾਂ ਨੇ ਜ਼ਿਆਦਾ ਸਨਾਤਨ ਧਰਮ ਤੇ ਜਿਹੜੀਆਂ ਕਰਾਮਾਤਾਂ ਹੈ ਤੇ ਵਰ ਦੇਣੇ ਉਹਨਾਂ ਨੂੰ ਪ੍ਰਮੋਟ ਕੀਤਾ ਹੈ। ਤੇ ਜਦੋਂ ਗੁਰੂ ਅੰਗਦ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ ਆ ਤੇ ਉਹਨਾਂ ਦੇ ਉੱਤੇ ਉਹਨਾਂ ਦੀ ਉਪਦੇਸ਼ ਦਾ ਤੇ ਗੁਰਬਾਣੀ ਦਾ ਅਸਰ ਹੋਇਆ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਤੇ ਬਾਕੀ ਗੁਰੂ ਸਾਹਿਬਾਨ ਗੁਰੂ ਜੀ ਦਾ ਉਪਦੇਸ਼ ਤੇ ਗੁਰਬਾਣੀ ਤੋਂ ਉਹਨਾਂ ਨੇ ਆਪਣੇ ਜੀਵਨ ਬਦਲੇ ਤੇ ਤਾਂ ਹੀ ਉਹਨਾਂ ਨੂੰ ਜੋ ਉਹਨਾਂ ਨੂੰ ਭਾਵ ਕਿ ਉਹਨਾਂ ਦਾ ਜੋ ਵੀ ਉਹਨਾਂ ਨੂੰ ਗੁਰੂ ਬਣਨ ਦੇ ਕਾਬਿਲ ਹੋਏ, ਤਾਂ ਕਿ ਕਿਉਂਕਿ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਪਹਿਲੇ ਗੁਰੂ ਸਾਹਿਬ ਜੀ ਦੇ ਨਾਲ ਬਿਲਕੁਲ ਇੱਕਮਿਕ ਹੋ ਜਾਂਦੀ ਸੀ, ਤਾਂ ਹੀ ਉਹਨਾਂ ਨੂੰ ਗੁਰਗੱਦੀ ਬਖਸ਼ੀ ਜਾਂਦੀ ਸੀ। ਸੋ ਇਹ ਜਿਹੜੀਆਂ ਤੁਸੀਂ ਸੁਣਾਉਂਦੇ ਹੋ ਇਹ ਸਾਰਾ ਕੁਝ ਪਤਾ ਲੱਗਦਾ ਹੈ ਕਿ ਕਿੰਨਾ ਕੁਝ ਰਲਗੱਡ ਹੋ ਗਿਆ ਹੈ। ਅਸੀਂ ਤਾਂ ਇੰਨੇ ਕੋਈ ਗੁਣੀ ਗਿਆਨੀ ਨਹੀਂ ਆ, ਤੇ ਫਿਰ ਵੀ ਅਸਾਂ ਜੋ ਤੁਸੀਂ ਪੜ੍ਹਦੇ ਹੋ ਤੇ ਵੇਖਣ ਨੂੰ ਲੱਗਦਾ ਹੈ ਕਿ ਵੀ ਕਿੰਨਾ ਕੁਝ ਰਲ ਚੁੱਕਾ ਹੈ। ਤੇ ਇਹ ਤਾਂ ਸੁਣਨ ਲਈ ਵੀ ਬਰਦਾਸ਼ਤ ਨਹੀਂ ਹੁੰਦਾ, ਤੇ ਇਹਨਾਂ ਨੇ ਲਿਖਿਆ ਹੈ ਫਿਰ ਇਹਨਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਸੋ ਇਹ ਬਹੁਤ ਮਾੜੀ ਗੱਲ ਹੈ ਤੇ ਸਾਨੂੰ ਤੁਸੀਂ ਇੰਨੀ ਸੋਝੀ ਬਖਸ਼ ਰਹੇ ਹੋ, ਬਹੁਤ ਬਹੁਤ ਧੰਨਵਾਦ। ਤੇ ਵੀਰ ਜੀ ਮੈਂ ਆਪਣੀ ਕਲਾਸ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਕਲਾਸ ਦਿੰਦੀ ਹਾਂ ਤੇ ਉਹਦੇ ਵਿੱਚ ਮੈਂ ਕੋਸ਼ਿਸ਼ ਕਰਦੀ ਹਾਂ ਕਿ ਤੁਹਾਡੇ ਤੋਂ ਸੇਧ ਲੈ ਕੇ ਹੌਲੀ ਹੌਲੀ ਬੱਚਿਆਂ ਨੂੰ ਜਿਹੜੇ ਕਹਾਣੀਆਂ ਸੁਣਾਵਾਂ, ਤੇ ਤਾਂ ਕਿ ਸਾਨੂੰ ਥੋੜਾ ਬਹੁਤ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ। ਮੇਰੀ ਕਲਾਸ ਦੇ ਵਿੱਚ ਕੁਐਸਚਨ ਸੀਗਾ ਕਿ ਗੁਰਗੱਦੀ ਦੇਣੀ ਕੀ ਹੁੰਦੀ ਹੈ, ਤੇ ਉੱਥੇ ਮੈਂ ਬੱਚਿਆਂ ਨੂੰ ਫਿਰ ਇਹੀ ਦੱਸਿਆ ਸੀ ਕਿ ਉਹ ਗੁਰਬਾਣੀ ਤੋਂ ਗੁਰੂ ਸਾਹਿਬ ਦੇ ਉਪਦੇਸ਼ ਤੋਂ ਪ੍ਰਭਾਵਿਤ ਹੁੰਦੇ ਸੀਗੇ ਤੇ ਉਹਨਾਂ ਤੇ ਆਪਣਾ ਨਾ ਹੀ ਇਕੱਲੇ ਉਹ ਉਹਨਾਂ ਨੂੰ ਪੜ੍ਹਦੇ ਸੀਗੇ ਜਾਂ ਸੁਣਦੇ ਸੀਗੇ, ਉਹ ਉਹਨੂੰ ਜਿਉਂਦੇ ਸੀਗੇ, ਤੇ ਜਿਹੜੇ ਉਹਨਾਂ ਨੂੰ ਪ੍ਰੋਪਰ ਤਰ੍ਹਾਂ ਜਿਉਂਦੇ ਸੀਗੇ ਉਹ ਹੀ ਗੁਰਗੱਦੀ ਦੇ ਅਧਿਕਾਰੀ ਹੁੰਦੇ ਸੀਗੇ। ਸੋ ਹੌਲੀ ਹੌਲੀ ਕੋਸ਼ਿਸ਼ ਕਰੀਦੀ ਆ ਤੁਹਾਡੇ ਤੋਂ ਸੇਧ ਲੈ ਕੇ ਇਹ ਬੱਚਿਆਂ ਨੂੰ ਅੱਗੇ ਦੱਸਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਡਾਕਟਰ ਸੁਰਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਪ੍ਰਭ ਕੀਰਤਨ ਸਿੰਘ ਜੀ, ਤੁਸੀਂ ਮੈਂਸ਼ਨ ਕੀਤਾ ਸੀਗਾ ਕਿ ਇਹ ਜਿਹੜੀ ਕਿਤਾਬ ਹੈ, ਜਿਹੜੀ ਗ੍ਰੰਥ ਹੈ, ਇਹ ਭਾਸ਼ਾ ਵਿਭਾਗ ਨੇ ਇਹਨੂੰ ਪ੍ਰਿੰਟ ਕੀਤਾ ਸੀਗਾ, ਤੇ ਇਹ ਦੱਸਦਾ ਕਿ ਭਾਸ਼ਾ ਵਿਭਾਗ ਜਿਹੜੀ ਵੀ ਸਾਡੀ ਯੂਨੀਵਰਸਿਟੀ ਦੀ ਤੁਸੀਂ ਕਹਿ ਰਹੇ ਜੇ ਪੰਜਾਬ ਜਾਂ ਪੰਜਾਬੀ ਯੂਨੀਵਰਸਿਟੀ, ਉਹਨਾਂ ਦਾ ਸਟੈਂਡਰਡ ਇੰਨਾ ਕੀ ਹੈ ਕਿ ਇਹੋ ਜਿਹੇ ਕਿਤਾਬਾਂ ਛਾਪਦੇ ਨੇ ਕਿ ਇਹ ਸਟੈਂਡਰਡ ਸਿਰਫ ਸਿੱਖ ਇਤਿਹਾਸ ਦੇ ਨਾਲ ਹੀ ਇਸ ਤਰ੍ਹਾਂ ਦਾ ਕਿ ਬਾਕੀਆਂ ਨਾਲ ਵੀ ਇਸ ਤਰ੍ਹਾਂ ਦਾ ਹੀ ਉਹਨਾਂ ਦਾ ਸਟੈਂਡਰਡ, ਉਹਨਾਂ ਦੇ ਉੱਤੇ ਕਿੰਨਾ ਕੁ ਸਟੈਂਡਰਡ ਵਾਲੀ ਗੱਲ ਨਹੀਂ ਹੈ ਜੀ। ਇਹ ਜੋ ਕੁਝ ਜਿਨ੍ਹਾਂ ਨੂੰ ਅਸੀਂ ਇਤਿਹਾਸਕ ਸਰੋਤ ਗ੍ਰੰਥ ਮੰਨ ਲਿਆ ਉਹਨਾਂ ਨੂੰ ਛਾਪਣਾ, ਉਹਦੇ ਵਿੱਚ ਕੋਈ ਸਟੈਂਡਰਡ ਨਹੀਂ ਆ ਜਾਂਦਾ। ਗੱਲ ਤਾਂ ਇਹਨਾਂ ਨੂੰ ਮੰਨਣ ਦੇ ਵਿੱਚ ਹੈ, ਸਾਡੇ ਤੇ ਜਿਹੜਾ ਕਮੈਂਟ ਹੋ ਸਕਦਾ ਹੈ। ਇਹ ਤਾਂ ਇੱਕ ਸਰਵਿਸ ਉਹਨਾਂ ਨੇ ਦਿੱਤੀ ਹੈ ਕਿ ਜਿਹੜੇ ਪੁਰਾਣੇ ਸਾਡੇ ਹੈਗੇ ਨੇ ਬਹੁਤ ਸਾਰੇ ਪਏ ਨਹੀਂ ਜੀ ਹਾਲੇ। ਜਿਹੜੀ ਲਿਸਟ ਡਾਕਟਰ ਗੰਡਾ ਸਿੰਘ ਨੇ ਮੈਨੂਸਕ੍ਰਿਪਟਸ ਦੀ ਬਣਾਈ ਸੀ, ਉਹ ਮੇਰਾ ਖਿਆਲ ਹੈ 700-800 ਜਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਜਿਹੜੇ ਮੈਨੂਸਕ੍ਰਿਪਟਸ ਪਈਆਂ ਨੇ, ਅਣਛਪੀਆਂ ਪਈਆਂ ਨੇ। ਪਤਾ ਨਹੀਂ ਉਹਨਾਂ ਦੇ ਵਿੱਚ ਸਾਡੇ ਲਈ ਹੋ ਸਕਦਾ ਹੀਰੇ ਮੋਤੀ ਹੋਣ ਜਾਂ ਇਦਾਂ ਦੀਆਂ ਹੀ ਹੋਣ। ਅਸੀਂ ਉਹਨਾਂ ਨੂੰ ਛਾਪਾਂਗੇ, ਪੜਾਂਗੇ ਤੇ ਫੇਰ ਹੀ ਅਸੀਂ ਸਮਝ ਸਕਦੇ ਹਾਂ। ਮੈਂ ਤੇ ਸਮਝਦਾ ਦੇ ਹੈਵ ਡਨ ਅ ਸਰਵਿਸ। ਅਦਰਵਾਈਜ਼ ਜਿਹੜੇ ਕੁਝ ਕੁ ਇਤਿਹਾਸਕਾਰ ਜਿਨ੍ਹਾਂ ਨੂੰ ਮੈਨੂਸਕ੍ਰਿਪਟਸ ਦਬਾ ਕੇ ਉਹ ਘਰਾਂ ਦੇ ਵਿੱਚ ਬੈਠੇ ਹੋਏ ਸੀ, ਉਹਨਾਂ ਤੋਂ ਇਲਾਵਾ ਕਿਸੇ ਨੂੰ ਪਤਾ ਹੀ ਨਹੀਂ ਸੀ ਇਹਨਾਂ ਦੇ ਬਾਰੇ। ਇਹ ਛਾਪਦੇ ਨੇ ਤੇ ਸਾਰੇ ਅਸੀਂ ਪੜ੍ਹ ਸਕਦੇ ਹਾਂ ਤੇ ਇਹਦੇ ਬਾਰੇ ਕੁਝ ਵਿਚਾਰ ਅਸੀਂ ਕਰ ਸਕਦੇ ਹਾਂ। ਇਹ ਯੂਨੀਵਰਸਿਟੀਆਂ ਦੇ ਵਿੱਚ
ਛਾਪਣ ਤੋਂ ਹਾਂਜੀ ਪਹਿਲਾਂ ਉਹਨੂੰ ਕੋਈ ਉਹ ਆਪਣਾ ਪੁਨਛਾਣ ਨਹੀਂ ਕਰਦੇ ਵੀ ਅਸੀਂ ਕੀ ਛਾਪ ਰਹੇ ਹਾਂ? ਵੀਰ ਜੀ, ਰਿਸਰਚਸ ਜਿਹੜੀਆਂ ਨੇ ਦੋ ਕਿਸਮ ਦੀਆਂ ਹੁੰਦੀਆਂ ਨੇ। ਇੱਕ ਹੁੰਦੀ ਹੈ ਕਿ ਜਿਹੜਾ ਇਹਦਾ ਮੂਲ ਪਾਠ